100% ही आ जाएगी क्योंकि साढ़े को डिफरेंट डिपार्टमेंट है ही नहीं। ठीक है जी। और डॉक्यूमेंट ਇਹਦੇ ਸਰ ਉਹੀ ਰਹਿ ਜਾਣਗੇ, ਲਿਸਟ ਆਫ ਰਿਸਰਚ ਪ੍ਰੋਜੈਕਟ ਸੇਮ ਟੈਂਪਲੇਟ ਹੈ ਔਰ ਉਹੀ ਐਡੀਸ਼ਨਲ ਇਨਫੋਰਮੇਸ਼ਨ ਹੈ ਜਿਹੜੇ ਮੈਂ ਪੇਪਰ ਪਹਿਲਾਂ ਦਿਖਾਈ ਸੀ ਤੁਹਾਨੂੰ ਰਿਸਰਚ ਪ੍ਰੋਜੈਕਟ ਦੇ ਸੇਮ ਉੱਥੇ ਇਸ ਜਗ੍ਹਾ ਦੇ ਉੱਪਰ ਅਸੀਂ ਅਟੈਚ ਕਰ ਦਿੱਤੇ। ਹਾਂਜੀ ਸਰ, ਇਹੀ ਪੁਆਇੰਟ ਹੈ ਜਿਵੇਂ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ। ਦੇਖੋ ਉਹਨੇ ਪਹਿਲਾਂ ਕੀ ਪੁੱਛੇ ਨੇ, ਰਿਸਰਚ ਪ੍ਰੋਜੈਕਟ ਪੁੱਛੇ ਨੇ। ਅਗਲਾ ਕੁਐਸਚਨ ਕੀ ਪੁੱਛ ਰਿਹਾ ਉਹ ਇਹ ਚੀਜ਼ ਨੂੰ ਕੋਰਿਲੇਟ ਕਰ ਰਿਹਾ ਕਿ ਹਾਊ ਮੈਨੀ ਡਿਪਾਰਟਮੈਂਟਸ। ਮੰਨ ਲਓ ਤੁਹਾਡੇ ਕੋਲ ਰਿਸਰਚ ਪ੍ਰੋਜੈਕਟ ਹੈ 1 ਲੇਕਿਨ ਡਿਪਾਰਟਮੈਂਟ ਨੇ ਤੁਹਾਡੇ ਕੋਲ 20, ਤਾਂ ਉਹਦੇ ਨਾਲ ਆਪਣੇ ਆਪ ਨੇ ਚੈੱਕ ਲਾਤਾ ਕਿ ਸਾਰੇ ਡਿਪਾਰਟਮੈਂਟ 'ਚ ਰਿਸਰਚ ਹੁੰਦੀ ਹੈ ਜਾਂ ਕਿਸੇ ਇੱਕ 'ਚ ਹੀ ਹੋਈ ਜਾਂਦੀ ਹੈ। ਸੋ ਤੁਹਾਡੇ ਕੋਲ ਇੱਕ ਹੈ, ਇਸ ਕਰਕੇ ਇੱਕ ਦੇ ਡਾਟਾ ਲਾਤਾ ਤੁਸੀਂ, ਕੋਈ ਗੱਲ ਨਹੀਂ। ਸਾਡੇ ਕੋਲ 100% ਆ ਗਿਆ ਜੀ, ਕਿਉਂਕਿ ਆਪਾਂ ਇਹਦੇ ਵਿੱਚ ਕੋਸ਼ਿਸ਼ ਵੀ ਇਹੀ ਕਰ ਰਹੇ ਹਾਂ ਕਿ ਪ੍ਰੋਜੈਕਟ ਦੇ ਨਾਮ ਅੰਡਰ ਅਸੀਂ ਸੈਮੀਨਾਰ ਪਾ ਰਹੇ ਹਾਂ। ਕੋਸ਼ਿਸ਼ ਹੈ ਵੀ ਕਿਸੇ ਤਰੀਕੇ ਨਾਲ ਐਕਸੈਪਟ ਹੋਵੇ, ਬਟ ਆਈਡੀਅਲ ਨਹੀਂ ਹੈਗਾ, ਲੇਕਿਨ ਖਾਲੀ ਜਾਣ ਦੀ ਬਜਾਏ ਅਸੀਂ ਟਰਾਈ ਕਰ ਰਹੇ ਹਾਂ ਸਿਰਫ। ਹਾਂਜੀ, ਸਾਡੇ ਕੋਲ ਇਹਦੇ ਇਲਾਵਾ ਕੋਈ ਚੋਇਸ ਹੀ ਨਹੀਂ ਹੈ ਸਰ। ਚਲੋ ਨੈਕਸਟ 3.2.1 ਜੀ ਇਨੋਵੇਸ਼ਨ ਇਕੋਸਿਸਟਮ। ਇਹ QLM ਹੈ, ਇਹਦੇ ਉੱਪਰ ਅਸੀਂ ਪੈਰਾ ਲਿਖਿਆ ਕਿ ਉਹਨਾਂ ਨੇ ਇਨੋਵੇਸ਼ਨ ਲਈ ਅਸੀਂ ਕੀ ਇਨੀਸ਼ੀਏਟਿਵ ਲਏ ਹੈ, ਇਨੋਵੇਸ਼ਨ ਇਕੋਸਿਸਟਮ ਐਂਡ ਕ੍ਰੀਏਸ਼ਨ ਐਂਡ ਟ੍ਰਾਂਸਫਰ ਆਫ ਨੌਲੇਜ। तो मैं ये सब नु पहला जो पैरा है वो अंदर मैं ये लिखा कि असी जो साडे टीचर है दे आर यूजिंग द मॉडर्न टूल्स ऑफ टीचिंग, PPT प्रेजेंटेशन, वीडियो, केस स्टडीज एंड केस स्टडी एनालिसिस फॉर मेकिंग द इफेक्टिव एंड इंटरेस्टिंग फॉर द स्टूडेंट्स। और उहदे लई असी क्लास दे विच पैनल डिस्कशनस, डिबेट करते हैं, क्विज़ेस करते हैं, असाइनमेंट्स दिंदे हैं फॉर द थॉटफुल लर्निंग इन द क्लासरूम। और जो साडे टीचर है वो इनफॉर्मेशन टेक्नोलॉजी टूल्स यूज़ करते हैं मॉडर्न। हर एक टीचर ने अपनी एक वेबसाइट बना रखी है। हाँ जी राजीव जी मैं थोड़ा जिहा इत्थे तुहानूं इंटरफेयर कर रहा। एक ना जो आप लास्ट टाइम डिस्कशन की है ऋषिकेश सर के क्राइटेरिया च आया सी जां आपां फेस टू फेस कीता सी, एक पॉइंट बड़ा वधिया तुसीं डिस्कस कीता सी कि तुहाडे कुछ बच्चों ने कुछ शेयर मार्केट बनाई और कुछ इन्वेस्टमेंट की। आएगा सर ਇਹਦੇ ਵਿੱਚ ਆਏਗਾ, ਮੈਂ ਅੱਗੇ ਐਕਸਪਲੇਨ ਕਰਾਂਗਾ ਸਰ। ਲਿਖਿਆ ਹੋਇਆ ਹੈ ਉਹਨੂੰ ਸਰ ਹਾਈਲਾਈਟ ਕਰੋ। ਦੇਖੋ ਜਿਹੜੀਆਂ ਉੱਪਰ ਵਾਲੀਆਂ ਚੀਜ਼ਾਂ ਨੇ ਨਾ, ਥੀਸ ਆਰ ਦਾ ਰੂਟੀਨ ਮੈਟਰ। ਹੁਣ ਜਦੋਂ ਨੈਕ ਨੇ ਇਹਨੂੰ ਈਕੋਸਿਸਟਮ ਨੂੰ, ਇਨੋਵੇਸ਼ਨ ਈਕੋਸਿਸਟਮ ਨੂੰ ਕਾਲਜਸ ਦੇ ਕ੍ਰਾਈਟੇਰੀਆ 'ਚ ਪਾਇਆ। ਹੁਣ ਉਹਦੀ ਥਿੰਕਿੰਗ ਦੇਖੋ ਮੈਨੂਅਲ ਬਣਾਉਣ ਦੇ ਵਿੱਚ ਕੀ ਸੀ। ਉਹ ਕਹਿੰਦੇ ਸਾਡਾ ਬਹੁਤ ਕ੍ਰਿਟਿਸਿਜ਼ਮ ਹੋਇਆ ਇਸ ਗੱਲ 'ਤੇ ਵੀ ਤੁਸੀਂ ਕਾਲਜਸ ਨੂੰ ਇਨੋਵੇਟਿਵ ਈਕੋਸਿਸਟਮ ਕਰਨ ਦਾ ਕੀ ਫਾਇਦਾ, ਦਾ ਕੀ ਯੂਜ਼ਸ ਹੋਏਗੀ। ਉਹ ਆਰਗੂ ਕੀ ਦਿੰਦੇ ਨੇ, ਉਹ ਆਪਣਾ ਇਹਦੇ ਵਿੱਚ ਕੀ ਪੁਆਇੰਟ ਦਿੰਦੇ ਨੇ। ਉਹ ਕਹਿੰਦੇ ਵੀ ਇਨੋਵੇਸ਼ਨ ਛੋਟੀ ਵੀ ਹੋ ਸਕਦੀ ਹੈ, ਇਨੋਵੇਸ਼ਨ ਵੱਡੀ ਵੀ ਹੋ ਸਕਦੀ ਹੈ। ਜੇ ਇਹਦੇ ਵਿੱਚ 10 ਨੰਬਰ ਦਿੱਤੇ ਨੇ ਨਾ ਇਸ ਕ੍ਰਾਈਟੇਰੀਆ ਦੇ, ਹਾਂਜੀ, ਇਨੋਵੇਟਿਵ ਇਕੋਸਿਸਟਮ ਦੇ 10 ਨੰਬਰ ਦਿੱਤੇ ਨੇ ਕਾਲਜਸ ਵਾਸਤੇ। ਇਹਦੇ ਸਰ 5 ਨੰਬਰ ਹੈ ਜੀ। 5, ਹਾਂ 5, ਠੀਕ ਹੈ ਨਾ। ਅੱਗੇ 5 ਨੰਬਰ ਦਾ ਕੁਝ ਹੋਰ ਪਾਰਟ ਹੈ। ਉਹ ਕੀ ਕਹਿ ਰਹੇ ਨੇ, ਕਹਿੰਦੇ ਸਾਡਾ ਇਹਨੂੰ ਇਨਕਲੂਡ ਕਰਨ ਦਾ ਪਰਪਸ ਕੀ ਹੈ ਕਿ ਜਿਹੜੀ ਵੀ ਛੋਟੀ ਤੋਂ ਛੋਟੀ ਇਨੋਵੇਸ਼ਨ ਕਿਸੇ ਕਾਲਜ 'ਚ ਹੋਈ ਹੈ ਤਾਂ ਉਸ ਚੀਜ਼ ਨੂੰ ਡਾਕੂਮੈਂਟਡ ਕਰਨਾ ਜ਼ਰੂਰੀ ਹੈ। ਉਹ ਕਹਿੰਦੇ ਵੀ ਕੋਈ ਰੂਰਲ ਏਰੀਆ 'ਚ ਬੈਠਾ ਵੀ ਬਿਲਕੁਲ ਇੱਕ ਸਿੰਗਲ ਫੈਕਲਟੀ ਨਾਲ ਚੱਲਦੇ ਕਾਲਜ 'ਚ ਵੀ ਕੋਈ ਇਨੋਵੇਸ਼ਨ ਹੋ ਸਕਦੀ ਹੈ। ਦੇਖੋ ਜਿਹੜੀਆਂ ਆਪਾਂ ਟੀਚਿੰਗ 'ਚ ਗੱਲ ਕਰਦੇ ਹਾਂ ਉਹਨੂੰ ਤੁਸੀਂ ਸੈਕੰਡ ਪੁਆਇੰਟ 'ਤੇ ਲੈ ਜਾਓ। ਮੇਨ ਪੁਆਇੰਟ ਜਿਹੜਾ ਤੁਸੀਂ ਉਸ ਦਿਨ ਡਿਸਕਸ ਕੀਤਾ ਸੀ ਨਾ, ਜਿਹੜਾ ਸਕਿੱਲ ਡਿਵੈਲਪਮੈਂਟ ਵਾਲਾ ਸੀ, ਜਿਹਦੇ ਮੈਂ ਅੱਗੇ ਦੱਸ ਰਿਹਾ ਸਰ ਤੁਹਾਨੂੰ। ਹਾਂਜੀ ਦੇਖੋ ਹੁਣੇ ਆਏਗਾ ਦੂਸਰਾ ਪੁਆਇੰਟ। ਮੈਂ ਫਿਲਹਾਲ ਲਾਇਬ੍ਰੇਰੀ ਦਾ ਰੱਖਿਆ ਹੋਇਆ, ਜਿਹਦੇ ਵਿੱਚ ਅਸੀਂ ਈ ਬੁੱਕਸ ਦੀ ਗੱਲ ਕਰ ਰਹੇ ਹਾਂ, ਟੈਕਸਟ ਬੁੱਕਸ ਦੀ ਗੱਲ ਕਰ ਰਹੇ ਹਾਂ, ਰੈਫਰੈਂਸ ਬੁੱਕ ਦੀ ਗੱਲ ਕਰ ਰਹੇ ਹਾਂ, ਜਰਨਲਸ ਦੀ ਗੱਲ ਕਰ ਰਹੇ ਹਾਂ, ਵਾਈਫਾਈ ਇਕਵਿਪਡ ਹੈਗੀ ਹੈ ਸਾਡੀ, ਔਰ ਸਾਡੇ ਕੋਲ ਕਾਮਰਸ ਲੈਬ ਵੀ ਹੈ ਕਾਲਜ ਦੇ ਵਿੱਚ। ਔਰ ਥਰਡ ਜਿਹੜਾ ਪੈਰਾ ਹੈ ਦੈਟ ਇਜ਼ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਇਨ ਦ ਕਾਲਜ। ਇਹ ਜਿਹੜਾ ਸੈੱਲ ਹੈ ਕਾਲਜ ਦੇ ਵਿੱਚ ਇਨੋਵੇਸ਼ਨ ਐਕਟੀਵਿਟੀਜ਼ ਕਰਵਾਉਂਦਾ, तरह के फैकल्टी डेवलपमेंट प्रोग्राम करा रहा, वर्कशॉप करा रहा, सैमीनार करा रहा, वेबिनार्स करवा रहा। और मैं टॉपिक भी मेंशन कर देते हैं, एंटरप्रेन्योरशिप, रिसर्च मेथोडोलॉजी, डिजिटल मार्केटिंग, क्वांटिटेटिव डाटा एनालिसिस यूजिंग मॉडर्न सॉफ्टवेयर टूल, कॉर्पोरेट सोशल रिस्पॉन्सिबिलिटी, रीसेंट डेवलपमेंट इन द सोशल साइंसिस। ਜਿਹੜੇ ਅਸੀਂ ਅੱਜ तक करवाए आ वो लगभग मैं सारे ब्रीफली मेंशन कर देते हैं कि रिसर्च एंड डेवलपमेंट सैल किस तरह दी इनोवेटिव एक्टिविटीज कर रहा है। आ हुण ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਰ, ਜਿਹੜਾ ਅਗਲਾ ਪੈਰਾ ਹੈ ਉਹ ਹੈ ਸਕਿੱਲ ਡਿਵੈਲਪਮੈਂਟ ਸੈੱਲ ਦਾ। ਕਿ ਅਸੀਂ ਸਕਿੱਲ ਡਿਵੈਲਪਮੈਂਟ ਸੈੱਲ ਦਾ, ਮੈਂ ਹੀ ਉਹਦਾ ਹੈਡ ਹਾਂ ਸਰ ਸਕਿੱਲ ਡਿਵੈਲਪਮੈਂਟ ਸੈੱਲ ਦਾ। ਔਰ ਅਸੀਂ ਉਹਦੇ ਵਿੱਚ ਕੀ ਕਰਦੇ ਹਾਂ, ਅਸੀਂ ਡਿਫਰੈਂਟ ਕੰਟੈਸਟ, ਕੰਪੀਟੀਸ਼ਨ, ਐਕਸਟੈਂਸ਼ਨ ਲੈਕਚਰ, ਵਰਕਸ਼ਾਪ ਔਰ ਕਈ ਹੋਰ ਤਰ੍ਹਾਂ ਦੇ ਇਵੈਂਟ ਜਿਹੜੇ ਆਰਗੇਨਾਈਜ਼ ਕਰਦੇ ਹਾਂ ਫॉर ਨਰਚਰਿੰਗ ਦਾ ਇਨੋਵੇਟਿਵ ਪੋਟੈਂਸ਼ੀਅਲ ਆਫ ਦ ਸਟੂਡੈਂਟਸ। ਜਿਹਦੇ ਅੰਦਰ ਕੋਈ ਇੰਪੋਰਟੈਂਟ ਇਵੈਂਟ ਜਿਹੜੇ ਮੈਂ ਉਹਨਾਂ ਦੇ ਨਾਮ ਵੀ ਲਿਖੇ ਆ ਕਿ ਹੁਣ ਤੱਕ ਅਸੀਂ ਕੀ ਕੀਤਾ। ਵੇਰੀਅਸ ਇੰਪੋਰਟੈਂਟ ਇਵੈਂਟ ਸੱਚ ਐਜ਼ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਕੰਪੀਟੀਸ਼ਨ, ਬਿਜ਼ਨਸ ਪਲਾਨ ਕੰਪੀਟੀਸ਼ਨ, ਮਾਰਕੀਟਿੰਗ ਫੈਸਟ ਅੱਜ ਦੀ ਤੁਸੀਂ ਗੱਲ ਕਰ ਰਹੇ ਸੀ, ਇਨਵੈਸਟਮੈਂਟ ਅਵੇਅਰਨੈਸ ਪ੍ਰੋਗਰਾਮ। ਥੀਸ ਹੈਵ ਬੀਨ ਆਰਗੇਨਾਈਜ਼ਡ ਬਾਈ ਦ ਸੈੱਲ from time to time to encourage the student and the sense of creativity among the students। ਇਹਦੇ ਵਿੱਚ ਤੁਹਾਡਾ ਸਾਰਾ ਆ ਗਿਆ ਜੀ ਜਿਹਦੀ ਆਪਾਂ ਗੱਲ ਕੀਤੀ ਸੀ। ਔਰ ਅਗਲਾ ਪੈਰਾ ਜਿਹੜਾ ਮੈਂ ਦਿੱਤਾ ਉਹ ਮੈਂ ਦਿੱਤਾ ਕਿ ਕਾਲਜ ਸ਼ਾਰਟ ਟਰਮ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਹੈ ਲੋਕਾਂ ਦੀ ਸਟੂਡੈਂਟ ਦੇ ਲਈ, ਜਿਵੇਂ ਕਿ ਵੈਲਿਊ ਐਡਡ ਕੋਰਸਿਸ, ਈ ਫਿਲਿੰਗ ਆਫ ਈ ਰਿਟਰਨ ਐਂਡ ਵੈਲਿਊ ਐਡਡ ਕੋਰਸ ਔਨ ਐਕਸਪੋਰਟ ਅਸਿਸਟੈਂਸ।
ਇਸ ਤਰ੍ਹਾਂ ਦੇ ਜਿਹੜੇ ਕੋਰਸਿਸ ਹੈ ਉਹ ਵੀ ਆਰਗੇਨਾਈਜ਼ ਕਰ ਰਿਹਾ ਔਰ ਜਿਹੜੇ ਪੋਸਟ ਗ੍ਰੈਜੂਏਟ ਸਟੂਡੈਂਟਸ ਹੈ ਔਰ ਜਾਂ BBA ਫਾਈਨਲ ਦੇ ਸਟੂਡੈਂਟਸ ਹੈ ਉਹਨਾਂ ਨੂੰ ਟੀਚਰ ਹੈਲਪ ਕਰਦੇ ਆ ਫॉर ਰਾਈਟਿੰਗ देयर ਪ੍ਰੋਜੈਕਟ ਰਿਪੋਰਟਸ ਔਰ ਉਹ ਸਮਰ ਟ੍ਰੇਨਿੰਗ ਵੀ ਜਾ ਕੇ ਦੂਸਰੀ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਕਰਦੇ ਆ। तो टीचर उन्होंने की गाइड कर दिया अबाउट द वेरियस रिसर्च टूल एंड टेक्निक्स फॉर द इफेक्टिव प्रोजेक्ट राइटिंग। और लास्ट ते जिहड़ा मैं गल कीती है इंडस्ट्री इंस्टीट्यूट इंटरफेस एंड प्लेसमेंट सैल दी, ये भी बच्चों को प्रैक्टिकल नॉलेज दे रहा है रिगार्डिंग मैन्युफैक्चरिंग फाइनेंस मार्केटिंग एंड मॉडर्न मैनेजमेंट प्रैक्टिसेस इन द कॉर्पोरेट फॉर्म। किवें दे रहा जी बाय ऑर्गेनाइजिंग इंडस्ट्रियल विजिट और बहुत सारिया रिपूटेड फॉर्म दे विच असीं इंडस्ट्रियल विजिट कीते ने। और ये जिहड़ा सैल है दैट इज प्लेइंग एडिशनल रोल ऑफ इनफॉर्मेशन सेंटर by giving the greater emphasis on practical training to the students। ਜਦੋਂ ਕਿਤੇ ਕੋਈ ਕੰਪਨੀਆਂ ਆਉਂਦੀਆਂ ਨੇ ਪਲੇਸਮੈਂਟ ਦੇ ਲਈ तो ਜਿਹੜਾ ਇਹ ਸੈੱਲ ਹੈ that helps the student with the arrangement of the pre placement talks, written test, interview and group discussion। तो ਉਹਨਾਂ ਨੂੰ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਜਿਹੜੀਆਂ ਉਹ ਟਾਈਮ ਟੂ ਟਾਈਮ ਦਿੱਤੀਆਂ ਜਾਂਦੀਆਂ ਨੇ ਜਦੋਂ ਕੋਈ ਕੰਪਨੀਆਂ ਵਿਜ਼ਿਟ ਕਰਦੀਆਂ ਨੇ। ਇਹ ਸਾਰੇ ਮੈਂ ਇਨੋਵੇਟਿਵ ਐਕਟੀਵਿਟੀਜ਼ ਦੇ ਵਿੱਚ ਰੱਖਿਆ 3 ਸੈਲਸ बेसिकली मेरे रखे रिसर्च एंड डेवलपमेंट सेल, स्किल डेवलपमेंट सेल और दूसरा हो गया इंडस्ट्री इंस्टीट्यूट इंटरफेस एंड प्लेसमेंट सेल एंड कोर्सेस। ਇਹਦੇ ਇਲਾਵਾ ਇਹਦੀ ਥੋੜੀ ਜਿਹੀ ਨਾ ਉੱਪਰ ਨੀਚੇ ਕਰ ਲਓ, ਇੱਕ ਤਾਂ 500 ਵਰਡ ਦੀ ਲਿਮਿਟ ਦੇਖ ਲਓ ਵੀ ਉਹ ਪੂਰੀ ਹੁੰਦੀ ਹੈ ਇਹਦੀ। ਇਹ 560 ਹੈ ਸਰ, ਮੈਂ 60 ਵਰਡ ਇਹਦੇ ਕੱਟਣੇ ਆ ਬਸ, ਕੱਟਣੇ ਆ। ਤੇ ਹੁਣ ਜਿਹੜਾ ਇਹਦੇ ਵਿੱਚ ਨਾ ਤੁਸੀਂ ਜੇ ਕੁਝ ਹੋਰ ਵੀ 2-4 ਲਾਈਨਸ ਨਾ ਡਿਟੇਲਿੰਗ ਕੱਟਣੀ ਹੈ, ਹੁਣ ਸਿਰਫ ਇੱਕ ਚੀਜ਼ ਤੇ ਫੋਕਸ ਰੱਖ ਲਿਓ ਕਿ ਜਿਹੜੀ ਐਕਟੀਵਿਟੀ ਆਪਾਂ ਉਸ ਦਿਨ ਡਿਸਕਸ ਕੀਤੀ ਸੀ ਕਿ ਕੁਝ ਬੱਚਿਆਂ ਨੇ ਸ਼ੁਰੂ ਕੀਤਾ ਕੰਮ, ਉਹਨਾਂ ਨੇ ਆਪਣੇ ਕੋਲੋਂ ਕੋਈ ਪੈਸਾ ਨਹੀਂ ਲਾਇਆ, ਕਿਸੇ ਦੇ ਪੈਸੇ ਲਾ ਕੇ ਹੀ ਉਹਨਾਂ ਨੇ ਸਾਰਾ ਕੁਝ ਕਰਕੇ ਸਾਰੀ ਚੀਜ਼ ਨੂੰ ਮੈਨੇਜ ਕਰ ਲਿਆ, ਠੀਕ ਹੈ ਨਾ। ਹਾਂ ਮਾਰਕੀਟਿੰਗ ਫੈਸਟ, ਜਿਹੜੀ ਮਾਰਕੀਟਿੰਗ ਫੈਸਟ ਆ ਉਸ ਐਕਟੀਵਿਟੀ ਨੂੰ ਥੋੜਾ ਹਾਈਲਾਈਟ ਕਰ ਦਿਓ, ਠੀਕ ਹੈ। ਜੇ ਬਾਕੀ ਜਿਵੇਂ ਇੰਡਸਟਰੀ ਵਾਲਾ ਤੁਸੀਂ ਲਾ ਰਹੇ ਹੋ ਉਹਨੂੰ ਜੇ ਕੱਟ ਸ਼ਾਰਟ ਵੀ ਕਰ ਦੋਗੇ ਤਾਂ ਵੀ ਚੱਲ ਜਾਏਗਾ, ਟੀਚਿੰਗ ਵਾਲੇ ਪੈਰਾਗ੍ਰਾਫ ਨੂੰ ਕੱਟ ਸ਼ਾਰਟ ਕਰ ਦਿਓ ਚੱਲ ਜਾਏਗਾ। ਆਪਣਾ ਇਨੋਵੇਟਿਵ ਇਕੋਸਿਸਟਮ ਦਾ ਕੀ ਹੈ, ਇੱਕ ਤਾਂ ਇਹ ਚੀਜ਼ ਦਿਖਾਉਣੀ ਕਿ ਅਸੀਂ ਕਿੱਥੇ ਕਿਹੜੇ ਚੀਜ਼ ਕਰ ਰਹੇ ਹਾਂ, ਸੈਕੰਡਲੀ ਕਿ ਉਹਦਾ ਰਿਜ਼ਲਟ ਕੀ ਹੋਇਆ ਕਿ ਅਸੀਂ ਇਹ ਜਿਹੜੀਆਂ ਐਕਟੀਵਿਟੀ ਕਰ ਰਹੇ ਹਾਂ ਸਾਡੇ ਕੁਝ ਬੱਚਿਆਂ ਨੇ ਇਸ ਤਰ੍ਹਾਂ ਦੀਆਂ ਇਨੋਵੇਸ਼ਨਸ ਕੀਤੀਆਂ ਨੇ ਤਾਂ ਕਿ ਉਹ ਤੁਹਾਡੀ ਇਨੋਵੇਸ਼ਨ ਨਜ਼ਰ ਆ ਜਾਵੇ। ਇਹ ਤੁਸੀਂ ਉਹਨਾਂ ਦਾ ਡਿਟੇਲ ਲਾ ਰਹੇ ਹੋ ਜੇ ਇੰਡੈਕਸ ਸਾਰੀਆਂ ਐਕਟੀਵਿਟੀਜ਼ ਦਾ। ਹਾਂਜੀ ਮੈਂ ਤੁਹਾਨੂੰ ਦੱਸਦਾ ਮੈਂ ਕੀ ਲਾਇਆ। ਪਹਿਲਾਂ ਮੈਂ ਕਾਲਜ ਦੀਆਂ ਇਨਫਰਾਸਟ੍ਰਕਚਰ ਫੋਟੋਜ਼ ਲਾਈਆਂ ਜੀ, ਫਿਰ ਮੈਂ ਲਾ ਦਿੱਤੀਆਂ ਜਿਹੜੇ ਵੈਬਸਾਈਟ ਦੇ ਵੈਬ ਲਿੰਕਸ ਹੈ ਫੈਕਲਟੀ ਦੇ, ਫਿਰ ਮੈਂ ਰੋਲਸ ਐਂਡ ਰਿਸਪੌਂਸਿਬਿਲਿਟੀ ਆਫ ਸੈੱਲ, ਜਿਹਨਾਂ ਸੈੱਲਾਂ ਦੀ ਮੈਂ ਗੱਲ ਕੀਤੀ ਉਹਨਾਂ ਦੇ ਕੀ ਰੋਲਸ ਹੈ ਕੀ ਰਿਸਪੌਂਸਿਬਿਲਿਟੀਜ਼ ਨੇ ਮੈਂ ਤੁਹਾਨੂੰ ਦਿਖਾਣਾ ਵੀ ਇੱਕ ਇੱਕ ਕਰਕੇ। ਫਿਰ ਮੈਂ ਲਿਸਟ ਆਫ ਐਕਟੀਵਿਟੀ ਲਾ ਦਿੱਤੀ ਜਿਹੜੀ ਇਹਨਾਂ ਸੈੱਲਸ ਨੇ ਕਰਵਾਈ ਹੈ, ਔਰ ਲਾਸਟ ਤੇ ਮੈਂ ਹਰੇਕ ਐਕਟੀਵਿਟੀ ਦੀ ਰਿਪੋਰਟ ਲਾਈ ਹੈ। ਇਹ ਮੈਂ ਤੁਹਾਨੂੰ ਸਰ 1 ਬਾਏ 1 ਦਿਖਾ ਵੀ ਦਿੰਦਾ। ਆਹ ਪਹਿਲਾਂ ਇਨਫਰਾਸਟ੍ਰਕਚਰ ਦੀਆਂ ਫੋਟੋਜ਼ ਹੋ ਗਈਆਂ ਸਰ, ਇਹਦੇ ਚ ਅਸੀਂ ਪ੍ਰੋਜੈਕਟਰਸ ਦਿਖਾ ਰਹੇ ਹਾਂ ਸਰ ਅਲੱਗ-ਅਲੱਗ ਰੂਮਸ ਦੇ। ਆ ਸਾਡਾ ਕੰਪਿਊਟਰ ਲੈਬ ਹੈਗੀ ਹੈ ਜੀ, ਕੰਪਿਊਟਰ ਲੈਬ ਤੋਂ ਬਾਅਦ ਆ ਵਾਈਫਾਈ ਰਾਊਟਰਸ ਹੈਗੇ, ਸਾਰਾ ਆਪਾਂ ਲਿਖਿਆ ਸੀ ਵੀ ਕਾਲਜ ਸਾਡਾ ਵਾਈਫਾਈ ਇਨੇਬਲਡ ਹੈ। ਆ ਟਾਵਰ ਸਾਡੇ ਕਾਲਜ ਚ ਲੱਗਿਆ ਹੋਇਆ ਵਾਈਫਾਈ ਲਈ। ਲਾਇਬ੍ਰੇਰੀ ਦੀਆਂ ਫੋਟੋਜ਼ ਹੋ ਗਈਆਂ ਸਰ 2-3। ਤੇ ਪਹਿਲਾਂ ਸਾਰਾ ਇਨਫਰਾਸਟ੍ਰਕਚਰ। ਆ ਸਾਡੀ ਕਾਮਰਸ ਲੈਬ ਹੈ ਜੀ, ਕਾਨਫਰੰਸ ਹਾਲ ਜਿੱਥੇ ਅਸੀਂ ਇਨੋਵੇਟਿਵ ਐਕਟੀਵਿਟੀਜ਼ ਕਰਦੇ ਹਾਂ, ਮੀਟਿੰਗਸ ਕਰਦੇ ਹਾਂ, ਸੈਮੀਨਾਰ ਹਾਲ ਜਿੱਥੇ ਅਸੀਂ ਅਲੱਗ-ਅਲੱਗ ਮੀਟਿੰਗ। ਆ ਗਈ ਸਾਡੀ ਸਰ ਵੈਬ ਲਿੰਕਸ ਟੀਚਰ ਦੇ ਵੈਬਸਾਈਟ ਦੇ, ਇਹਦੇ ਵਿੱਚ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਸਟੂਡੈਂਟ ਜਿਹੜਾ ਉਹ ਲੈ ਸਕਦਾ, ਕਦੇ ਵੀ ਕਿਸੇ ਟੀਚਰ ਦਾ ਵੈਬਸਾਈਟ ਜਿਹੜੀ ਖੋਲ ਕੇ ਸਾਰਿਆਂ ਦੇ ਵੈਬਸਾਈਟ ਲਿੰਕਸ ਆ ਗਏ। ਆ ਗਈ ਸਰ ਰੋਲਸ ਐਂਡ ਰਿਸਪੌਂਸਿਬਿਲਿਟੀ, ਜਿਹਨਾਂ ਸੈਲਸ ਦੀ ਮੈਂ ਗੱਲ ਕੀਤੀ ਹੈ, ਸੈਲਸ ਦੀ ਕੰਪੋਜੀਸ਼ਨ ਵੀ ਦੱਸ ਦਿੱਤੀ ਹੈ, ਕਿਹੜੇ ਟੀਚਰ ਉਹਦੇ ਅੰਦਰ ਹੈਗੇ ਆ ਪ੍ਰੈਜ਼ੈਂਟ ਕੰਪੋਜੀਸ਼ਨ, ਔਰ ਉਹ ਕੀ ਰੋਲ ਪਲੇ ਕਰਦਾ। ਆ ਜਿਹੜਾ ਪਹਿਲਾ ਸੀ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਹੈ, ਆ ਦੂਜਾ ਹੋ ਗਿਆ ਸਰ ਸਕਿੱਲ ਡਿਵੈਲਪਮੈਂਟ ਸੈੱਲ, ਇਹਨਾਂ ਦੇ ਕੀ ਰੋਲਸ ਹੈ, ਔਰ ਤੀਸਰਾ ਹੋ ਗਿਆ ਸਰ ਇੰਸਟੀਚਿਊਟ ਇੰਟਰਫੇਸ ਐਂਡ ਪਲੇਸਮੈਂਟ ਸੈੱਲ, ਇਹਨਾਂ ਦੇ ਕੀ ਰੂਲਸ ਹੈ। ਉਹਦੇ ਬਾਅਦ ਆ ਗਈਆਂ ਸਰ ਇਹਨਾਂ ਸੈਲਸ ਨੇ ਕਿਹੜੇ ਐਕਟੀਵਿਟੀਜ਼ ਕੀਤੀਆਂ ਨੇ। ਇਹ ਸਾਰੀਆਂ ਡੇਟ ਵਾਈਜ਼ ਮੈਂ ਐਕਟੀਵਿਟੀਜ਼ ਸੈਸ਼ਨ ਵਾਈਜ਼ ਐਂਡ ਡੇਟ ਵਾਈਜ਼ ਸਾਰੀਆਂ ਦੇ ਦਿੱਤੀਆਂ ਸਰ। ਸੈਸ਼ਨ 19-20 ਦੀਆਂ ਹੋ ਗਈਆਂ, ਸੈਸ਼ਨ 18-19 ਦੀਆਂ ਹੋ ਗਈਆਂ ਸਰ, ਸੈਸ਼ਨ 17-18 ਦੀਆਂ, 16-17, ਔਰ ਉਹਦੇ ਬਾਅਦ ਮੈਂ ਸੈਸ਼ਨ ਵਾਈਜ਼ ਰਿਪੋਰਟਸ ਦੇ ਦਿੱਤੀਆਂ 20-21 ਤੋਂ ਸ਼ੁਰੂ ਕਰਕੇ ਸਰ। ਅੱਜ ਜਿਵੇਂ ਆਨਲਾਈਨ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੀ ਰਿਪੋਰਟ ਚੱਲ ਰਹੀ ਹੈ ਸਰ, ਇਸੇ ਤਰ੍ਹਾਂ ਤੁਹਾਡੀ ਮਾਰਕੀਟਿੰਗ ਫੈਸ ਦੀ ਰਿਪੋਰਟ ਆ ਜਾਏਗੀ ਸਰ। ਡਿਟੇਲ ਰਿਪੋਰਟ ਜਿਹੜੀਆਂ ਅਸੀਂ ਬਣਾਈਆਂ ਹੋਈਆਂ ਨੇ ਸਾਰੀਆਂ ਐਜ਼ ਪਰ ਦਾ ਸੈਟ ਕ੍ਰਾਈਟੇਰੀਆ। ਕੱਲ ਰਿਸ਼ੀਕੇਸ਼ ਸਰ ਨੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਜੀ।
ਇਹ ਜੀ ਇਹ ਠੀਕ ਜਿੰਨੀਆਂ ਹੈ ਸਾਰਾ, activities ਇਟਸ ਓਕੇ। ਜਿੱਥੇ ਤੁਸੀਂ ਪਹਿਲਾਂ ਇਨਫਰਾਸਟ੍ਰਕਚਰ ਦੀਆਂ ਲਾਈਆਂ ਨੇ ਉਹਨਾਂ ਨੂੰ ਥੋੜਾ ਜਿਹਾ ਕੱਟ ਸ਼ਾਟ ਵੀ ਕਰ ਸਕਦੇ ਹੋ। ਠੀਕ ਹੈ ਜੀ। ਉਹ ਤੁਸੀਂ ਜੇ ਇੱਕ ਪੇਜ ਤੇ ਵੀ ਲਾ ਕੇ ਨਾ 3-4 ਫੋਟੋਗ੍ਰਾਫ ਲਾ ਕੇ ਇਕੱਠੀਆਂ ਵੀ ਕਰ ਦਿਓ ਤਾਂ ਵੀ ਠੀਕ ਹੈ, ਕਿਉਂਕਿ ਪਹਿਲਾਂ ਇਨਫਰਾਸਟ੍ਰਕਚਰ ਦੇਖਣ ਨਾਲ ਆਹ ਚੀਜ਼ਾਂ ਪਿੱਛੋਂ ਥੋੜ੍ਹੀਆਂ ਜਿਹੀਆਂ ਵੀਕ ਹੋ ਜਾਂਦੀਆਂ ਨੇ। ਜੇ ਆਪਾਂ ਸਰ ਪੈਰੇ ਦੇ ਵਿੱਚ ਇਹਨਾਂ ਦਾ ਸੀਕੁਐਂਸ ਚੇਂਜ ਕਰਾਂਗੇ ਤਾਂ ਆਪਾਂ ਇੱਥੇ ਵੀ ਸੀਕੁਐਂਸ ਚੇਂਜ ਕਰ ਦਿਆਂਗੇ ਫਿਰ। ਸਰ ਕਰ ਸਕਦੇ ਹਾਂ, ਮੈਂ ਤਾਂ ਹੀ ਕਹਿ ਰਿਹਾ ਜਦੋਂ ਤੁਸੀਂ ਉਹ ਐਕਟੀਵਿਟੀਜ਼ ਨੂੰ ਮੇਨ ਨੂੰ ਹਾਈਲਾਈਟ ਕਰਨਾ ਨਾ ਜਿੱਥੇ ਇਨੋਵੇਸ਼ਨ ਹੋਈ ਹੈ। ਸੈਕੰਡਲੀ ਜਿਹੜਾ ਇਨਫਰਾਸਟ੍ਰਕਚਰ ਉਹਦੇ ਵਾਸਤੇ ਜਿਵੇਂ ਇੱਕ ਲਾਈਨ ਵੀ ਜੇ ਅਸੀਂ ਇਨੋਵੇਸ਼ਨ ਸੈੱਲ ਬਣਾਇਆ ਹੋਇਆ ਹੈ, ਅਲੱਗ-ਅਲੱਗ ਸੈੱਲ ਹੀ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਪ੍ਰੋਪਰਲੀ ਮੀਟਿੰਗ ਆਰਗੇਨਾਈਜ਼ ਕਰਨ ਲਈ ਅਸੀਂ ਕੀ ਕਰਦੇ ਹਾਂ, ਪ੍ਰੋਪਰਲੀ ਅਲੱਗ ਤੋਂ ਰੂਮ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਹੋਇਆ, ਤੇ ਉਹ ਮੀਟਿੰਗ ਦੀਆਂ ਪ੍ਰੋਸੀਡਿੰਗ ਵੀ ਲਾ ਸਕਦੇ ਹੋ ਤੁਸੀਂ ਜੇ ਮੀਟਿੰਗ ਦੀਆਂ ਪ੍ਰੋਸੀਡਿੰਗ ਕੁਝ ਹੈਗੀਆਂ ਤੁਹਾਡੇ ਕੋਲ। ਜਿਹੜੀਆਂ ਤੁਹਾਡੀਆਂ ਤੁਸੀਂ ਮੈਂਸ਼ਨ ਕੀਤਾ ਨਾ ਅਲੱਗ-ਅਲੱਗ ਸੈੱਲ ਦੇ ਥਰੂ ਅਸੀਂ ਮੀਟਿੰਗਸ ਕਰਦੇ ਆ, ਉਹ ਮੀਟਿੰਗਸ ਨੂੰ ਸਰ ਕਿਤੇ ਨਾ ਕਿਤੇ ਉਹਦਾ ਸੈਂਪਲ ਵੀ ਲਾ ਸਕਦੇ ਹੋ। ਸਾਰੀਆਂ ਲਾਉਣ ਦੀ ਲੋੜ ਨਹੀਂ ਹੈਗੀ, 1-2 ਸੈਂਪਲ ਲਗਾ ਸਕਦੇ ਹੋ। ਠੀਕ ਹੈ ਜੀ। ਬਾਕੀ ਇਨਫਰਾਸਟ੍ਰਕਚਰ ਨੂੰ ਸਿਰਫ 1-2 ਸਲਾਈਡ ਤੇ ਕਰ ਲਿਓ, ਠੀਕ ਹੈ ਜੀ, 1-2 ਪੇजेस ਤੇ। ਇਨਫਰਾਸਟ੍ਰਕਚਰ ਥੋੜਾ ਘਟਾ ਦਿਆਂ ਸਰ। ਹਾਂ ਬਿਲਕੁਲ ਬਿਲਕੁਲ, ਬਾਕੀ ਠੀਕ ਹੈ ਸਰ, ਤੁਹਾਡੀ ਹਰ ਇੱਕ ਰਿਪੋਰਟ ਆਪ ਡਿਟੇਲ ਸਰ ਇਹ ਸਾਰਾ ਓਕੇ ਹੈ ਜੀ, ਐਕਟੀਵਿਟੀ ਸੈੱਲ ਦੀ ਡਿਟੇਲ ਐਂਡ ਠੀਕ ਹੈ ਸਰ। ਬਸ ਇਹਨੂੰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਥੋੜਾ ਜਿਹਾ ਰੀਫਰੇਮ ਕਰ ਲਿਓ, ਤੇ ਜਿਹੜੀ ਆਪਣੀ ਮੇਨ ਐਕਟੀਵਿਟੀ 1 ਜਾਂ 2 ਐਕਟੀਵਿਟੀ ਜਿਵੇਂ ਉਸ ਦਿਨ ਤੁਸੀਂ ਦੇਖੋ ਸਰ, ਸਭ ਤੋਂ ਵੱਡੀ ਸਟਰੈਂਥ ਤੁਹਾਨੂੰ ਤੁਹਾਡੇ ਕਾਲਜ ਦੀ ਪਤਾ। ਜਿਵੇਂ ਉਸ ਦਿਨ ਤੁਸੀਂ ਇੱਕ ਗੱਲ ਸ਼ੇਅਰ ਕੀਤੀ ਕਿ ਸਾਡੇ ਬੱਚਿਆਂ ਨੇ ਇਹ ਕੰਮ ਕੀਤਾ, ਹੁਣ ਸਾਨੂੰ ਦੇਖਣ ਨੂੰ ਉਹ ਬਹੁਤ ਵੱਡਾ ਕੰਮ ਲੱਗਦਾ ਕਿ ਜਿਹੜੇ ਤੁਹਾਡੇ ਬੱਚਿਆਂ ਨੇ ਤੁਹਾਡੇ ਕੋਲੋਂ ਸਿੱਖ ਕੇ ਤੁਹਾਡੇ ਉਹਦੀ ਪ੍ਰੋਸੈਸ ਨੂੰ ਅਪਲਾਈ ਕਰਦੇ ਹੋਏ ਲੋਕਾਂ ਦੀ ਇਨਵੈਸਟਮੈਂਟ ਕਰਵਾਈ, ਇਨਵੈਸਟਮੈਂਟ ਕਰਾ ਕੇ ਦੇਖੋ ਅੱਛਾ ਇਨਵੈਸਟਰ ਉਹੀ ਹੁੰਦਾ ਨਾ ਜਿਹੜੇ ਜਿੰਨੇ ਕੰਸਲਟੈਂਟ ਹੁੰਦੇ ਨੇ ਕਿ ਆਪਣਾ ਪੈਸਾ ਲਾਏ ਤੋਂ ਬਿਨਾਂ ਵੀ ਉਹ ਪੈਸਾ ਕਮਾ ਲਵੇ, ਨਾਲ ਦੀ ਨਾਲ ਸਾਰੇ ਇਨਵੈਸਟਰਸ ਨੂੰ ਪੈਸਾ ਕਮਾ ਕੇ ਦੇਤਾ, ਖੁਦ ਉਹਨੇ ਪੈਸਾ ਕਮਾ ਲਿਆ, ਦੈਨ ਨੋ ਵਨ ਵਿਲ ਬਲੇਮ ਹਿਮ ਕਿ ਤੂੰ ਆਪਣਾ ਪੈਸਾ ਲਾਏ ਬਿਨਾਂ ਸਾਡਾ ਪੈਸਾ ਲਵਾਤਾ। ਜੇ ਉਹਨੇ ਇਦਾਂ ਦੀ ਇਨੋਵੇਸ਼ਨ ਕੀਤੀ ਆ ਤਾਂ ਇਟ ਇਜ਼ ਦਾ ਰਿਜ਼ਲਟ ਆਫ ਯੂਰ ਐਕਟੀਵਿਟੀਜ਼। ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਤੁਹਾਨੂੰ ਹੋਰ ਐਕਟੀਵਿਟੀ ਤੁਹਾਡੇ ਕਾਲਜ ਦੀਆਂ ਮਿਲਦੀਆਂ ਨੇ, ਤੁਸੀਂ ਉਹਨਾਂ ਨੂੰ ਇੱਕ ਵਾਰ ਮਾਈਂਡ 'ਚ ਬੈਠ ਕੇ ਬ੍ਰੇਨਸਟੋਰਮਿੰਗ ਕਰਕੇ ਉਹਨਾਂ ਨੂੰ 1-2 ਨੂੰ ਹਾਈਲਾਈਟ ਕਰ ਦਿਓ। ਜਿਵੇਂ ਇੱਕ ਐਕਟੀਵਿਟੀ ਆਪਾਂ 2-3 ਵਾਰੀ ਡਿਸਕਸ ਕਰ ਲਈ, ਹੋ ਸਕਦਾ ਇਦਾਂ ਦੀ ਐਕਟੀਵਿਟੀ ਤੁਹਾਡੀ ਕੋਈ ਹੋਰ ਵੀ ਹੋਵੇ। ਮੇਨ ਪਰਪਸ ਕੀ ਹੈ ਇਨੋਵੇਸ਼ਨ ਐਂਡ ਈਕੋ ਸਿਸਟਮ ਦਾ, ਕਿ ਮਾਹੌਲ ਅਸੀਂ ਇਨਵਾਇਰਨਮੈਂਟ ਕਿਸ ਤਰ੍ਹਾਂ ਦਾ ਪ੍ਰੋਵਾਈਡ ਕਰਦੇ ਹਾਂ, ਬੱਚਿਆਂ ਨੂੰ ਓਪਰਚੁਨਿਟੀਜ਼ ਕਿਸ ਤਰ੍ਹਾਂ ਦੀ, ਉਹਦਾ ਆਊਟਪੁੱਟ ਕੀ ਨਿਕਲ ਰਿਹਾ, ਦੈਟ ਇਜ਼ ਮੋਰ ਇੰਪੋਰਟੈਂਟ। ਠੀਕ ਹੈ ਸਰ। ਠੀਕ ਹੈ ਸਰ। ਠੀਕ ਹੈ ਜੀ। ਓਕੇ ਜੀ, ਨੈਕਸਟ ਸਰ। 3.2.2 sir, number of workshop and seminar conducted on the research methodology, intellectual property right and entrepreneurship। तो ਇਹਦੇ ਵਿੱਚ ਸਾਡੇ ਕੋਲ 23 ਟੋਟਲ ਅਸੀਂ ਕੀਤੇ ਨੇ ਸਰ। ਵੈਰੀ ਗੁੱਡ ਵੈਰੀ ਗੁੱਡ। ਹਾਂਜੀ, ਮੈਂ ਇਹਦਾ ਤੁਹਾਨੂੰ ਟੈਂਪਲੇਟ ਵੀ ਦਿਖਾ ਦਿੰਦਾ ਔਰ ਲਿਸਟ ਆਫ ਦਾ ਵਰਕਸ਼ਾਪ, ਦਿਸ ਇਜ਼ ਦਾ ਲਿਸਟ ਆਫ ਦਾ ਵਰਕਸ਼ਾਪ। ਇਹ ਅਸੀਂ ਵੀਕ ਕੀ ਦੇ ਵਿੱਚ ਸਰ ਬਹੁਤ ਜ਼ਿਆਦਾ ਕਰਵਾਇਆ ਜੀ, ਸਪੈਸ਼ਲੀ ਇਹਨਾਂ ਹੀ ਟੌਪਿਕ ਦੇ ਉੱਪਰ। ਆ ਹੈ ਸਾਡੀ ਸਰ ਲਿਸਟ 2020 ਦੀ ਵੈਬਿਨਾਰ, ਔਰ ਇਹਦਾ ਸਰ ਲਿੰਕ ਫਰਮ ਦਾ ਐਕਟੀਵਿਟੀ ਰਿਪੋਰਟ ਔਨ ਦਾ ਵੈਬਸਾਈਟ, ਕੱਲੇ ਦਾ ਰਿਪੋਰਟ ਦਾ ਅਸੀਂ ਲਿੰਕ ਦਿੱਤਾ ਹੋਇਆ ਜੀ। ਨੰਬਰ ਆਫ ਪਾਰਟਿਸਿਪੈਂਟ ਵੀ ਲਿਖੇ ਹੋਏ ਨੇ, ਡੇਟ ਵੀ ਲਿਖੀ ਹੋਈ ਹੈ, ਔਰ ਕੱਲੇ ਦਾ ਲਿੰਕ ਜਿਹੜਾ ਹੈ ਐਜ਼ ਪਰ ਟੈਂਪਲੇਟ ਥੀਸ ਆਰ ਦਾ ਮੇਨ ਥਿੰਗਸ ਐਂਡ ਯੂ ਹੈਵ ਕੰਪਲੀਟਡ ਇਟ। ਹਾਂਜੀ ਹਾਂਜੀ ਸਰ। ਔਰ ਇਹਦੇ ਵਿੱਚ ਸਰ ਇੱਕ ਚੀਜ਼ ਹੈ ਕਿ ਜਿਹੜੀ ਸਾਡੀ ਵੈਬਸਾਈਟ ਹੈ ਉਹ ਬਹੁਤ ਪੁਰਾਣੀ ਨਹੀਂ ਹੈਗੀ, 2016-17 2017-18 ਦੇ ਵਿੱਚ ਸਾਡੀ ਵੈਬਸਾਈਟ ਨਹੀਂ ਸੀ ਹੈਗੀ, ਤੇ ਜਿਹੜੀਆਂ 2020-21 ਦੇ ਜਿੰਨੀਆਂ ਵੀ ਐਕਟੀਵਿਟੀਜ਼ ਨੇ ਉਹ ਸਾਰੀਆਂ ਵੈਬਸਾਈਟ ਤੇ ਪਾਈਆਂ ਹੋਈਆਂ ਨੇ, ਲੇਕਿਨ ਉਹ ਵਾਲੀਆਂ ਵੈਬਸਾਈਟ ਤੇ ਨਹੀਂ ਸੀ ਹੈਗੀਆਂ। ਫਿਰ ਮੈਂ ਉਹਨਾਂ ਦੇ ਕੀ ਕੀਤਾ ਕਿ ਰਿਪੋਰਟ ਦੇ ਇੰਡੀਵਿਜੂਅਲ PDF ਬਣਾ ਲਏ ਸਰ, ਤੇ ਉਹਨਾਂ ਦੇ ਲਿੰਕ ਹੈ, ਕੋਈ ਰਿਪੋਰਟ ਦੇ ਇੰਡੀਵਿਜੂਅਲ PDF ਹੈ ਉਹਦੇ ਉੱਤੇ ਪਾ ਦਿਆਂਗਾ ਵੈਬਸਾਈਟ ਤੇ। ਆਈ ਥਿੰਕ ਤੁਹਾਡਾ ਵੈਬਸਾਈਟ ਦਾ ਕੰਮ ਸ਼ੁਰੂ ਹੋਇਆ ਹੀ ਹੋਇਆ, ਹੁਣ ਉਹਦੇ 'ਚ ਤੁਸੀਂ ਐਕਸਟੈਂਸ਼ਨ ਕਰ ਰਹੇ ਹੋ, ਉਹਦੀ ਸਪੇਸ ਵੀ ਵਧਾ ਰਹੇ ਹੋ, ਦੈਨ ਤੁਸੀਂ ਇਹ ਸਾਰੀਆਂ PDF ਅਗੇਨ ਉੱਥੇ ਪਾ ਦਿਆਂ, ਵੈਬਸਾਈਟ ਤੇ ਪਾ ਕੇ ਲਿੰਕ ਇੱਥੇ ਅਪਡੇਟ ਕਰੋ। ਠੀਕ ਹੈ। ਫਿਲਹਾਲ ਇਹ ਸਾਰੀਆਂ ਮੇਰੀ ਗੂਗਲ ਡਰਾਈਵ 'ਚ ਪਈਆਂ ਨੇ ਜੀ, ਉਹਦੇ ਵਿੱਚ ਆਪਾਂ ਇਹਨੂੰ ਕੱਲੀ ਨੂੰ ਖੋਲ ਕੇ ਕੱਲੀ ਦੀ ਰਿਪੋਰਟ ਦੇਖ ਸਕਦੇ ਹਾਂ। ਓਕੇ ਜੀ, ਓਕੇ ਓਕੇ। ਇਹ ਸਾਰੀਆਂ ਵੈਬਸਾਈਟ ਤੇ। ਇਹਦੇ ਬਾਅਦ ਸਰ ਇਹਦਾ ਹੀ ਉਹਨਾਂ ਨੇ ਮੰਗਿਆ ਹੋਇਆ ਸੀ, ਆਪਾਂ ਪਹਿਲਾਂ ਇੰਡੀਵਿਜੂਅਲ ਰਿਪੋਰਟ ਵੀ ਦੇ ਦਿੱਤੀਆਂ, ਹੁਣ ਇੱਥੇ ਆਪਾਂ ਇਹਦਾ ਇੱਕ ਕੰਬਾਈਲਡ ਰਿਪੋਰਟ ਤਿਆਰ ਕੀਤੀ ਹੈ ਸਰ। ਉਹਨੇ ਲਿਖਿਆ ਰਿਪੋਰਟ ਆਫ ਦਾ ਇਵੈਂਟ। ਆਪਾਂ ਇਹ ਸਾਰੇ ਦਾ ਸਾਰਾ ਵਰਡ ਡਾਕੂਮੈਂਟ ਤਿਆਰ ਕੀਤਾ ਸਰ, ਕੱਲੀ ਰਿਪੋਰਟ ਦਾ, ਜਿੰਨੇ ਵੀ ਇਵੈਂਟ ਆਪਾਂ ਇਹਦੇ ਵਿੱਚ ਮੈਂਸ਼ਨ ਕਰ ਰਹੇ ਸੈਸ਼ਨ ਵਾਈਜ਼। ਆ ਹੋ ਗਿਆ ਸਰ ਸੈਸ਼ਨ 20 ਤੋਂ ਸ਼ੁਰੂ ਕਰਕੇ ਆ ਦੇਖੋ, ਆ ਸਭ ਨੂੰ ਪਹਿਲਾਂ ਵੈਬਿਨਾਰ ਔਨ ਥੀਮ, ਇਹਦਾ ਸੀਕੁਐਂਸ ਉਹੀ ਹੈ ਜਿਹੜਾ ਸੀਕੁਐਂਸ ਟੈਂਪਲੇਟ ਦਾ ਸੀ, ਵੈਬਿਨਾਰ ਔਨ ਥੀਮ ਇਨੋਵੇਸ਼ਨ ਐਂਡ ਇੰਟੈਲੈਕਚੁਅਲ ਪ੍ਰੋਪਰਟੀ ਪ੍ਰੈਕਟਿਸਿਸ। ਆ ਤੁਹਾਡੇ ਨਾਲ ਹੀ ਕੀਤਾ ਸੀ ਅਸੀਂ, ਜਿਹੜਾ ਤੁਹਾਡੇ ਕਾਲਜ ਦਾ ਮੈਂਟਰ ਮੈਂਟੀ ਵਾਲਾ। ਹਾਂਜੀ ਹਾਂਜੀ ਹਾਂਜੀ। ਮੈਂ ਇਹਦੀ ਰਿਪੋਰਟ ਆਪ ਬਣਾ ਲਈ ਸੀ ਸਰ,
ਤੁਹਾਡੀ ਵੈਬਸਾਈਟ ਤੋਂ ਡਾਟਾ ਲੈ ਕੇ ਨਾ, ਸਾਰੀਆਂ ਫੋਟੋਜ਼ ਲੈ ਕੇ ਬਸ ਮੈਂ ਠੀਕ ਹੈ, ਫਾਈਨ ਸਰ। ਹਾਂ, ਮੈਂ ਇਹਦੀ ਪ੍ਰੋਪਰ ਰਿਪੋਰਟ ਤਿਆਰ ਕਰਤੀ ਸੀ। ਬਹੁਤ ਵਧੀਆ ਸਰ, ਬਹੁਤ ਵਧੀਆ, ਗੁੱਡ। ਉਹਦੇ ਬਾਅਦ ਅੱਗੇ ਜਿਹੜੇ 23 ਦੀਆਂ 23 ਰਿਪੋਰਟਸ ਜਿਹੜੀਆਂ ਸਰ ਉਸੇ ਸੀਕੁਐਂਸ ਦੇ ਵਿੱਚ ਚੱਲ ਰਹੀਆਂ। ਹੁਣ ਆਪਾਂ ਰਿਪੋਰਟ ਦੋ ਤਰ੍ਹਾਂ ਨਾਲ ਦੇਤੀਆਂ, ਇੰਡੀਵਿਜੂਅਲ ਰਿਪੋਰਟ ਵੀ ਦੇਤੀਆਂ, ਇੰਡੀਵਿਜੂਅਲ ਲਿੰਕਸ ਵੀ, ਔਰ ਸਾਰੀਆਂ ਰਿਪੋਰਟ ਕੰਪਾਈਲ ਕਰਕੇ ਵੀ ਉਹਨਾਂ ਨੂੰ ਇੱਕ ਵਰਡ ਡਾਕੂਮੈਂਟ ਦੇ ਵਿੱਚ ਇਹਦਾ ਪੀਡੀਐਫ ਬਣਾ ਦਿਆਂਗੇ ਸਰ। ਇਹਦਾ ਪੀਡੀਐਫ ਬਣਾ ਕੇ ਆਪਾਂ ਉਹਦੀ ਵੈਬਸਾਈਟ ਤੇ ਪਾ ਦਾਂਗੇ। ਬਹੁਤ ਵਧੀਆ, ਤੁਹਾਡਾ 120 ਪੇਜ ਦਾ ਡਾਕੂਮੈਂਟ ਬਣ ਗਿਆ ਹੈ 120 ਪੇजेस ਦਾ। ਇਹ ਵੀ ਸਾਡਾ ਕਾਫੀ ਸਟਰੋਂਗ ਹੋ ਗਿਆ ਸਰ। ਇਹ ਵੀ ਮੈਂ ਦੇਖਿਆ ਬਾਕੀ ਕਾਲਜਾਂ ਦਾ ਬੜਾ ਕਮਜ਼ੋਰ ਹੈ ਸਰ। ਨਹੀਂ, ਇਹ ਤੁਹਾਡਾ ਦੇਖੋ, ਤੁਹਾਡਾ ਫੈਕਟ ਬੇਸ ਹਰ ਇੱਕ ਚੀਜ਼ ਦਾ ਤੁਹਾਡਾ ਪ੍ਰੂਫ ਹੋ ਗਿਆ। ਮੋਰ ਓਵਰ ਤੁਹਾਡਾ ਗੁੱਡ ਨੰਬਰ ਆਫ ਵਰਕਸ਼ਾਪਸ ਹੋ ਗਈਆਂ। ਸੋ 3.2.2 ਇਜ਼ ਅ ਗੁੱਡ, ਵੀ ਕੈਨ ਐਕਸਪੈਕਟ ਮੈਕਸਿਮਮ ਮਾਰਕਸ ਇਨ ਦਿਸ। ਪਹਿਲਾਂ ਨਾ ਸਰ ਪਿਛਲੇ ਵਿੱਚ ਇਹਦੀ ਇੱਕ ਲਿਮਿਟ ਹੁੰਦੀ ਸੀ ਵੀ ਆਈਪੀਆਰ ਹੀ ਸੀ ਗੱਲਾਂ। ਜਦੋਂ ਦਾ ਇਹਨਾਂ ਨੇ ਐਂਟਰਪ੍ਰੀਨਿਓਰਸ਼ਿਪ ਐਡ ਕਰ ਦਿੱਤਾ, ਰਿਸਰਚ ਮੈਥੋਡੋਲੋਜੀ ਕਰਤਾ, ਇਹਦਾ ਥੋੜਾ ਜਿਹਾ ਦਾਇਰਾ ਵੱਧ ਗਿਆ ਸਰ। ਬਿਲਕੁਲ ਦਾਇਰਾ ਵੱਧ ਗਿਆ ਇਹਦਾ, ਬਿਲਕੁਲ। ਇਹ ਚੀਜ਼ ਐਡੀਸ਼ਨ ਹੋਈ ਸੀ ਸਰ, ਜਿਹਦਾ ਅਸੀਂ ਫਾਇਦਾ ਲਿਆ ਪੂਰਾ। ਗੁੱਡ ਜੀ, ਗੁੱਡ। ਸਰ ਜਿਹੜਾ 3.3.1 ਹੈ, ਇਹ ਉਹਦੀ ਹੀ ਆਪਾਂ ਪਹਿਲਾਂ ਜਿਹੜਾ ਪੁਆਇੰਟ ਡਿਸਕਸ ਕੀਤਾ ਸੀ ਕਿ ਕਿੰਨੇ ਤੁਹਾਡੇ ਕੋਲ ਪੀਐਚਡੀ ਰਿਸਰਚ ਗਾਈਡ ਹੈ। ਇਹ ਹੁਣ ਇਹ ਪੁੱਛ ਰਿਹਾ ਕਿ ਤੁਹਾਡੇ ਕੋਲ ਅੱਗੇ ਸਟੂਡੈਂਟ ਕਿੰਨੇ ਆ, ਕਿੰਨੇ ਐਨਰੋਲ ਕਰਾਏ ਆ, ਕਿਹੜੇ ਈਅਰ 'ਚ ਹੈ, ਉਹਨਾਂ ਦਾ ਥੀਸਿਸ ਦੇ ਉਹਨਾਂ ਦੀ ਡਿਟੇਲ ਦਿਓ। ਜੇ ਆਪਾਂ ਉਹਨੂੰ ਆਪਟ ਕਰਾਂਗੇ, ਉਹਨੂੰ ਆਪਾਂ ਡਿਲੀਟ ਕਰਦੇ ਹਾਂ, ਤਾਂ ਇਹਨੂੰ ਫਿਰ ਅਸੀਂ ਡਿਲੀਟ ਕਰਨ ਦੀ ਸੋਚ ਰਹੇ ਹਾਂ। ਤਾਂ ਹੀ ਫਿਰ ਦੋਨੋਂ ਡਿਲੀਟ ਹੋ ਜਾਣਗੇ। ਹਾਂ, ਤਾਂ ਹੀ ਕਹਿ ਰਿਹਾ ਵੀ ਇਸ ਕਰਕੇ ਜੇ ਆਪਾਂ ਉਹਨੂੰ ਇੱਕ ਨੂੰ ਉੱਥੋਂ ਡਿਲੀਟ ਕਰਾਂਗੇ, ਨਾਲ ਇਹ ਵੀ ਉੜ ਗਿਆ, ਇਹ ਵੀ ਡਿਲੀਟ ਹੋਗਾ। ਬਸ ਆਪਾਂ ਟੋਟਲ 10 ਨੰਬਰ ਡਿਲੀਟ ਕਰ ਸਕਦੇ ਹਾਂ। 5 ਨੰਬਰ ਦਾ ਉਹ ਤੇ 5 ਨੰਬਰ ਦਾ ਇਹ ਸਰ। ਆਪਾਂ ਆਹੀ ਦੋ ਸੋਚਿਆ, ਹੋਰ ਕੋਈ ਨਹੀਂ। ਕੋਈ ਗੱਲ ਨਹੀਂ, ਤੁਸੀਂ ਇਹਨਾਂ ਦੋਨਾਂ ਨੂੰ ਲਿਸਟਡ ਕਰ ਲਓ। ਜੇ ਆਪਾਂ ਨੂੰ ਲੱਗਿਆ ਕਿ ਤਾਂ ਹੋਰ ਆਪਾਂ ਨੂੰ ਬਹੁਤਾ ਲਾਸ ਹੋ ਰਿਹਾ, ਫਿਰ ਆਪਾਂ ਇਹ ਭਰ ਲਾਂਗੇ, ਅਦਰਵਾਈਜ਼ ਇਹਨੂੰ ਆਪਾਂ ਖਾਲੀ ਰੱਖ ਛੱਡਿਆ ਹੈ। ਠੀਕ ਨੇ, ਡਾਟਾ ਜ਼ਰੂਰ ਇਕੱਠਾ ਕਰ ਲਓ ਤੁਸੀਂ ਇਹਦਾ, ਜਿਹੜਾ ਹੈਗਾ, ਜਿਹੜੇ ਸਰ ਦੇ ਸਟੂਡੈਂਟ ਹੈਗੇ ਨੇ, ਡਾਟਾ ਜ਼ਰੂਰ ਲੈ ਲਓ। ਠੀਕ ਹੈ ਜੀ। ਨੈਕਸਟ ਆ ਗਿਆ ਜੀ 3.3.2 ਨੰਬਰ ਆਫ ਰਿਸਰਚ ਪੇਪਰ। ਤੋਂ ਸਾਡੇ ਕੋਲ 60 ਰਿਸਰਚ ਪੇਪਰ ਬਣਦੇ ਪਏ ਸਰ 2021 ਤੋਂ ਲੈ ਕੇ 2016-17 ਚ। ਔਰ ਮੈਂ ਜੋ ਇਹਦਾ ਐਜ਼ ਪਰ ਟੈਂਪਲੇਟ ਹੈ, ਸੈਟ ਟੈਂਪਲੇਟ ਹੈ, ਇਹਦੇ ਤੇ ਕਾਫੀ ਮਿਹਨਤ ਲੱਗੀ ਸਾਡੀ ਸਰ। ਤੁਹਾਨੂੰ ਦਿਖਾਉਣਾ ਟੈਂਪਲੇਟ ਦੇ। ਇਹਦੇ ਵਿੱਚ ਦੋ ਤਰ੍ਹਾਂ ਦੇ ਲਿੰਕਸ ਨੇ ਸਰ। ਇੱਕ ਤਾਂ ਸੀ ਜਿਹੜਾ ਜਰਨਲ ਹੈ ਉਹਦੀ ਵੈਬਸਾਈਟ ਦਾ ਲਿੰਕ ਹੈ, ਆ ਤੁਸੀਂ ਦੇਖ ਸਕਦੇ ਹੋ। ਟਾਈਟਲ ਆਫ ਦਾ ਪੇਪਰ, ਨੇਮ ਆਫ ਦਾ ਆਥਰ, ਡਿਪਾਰਟਮੈਂਟ ਹੋ ਗਿਆ, ਜਰਨਲ ਹੋ ਗਿਆ, ਈਅਰ ਹੋ ਗਿਆ, ਆਈਸੀਐਸ ਨੰਬਰ। ਆ ਜਿਹੜੇ ਆ ਲਿੰਕ ਟੂ ਦਾ ਵੈਬਸਾਈਟ ਆਫ ਜਰਨਲ, ਹਰੇਕ ਜਰਨਲ ਦੀ ਵੈਬਸਾਈਟ ਦਾ ਲਿੰਕ, ਔਰ ਜਾਂ ਤਾਂ ਉਸ ਜਰਨਲ ਦਾ ਜਿਹੜਾ ਪੇਪਰ ਹੈ ਪੂਰਾ, ਜਾਂ ਫਿਰ ਐਬਸਟ੍ਰੈਕਟ ਉਹਦਾ ਲਿੰਕ। ਇਹ ਦੋਨੋਂ ਲਿੰਕ ਅਸੀਂ ਪਾਏ ਹੋਏ ਆ। ਔਰ ਲਾਸਟ ਤੇ ਉਹਨਾਂ ਨੇ ਕਿਹਾ ਕਿ ਇਹ ਯੂਜੀਸੀ ਕੇਅਰ ਲਿਸਟ ਵਿੱਚ ਹੈਗਾ। ਇਹ ਜਿੰਨੇ ਵੀ ਪੇਪਰ ਹੈ ਇਹ ਕਦੇ ਨਾ ਕਦੇ ਯੂਜੀਸੀ ਕੇਅਰ ਲਿਸਟ ਵਿੱਚ ਹੈਗੇ ਸੀ। ਫਿਲਹਾਲ ਇਹਨਾਂ ਵਿੱਚੋਂ ਕੁਝ ਹੈਗੇ ਆ, ਕੁਝ ਨਹੀਂ ਹੈਗੇ ਸੀ। ਬਟ ਕਿਉਂਕਿ ਇਹ ਜਿਹੜੇ ਸਾਰੇ ਜਰਨਲਸ ਹੈ, ਇਹ ਜਿਹੜੇ ਸਾਡੇ ਟੀਚਰ ਹੈ, ਇਹਨਾਂ ਦੀਆਂ ਜਦੋਂ ਪੀਐਚਡੀ ਸਬਮਿਟ ਹੋਈਆਂ ਨੇ, ਤਾਂ ਲਗਭਗ ਸਾਰਿਆਂ ਨੇ ਇਹਨਾਂ ਪੇਪਰ ਦੇ ਬੇਸ ਦੇ ਉੱਪਰ ਪੀਐਚਡੀ ਸਬਮਿਟ ਕੀਤੀਆਂ। ਔਰ ਪੀਐਚਡੀ ਸਬਮਿਟ ਹੋ ਹੀ ਨਹੀਂ ਸਕਦੀ ਅਗਰ ਇਹ ਜਿਹੜੇ ਪੇਪਰ ਹੈ ਯੂਜੀਸੀ ਕੇਅਰ ਲਿਸਟ ਵਿੱਚ ਨਾ ਹੋਣ। ਤਾਂ ਕਿਸੇ ਟਾਈਮ ਇਹ ਸਾਰੇ ਦੇ ਸਾਰੇ ਪੇਪਰ ਸੀਗੇ। ਔਰ ਬਹੁਤ ਸਾਰੇ ਟੀਚਰ ਨੇ ਮੈਨੂੰ ਪ੍ਰੂਫ ਵੀ ਦਿੱਤੇ ਆ ਸਰ। ਉਹਨਾਂ ਨੇ ਪ੍ਰੂਫ ਉਦੋਂ ਰੱਖੇ ਹੋਏ ਸੀ ਕਿ ਇਹ ਉਦੋਂ ਯੂਜੀਸੀ ਕੇਅਰ ਲਿਸਟ ਵਿੱਚ ਹੈ ਨਹੀਂ। ਮੈਂ ਉਹਦੀ ਲਿਸਟ ਵੀ ਬਣਾ ਰੱਖੀ ਹੈ ਅਲੱਗ ਤੋਂ। ਮੈਂ ਇੱਥੇ ਪ੍ਰੂਫ, ਕਿਉਂਕਿ ਮੇਰੇ ਕੋਲ ਪ੍ਰੂਫ ਮੰਗੇ ਨਹੀਂ ਗਏ ਸਰ। ਮੈਂ ਵੈਸੇ ਤੁਸੀਂ ਆਪਣੇ ਕੋਲੇ ਰੱਖ ਲਿਆ। ਜਦੋਂ ਤੁਹਾਡੇ ਕੋਲ ਡੀਵੀਬੀ ਚ ਕਿਸੇ ਇੱਕ ਪਾਰਟਿਕੂਲਰ ਜਰਨਲ ਬਾਰੇ ਮੰਗਣਗੇ, ਯੂ ਆਰ ਰੈਡੀ ਵਿਦ ਯੂਅਰ ਲਿਸਟ, ਯੂ ਵਿਲ ਅਪਲੋਡ। ਮੰਨ ਲਓ ਉਹਨਾਂ ਨੇ ਮੰਗਿਆ ਕਿ ਜਰਨਲ ਪੇਪਰ ਨੰਬਰ 16 ਦਾ ਪ੍ਰੂਫ ਦਿਓ ਜੀ, ਤੁਸੀਂ 16 ਦਾ ਅਪਲੋਡ ਕਰ ਦੋਗੇ। ਹਾਂਜੀ, ਮੈਂ ਇਸੇ ਸੀਕੁਐਂਸ ਬਣਾਈ ਹੋਈ ਹੈ ਸਰ। ਠੀਕ ਹੈ ਜੀ। ਤੇ ਜਿੱਦਾਂ ਦਾ, ਔਰ ਉਹਦੇ ਵਿੱਚ ਸਰ ਇੱਕ ਚੀਜ਼ ਹੋਰ ਹੈ ਕਿ ਜਿਹੜੇ ਇਹਨਾਂ ਨੇ ਮੇਰੇ ਕੋਲ ਲਿੰਕ ਉਹਦਾ ਆਰਟੀਕਲ ਪੇਪਰ ਮੰਗੇ ਆ, ਇਹਨਾਂ ਨੇ ਐਸਓਪੀ 'ਚ ਲਿਖਿਆ ਸੀ ਵੀ ਅਗਰ ਕੋਈ ਪੇਪਰ ਜਿਹੜਾ ਹੈ ਉਹ ਆਨਲਾਈਨ ਅਵੇਲੇਬਲ ਨਹੀਂ ਹੈਗਾ, ਉਹਦਾ ਲਿੰਕ ਅਵੇਲੇਬਲ ਨਹੀਂ ਹੈਗਾ, ਤਾਂ ਤੁਸੀਂ ਉਹਦਾ ਆਫਲਾਈਨ ਜਿਹੜਾ ਹੈਗਾ ਉਹ ਬਣਾ ਸਕਦੇ ਹੋ, ਪੀਡੀਐਫ। ਫਿਰ ਇਹਦੇ ਵਿੱਚ ਐਸੇ ਨੇ ਜਿਹੜੇ ਮੈਂ ਪੀਡੀਐਫ ਬਣਾ ਕੇ ਪਾ ਦਿੱਤੇ ਸਰ। ਠੀਕ ਹੈ ਜੀ। ਜਿਹਦਾ ਨਹੀਂ ਹੈਗਾ ਉਹਦੀ ਪੀਡੀਐਫ ਪਾਤੀ ਹੈ, ਬਾਕੀਆਂ ਦਾ ਤੁਸੀਂ ਲਿੰਕ ਪਾਤੇ ਆ। ਜਿਹਦਾ ਲਿੰਕ ਅਵੇਲੇਬਲ ਸੀ ਮੈਂ ਲਿੰਕ ਪਾ ਦਿੱਤੇ। ਬਾਕੀਆਂ ਦੇ ਤੁਹਾਡੇ ਵੈਬਸਾਈਟ ਦੇ ਲਿੰਕ ਲਗਭਗ ਸਾਰੇ ਹੈਗੇ ਆ ਸਰ। ਠੀਕ ਹੈ ਜੀ, ਫਾਈਨ। ਤੇ ਮੈਨੂੰ ਇੱਕ ਚੀਜ਼ ਇਹਦੇ ਵਿੱਚ ਹੋਰ ਦੱਸੋ ਸਰ। ਮੈਂ ਇਹਦੇ ਵਿੱਚ ਦੇਖੋ ਜਿਹੜਾ ਟੈਂਪਲੇਟ ਹੈ ਉਹ ਕਹਿੰਦੇ ਆ ਕਿ ਈਅਰ ਲਿਖੋ ਇਹਦਾ। ਟੈਂਪਲੇਟ ਦਾ ਜਿਹੜਾ ਹੈਡਿੰਗ ਹੈ, ਮੇਨ ਹੈਡ, ਉਹ ਮੰਗਦੇ ਆ ਈਅਰ ਆਫ ਪਬਲੀਕੇਸ਼ਨ। ਮੈਂ ਇਹਦੇ ਵਿੱਚ ਦੋ ਬਣਾਏ ਹੋਏ ਆ, ਇੱਕ ਈਅਰ ਬਣਾਇਆ, ਇੱਕ ਸੈਸ਼ਨ ਬਣਾਇਆ। तो मैनू ये सैशन देना चाहिए कि ईयर देना चाहिए। तुसीं देख भी सकते हो मैं किसी जगह 2019 लिखा गया, 2019 भी लिखा, क्योंकि ਜਿਹੜਾ ਟੈਂਪਲੇਟ ਹੈ ਉਹਦੇ ਵਿੱਚ ਸੈਸ਼ਨ ਵਾਈਜ਼ ਮੰਗਿਆ। ਦੇਖੋ ਉਹਨਾਂ ਦਾ ਜਿਹੜਾ ਸੈਸ਼ਨ ਨਾਰਮਲੀ ਚੱਲਦਾ ਉਹ ਅਪ੍ਰੈਲ ਟੂ ਅਪ੍ਰੈਲ ਚੱਲ ਰਿਹਾ, ਮਈ ਤੱਕ, ਠੀਕ ਹੈ ਨਾ। ਜਿਹੜਾ ਉਹਨਾਂ 31 ਮਈ ਤੱਕ ਸੈਸ਼ਨ ਜੋ ਨੈਕ ਦੀ ਟਰਮਨੋਲੋਜੀ ਤੁਸੀਂ ਉਹਨਾਂ ਦੇ ਡਾਕੂਮੈਂਟ ਦੇਖੋਗੇ, ਉਹਨਾਂ ਵਾਸਤੇ 31 ਮਈ ਨੂੰ ਇੱਕ ਈਅਰ ਖਤਮ ਹੋ ਜਾਂਦਾ, ਜਿਹਨੂੰ ਆਪਾਂ ਸੈਸ਼ਨ ਕਹੀਏ ਜਾਂ ਈਅਰ ਖਤਮ ਕਹੀਏ। ਹੁਣ ਜਿਵੇਂ ਕਰੋਨਾ ਕਰਕੇ ਉਹਨਾਂ ਨੇ ਪੈਂਡੈਮਿਕ 'ਚੋਂ ਸੈਸ਼ਨ ਨੂੰ ਐਕਸਟੈਂਡ ਕਰਕੇ ਦਸੰਬਰ ਤੱਕ ਕੀਤਾ ਸੀ,
ਸੋ ਨਾਰਮਲੀ ਉਹ ਮੰਨਦੇ ਨੇ ਕਿ 31 ਮਈ ਨੂੰ ਈਅਰ ਖਤਮ ਹੋ ਗਿਆ। ਜੇ ਤੁਸੀਂ 31 ਮਈ ਤੋਂ ਅਗਲੇ ਨੂੰ ਅਗਲੀ ਡੇਟ 'ਚ ਪਾ ਲਓ ਤਾਂ ਵੀ ਕੋਈ ਪ੍ਰੋਬਲਮ ਨਹੀਂ। ਹਾਂਜੀ, ਕਿਉਂਕਿ ਟੋਟਲ ਨੰਬਰ ਆਫ ਤਾਂ ਉਨੇ ਹੀ ਰਹਿ ਜਾਣੇ ਨਾ ਸਰ ਪੇਪਰ। ਹਾਂ, ਟੋਟਲ 'ਚ ਕੋਈ ਫਰਕ ਨਹੀਂ ਪੈਣਾ ਹੈਗਾ। ਟੋਟਲ ਤਾਂ ਕੋਈ ਫਰਕ ਨਹੀਂ ਪੈਣਾ, ਇਹ ਕਿਹੜਾ ਕੋਈ ਅਸੀਂ ਬਲਫ ਕਰ ਰਹੇ ਹਾਂ, ਜੇ ਇਸ ਸੈਸ਼ਨ 'ਚ ਨਹੀਂ ਪਿਆ ਤਾਂ ਅਗਲੇ ਸੈਸ਼ਨ। ਮੈਂ ਤਾਂ ਹੀ ਕਹਿ ਰਿਹਾ ਇਹ 'ਚ ਕੋਈ ਫਰਕ ਨਹੀਂ ਹੈਗਾ, ਕੋਈ ਵੱਡਾ ਇਸ਼ੂ ਨਹੀਂ। ਤੇ ਫਿਰ ਮੈਂ ਸਰ ਜੇ ਮੈਂ ਕੱਲਾ ਈਅਰ ਦਿਖਾਉਣਾ ਤਾਂ ਠੀਕ ਹੈ, ਜਾਂ ਸੈਸ਼ਨ ਮੈਨੂੰ ਦੇਖਣਾ ਚਾਹੀਦਾ ਸਰ ਇੱਥੇ? ਈਅਰ ਹੀ ਦਿਖਾ ਦਿਓ ਸਰ, ਕੱਲਾ ਕੋਈ ਫਰਕ ਨਹੀਂ ਪੈਂਦਾ। ਕੋਈ ਗੱਲ, ਕਿਉਂਕਿ ਭਾਵੇਂ ਉੱਥੇ ਸੈਸ਼ਨ ਵੀ ਲਿਖਿਆ, ਮੈਂ ਇੱਥੇ ਈਅਰ ਦਿਖਾ ਦਵਾਂ। ਹਾਂਜੀ, ਕੋਈ ਇਸ਼ੂ ਨਹੀਂ ਬਣੇਗਾ ਵੱਡਾ। ਹਾਂ, ਉਹਨਾਂ ਨੇ ਟੈਂਪਲੇਟ 'ਚ ਮੈਂਸ਼ਨ ਵੀ ਈਅਰ ਆਫ ਪਬਲਿਕੇਸ਼ਨ ਹੀ ਕੀਤਾ ਸਰ। ਬਿਲਕੁਲ ਜੀ, ਬਿਲਕੁਲ। ਚਲੋ ਠੀਕ ਹੈ, ਮੈਂ ਸਰ ਇੱਥੇ ਈਅਰ ਕਰ ਦਿਆਂ। सर अर्जुन पीछे रहो मेरे। ਇਹਦਾ ਮੈਂ ਸਰ ਜਦੋਂ ਰਿਸਪੌਂਸ ਕੈਲਕੂਲੇਟ ਕੀਤਾ, ਫਾਰਮੂਲਾ ਲਾ ਕੇ ਤਾਂ 2.24 ਬਣਦਾ ਪਿਆ ਸੀ। उधर बैठ बेटा। ਗੁੱਡ ਜੀ, ਗੁੱਡ। ਠੀਕ ਹੈ ਜੀ, ਠੀਕ ਹੈ, ਫਾਈਨ। थोड़ी देर लेट। ਨੈਕਸਟ ਆ ਗਿਆ ਸਰ ਨੰਬਰ ਆਫ ਬੁੱਕਸ ਐਂਡ ਚੈਪਟਰਸ। ਇਹ ਸਾਡੇ ਕੋਲ ਕਾਫੀ ਬਣਦੀਆਂ ਪਈਆਂ ਨੇ, 92 ਦੇ ਕਰੀਬ ਬਣਦੀਆਂ ਪਈਆਂ ਸਰ। ਔਰ ਜਦੋਂ ਮੈਂ ਇਹਦੇ ਤੇ ਫਾਰਮੂਲਾ ਲਾਉਣਾ ਤਾਂ ਮੇਰਾ 3.62 ਸਕੋਰ ਬਣਦਾ ਸੀ। ਗੁੱਡ ਜੀ, ਗੁੱਡ ਗੁੱਡ। ਔਰ ਮੈਂ ਇਹਦੇ ਵਿੱਚ ਤੁਹਾਨੂੰ ਜਿਹੜਾ ਡਾਕੂਮੈਂਟ ਵੀ ਬੋਲ ਰਿਹਾ, ਇਹਦੇ 'ਚ ਅਸੀਂ ਕੀ ਕੀਤਾ ਸਰ, ਇਹ ਜਿਹੜਾ ਸਾਰਾ ਡਾਟਾ ਤੁਸੀਂ ਦੇਖੋਗੇ ਸਰ, ਇਹ ਸਾਰਾ ਡਾਟਾ ਟੀਚਰ ਵਾਈਜ਼ ਹੈ। ਇਹਨਾਂ ਨੇ ਸਾਡੇ ਕੋਲ ਮੰਗਿਆ ਵੀ ਟੀਚਰ ਵਾਈਜ਼ ਹੈ। ਦੇਖੋ ਤੁਸੀਂ ਇਹਦਾ ਹੈਡਿੰਗ ਵੀ ਪੜੋਗੇ ਤਾਂ ਨੰਬਰ ਆਫ ਬੁੱਕਸ ਐਂਡ ਚੈਪਟਰ ਪਰ ਟੀਚਰ ਡਿਊਰਿੰਗ ਦਾ ਲਾਸਟ 5 ਈਅਰ। तो मैं की किया, जिवें मनोज अरोड़ा जी का मान लो सैकेंड नंबर पर जिक्र हो रहा है, तो मनोज अरोड़ा दी 6 किताबां, तो मैं जी 6 किताबां इकट्ठियां मैंशन कर दित्तियां, नाल सैशन मैंशन कर दिता और साइड ते एक लिंक बनाता व्यू डॉक्यूमेंट। जो तुसीं इहदा व्यू डॉक्यूमेंट खोलोगे तो तुहानूं इहदा एक असीं PDF बनाता, वो PDF दे विच कल्ले कल्ली इहदी किताब दा तुहानूं प्रूफ जिहड़ा है वो दिखाई देगा। आ देखो सर, प्रोजेक्ट अप्रेजल एनालिसिस उसी सीक्वेंस ਦੇ ਵਿੱਚ, ਜੇ ਸੀਕੁਐਂਸ ਦੇ ਵਿੱਚ ਅਸੀਂ ਟੈਂਪਲੇਟ 'ਚ ਲਿਖਿਆ ਸੀ, ਉਹਦੇ ਵਿੱਚ 3-3 4-4 ਪੇजेस ਆ ਜਾਣਗੇ ਸਰ। ਇੱਕ ਇਹਦਾ ਟਾਈਟਲ ਪੇਜ ਆ ਜਾਏਗਾ ਸਰ, ਜਿਹਦੇ ਉੱਪਰ ਇਹਨਾਂ ਦਾ ਨਾਮ ਆ ਜਾਏਗਾ, ਕਿਤਾਬ ਦਾ ਨਾਮ ਆ ਜਾਏਗਾ, ਪਬਲਿਸ਼ਰ ਦਾ ਨਾਮ ਆ ਜਾਏਗਾ ਸਰ। ਉਹਦੇ ਬਾਅਦ ਅੰਦਰ ਇਹਨਾਂ ਦਾ ਡੈਜ਼ਿਗਨੇਸ਼ਨ ਆ ਗਿਆ ਵੀ ਕਿਹੜੇ ਕਾਲਜ ਨੇ, ਕਿਹੜੀ ਕਲਾਸ ਲਈ ਹੈ। ਉਹਦੇ ਬਾਅਦ ਨੈਕਸਟ ਆ ਗਿਆ ਇਹਨਾਂ ਦਾ ISBN ਨੰਬਰ ਕੀ ਹੈ ਔਰ ਇਹ ਕਿਹੜੇ ਈਅਰ 'ਚ ਛਾਪੀ ਗਈ। ਜੋ ਇਨਫੋਰਮੇਸ਼ਨ ਮੈਂ ਟੈਂਪਲੇਟ ਵਿੱਚ ਦਿੱਤੀ ਸੀ, ਉਹ ਸਾਰੀ ਇਨਫੋਰਮੇਸ਼ਨ ਦਾ ਪ੍ਰੂਫ ਜਿਹੜਾ ਹੈ ਆ ਇਹਨਾਂ ਦੀ ਪਹਿਲੀ ਕਿਤਾਬ ਦਾ ਹੋ ਗਿਆ। ਆ ਇਸੇ ਤਰ੍ਹਾਂ ਇਹਨਾਂ ਦੀ ਸੈਕੰਡ ਕਿਤਾਬ ਆ ਗਈ ਜੀ, ਪ੍ਰੋਜੈਕਟ ਪਲੈਨਿੰਗ ਐਂਡ ਕੰਟਰੋਲ, ਇਸੇ ਤਰ੍ਹਾਂ ਥਰਡ ਐਂਡ ਸੋ ਔਨ। ਇਦਾਂ ਹੀ ਮੈਂ ਟੀਚਿੰਗ ਵਾਈਜ਼ ਨਾ ਸਾਰੇ PDF ਬਣਾ ਕੇ ਉਹਨਾਂ ਦੇ ਲਿੰਕ ਜਿਹੜੇ ਆ ਉਹਨਾਂ ਦੇ ਸਾਹਮਣੇ ਹੀ ਲਾ ਦਿੱਤੇ, ਤਾਂ ਕਿ ਉਹਨਾਂ ਨੂੰ ਨਾਲ ਦੇ ਨਾਲ ਹੀ ਪ੍ਰੂਫ ਜਿਹੜਾ ਉਹ ਮਿਲਦਾ ਰਹੇ ਸਰ। ਬਹੁਤ ਵਧੀਆ ਸਰ, ਠੀਕ ਹੈ। ਇਹ ਸਾਡੇ 92 ਦੀਆਂ 92 ਬੁੱਕਸ ਦੇ ਟੀਚਰ ਵਾਈਜ਼ ਜਿਹੜੇ ਆ ਉਹ ਲਿੰਕ ਜਿਹੜੇ ਤੁਸੀਂ ਦੇਖ ਸਕਦੇ ਜੀ। ਆ ਪਹਿਲਾ ਡਾਕਟਰ ਸੰਦੀਪ ਕੁਮਾਰ ਜੀ ਦਾ, ਫਿਰ ਮਨੋਜ ਅਰੋੜਾ ਜੀ ਦਾ, ਉਹਦੇ ਬਾਅਦ ਆ ਸ਼ਿਲਪਾ ਬਤਰਾ ਜੀ ਦਾ ਹੋ ਗਿਆ, ਮੈਡਮ ਚਰਨਜੀਤ ਦੇ ਹੋ ਗਏ, ਸਾਰਿਆਂ ਦੇ ਲਿੰਕਸ ਜਿਹੜੇ ਆ ਉਹ ਅਵੇਲੇਬਲ ਹੈ। ਉਹ ਈਅਰ ਵਾਈਜ਼ ਬਣ ਗਏ ਤੁਹਾਡੇ, ਈਅਰ ਵਾਈਜ਼ ਹਰ ਇੱਕ ਟੀਚਰ ਦਾ ਬਣ ਗਿਆ। ਹਾਂਜੀ, ਇਹਦਾ ਸਾਰਾ ਡਾਟਾ ਟੀਚਰ ਵਾਈਜ਼ ਹੋ ਗਿਆ, ਉਹਦੇ ਅੰਦਰ ਫਿਰ ਈਅਰ ਵਾਈਜ਼ ਹੋ ਗਿਆ। ਠੀਕ ਹੈ ਜੀ, ਠੀਕ ਹੈ। ਠੀਕ ਹੈ ਜੀ। ਆ ਸੇਮ ਚੀਜ਼ ਮੈਂ ਦੇਖੋ 2 ਕਾਲਮ ਇੱਥੇ ਬਣਾਏ ਹੋਏ ਸੀ, ਈਅਰ ਆਫ ਪਬਲਿਕੇਸ਼ਨ ਔਰ ਫਿਰ ਸੈਸ਼ਨ ਬਣਾਇਆ ਹੋਇਆ ਸੀ। ਹੁਣ ਆਪਣੀ ਇਹ ਗੱਲ ਕਲੀਅਰ ਹੋ ਗਈ ਕਿ ਮੈਂ ਸੈਸ਼ਨ ਇੱਥੋਂ ਕੱਢ ਦਿੰਦਾ, ਮੈਂ ਈਅਰ ਸ਼ੋ ਕਰ ਦਿੰਦਾ। ਈਅਰ ਕਰ ਲਓ ਸਰ, ਈਅਰ ਮੰਗਿਆ ਉਹਨਾਂ ਨੇ, ਕਿਹਾ ਵੀ ਈਅਰ ਸੈਸ਼ਨ ਦੀ ਗੱਲ ਵੀ ਨਹੀਂ ਕਰਦੇ ਹੋ। ਮੈਂ ਦੋਨੋਂ ਹੀ ਕਰ ਲਏ ਸੀ, ਮੈਂ ਕਿਹਾ ਚਲੋ ਤੁਹਾਨੂੰ ਪੁੱਛ ਲੂੰਗਾ, ਜਿਹੜਾ ਤੁਸੀਂ ਕਹੋਗੇ ਮੈਂ ਕਰ ਦਿੰਦਾ। ਠੀਕ ਹੈ ਸਰ, ਠੀਕ ਹੈ। ਇੱਥੇ ਸਰ ਸਾਨੂੰ ਟੀਚਰ ਵਾਈਜ਼ ਬਣਾਉਣ ਦਾ ਇਹ ਫਾਇਦਾ ਨਾ ਕਿ ਅਸੀਂ ਸਾਨੂੰ ਕੱਲੇ ਪੇਪਰ ਦਾ PDF ਨਹੀਂ ਬਣਾਉਣਾ ਪੈ ਰਿਹਾ। ਅਸੀਂ ਜਦੋਂ ਇੱਕ ਦਾ ਇਕੱਠਾ PDF ਬਣਾਉਂਦੇ ਉਹਦੇ ਸਾਰਾ ਇਕੱਠਾ ਹੀ ਪਬਲਿਕੇਸ਼ਨ ਵਰਕ ਸ਼ੋ ਹੋ ਜਾਂਦਾ, ਇਕੱਠੇ ਆ ਜਾਂਦਾ। ਬਿਲਕੁਲ, ਉਹ ਮੰਗਦਾ ਵੀ ਸਾਡੇ ਕੋਲ ਟੀਚਰ ਵਾਈਜ਼ ਹੀ ਪਿਆ ਸਰ। ਇਹਦਾ ਰਿਸਪੌਂਸ ਜਿਹੜਾ ਜਦੋਂ ਮੈਂ ਕੈਲਕੂਲੇਟ ਕਰਦਾ 3.62 ਬਣਦਾ ਪਿਆ ਸਰ। ਨੈਕਸਟ ਆ ਗਿਆ ਜੀ ਐਕਸਟੈਂਸ਼ਨ ਐਕਟੀਵਿਟੀਜ਼ 3.4। ਸਭ ਨੂੰ ਪਹਿਲਾਂ ULM ਹੈ, ਇੱਕ ਪੈਰਾ ਲਿਖਿਆ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਐਕਸਟੈਂਸ਼ਨ ਐਕਟੀਵਿਟੀਜ਼ ਕਰਵਾ ਰਹੇ ਹੋ ਟੂ ਸੈਂਸਿਟਾਈਜ਼ ਦਾ ਸਟੂਡੈਂਟ ਟੂ ਦਾ ਸੋਸ਼ਲ ਇਸ਼ੂ। ਤਾਂ ਇਹਦੇ ਅੰਦਰ ਜਿਹੜੇ ਸਾਡੇ 3 ਮੇਨ ਸੈੱਲ ਹੈ ਜਿਹੜੇ ਸਾਡੀਆਂ ਐਕਸਟੈਂਸ਼ਨ ਐਕਟੀਵਿਟੀਜ਼ ਨੂੰ ਰਨ ਕਰਦੇ ਆ, ਜਿਹਦੇ ਵਿੱਚ ਸਭ ਨੂੰ ਪਹਿਲਾਂ ਸਾਡਾ NSS ਯੂਨਿਟ ਆ ਜਾਂਦਾ ਸਰ, ਦੂਸਰਾ ਸਾਡਾ ਯੂਥ ਕਲੱਬ ਆ ਜਾਂਦਾ, ਤੀਸਰਾ ਸਾਡਾ ਵੂਮਨ ਡਿਵੈਲਪਮੈਂਟ ਸੈੱਲ ਆ ਜਾਂਦਾ। तो ये 3 ਸੈੱਲ ਦੀ ਮੈਂ ਜਦੋਂ ਤੁਹਾਨੂੰ ਇਹਨਾਂ ਦੇ ਪ੍ਰੂਫ ਦਿਖਾਊਂਗਾ ਉਹਦੇ ਵਿੱਚ ਮੈਂ ਸਾਰੇ ਸੈੱਲਸ ਦੀ ਡਿਟੇਲ ਵੀ ਦਿੱਤੀ ਹੈ। तो ਅਸੀਂ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਕਰ ਰਹੇ ਹਾਂ। ਕਮਿਊਨਿਟੀ ਬੇਸਡ ਐਕਟੀਵਿਟੀ ਸਚ ਐਸ ਟ੍ਰੀ ਪਲਾਂਟੇਸ਼ਨ, ਰਨ ਫॉर ਹੈਲਥ, ਬਲੱਡ ਡੋਨੇਸ਼ਨ ਕੈਂਪ, ਕਲੀਨਲੀਨੈਸ ਡਰਾਈਵ ਇਨ ਦਾ ਨੀਅਰ ਬਾਈ ਵਿਲੇजेस, ਵਿਜ਼ਿਟ ਟੂ ਦਾ ਆਰਫਨੇਜ, ਔਰ ਇਸ ਤਰ੍ਹਾਂ ਦੇ ਈਵੈਂਟ ਜਿਹੜੇ ਆ ਸਾਡੇ NSS ਯੂਨਿਟ ਜਿਹੜਾ ਹੈ ਸਟੂਡੈਂਟਸ ਨੂੰ ਕਰਵਾਉਂਦਾ ਰਹਿੰਦਾ। ਸਾਡੇ ਅਸੀਂ ਪਿੰਡ ਅਡਾਪਟ ਕੀਤਾ ਹੋਇਆ ਹੁਸੈਨਪੁਰਾ ਪਿੰਡ, ਉਹਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਜਿਹੜੇ ਕੈਂਪਸ ਆ ਹੁਣ ਤੱਕ 3-4 ਕੈਂਪਸ ਅਸੀਂ ਲਾ ਚੁੱਕੇ ਹਾਂ। ਜਿਹੜਾ ਸਾਡਾ ਯੂਥ ਕਲੱਬ ਹੈ ਉਹ ਸਟੂਡੈਂਟ ਨੂੰ ਸੈਂਸਿਟਾਈਜ਼ ਕਰਦਾ ਅਬਾਊਟ ਦਾ ਵੇਰੀਅਸ ਇਸ਼ੂਜ਼, ਜਿਵੇਂ ਕਿ ਅਸੀਂ ਰਨ ਫॉर ਹੈਲਥ ਆਰਗੇਨਾਈਜ਼ ਕਰਦੇ ਹਾਂ, ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੇ ਹਾਂ, ਆਰਟ ਆਫ ਲਿਵਿੰਗ ਦੇ ਸੈਸ਼ਨ ਆਰਗੇਨਾਈਜ਼ ਕਰਦੇ ਹਾਂ,
ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਆਰਗੇਨਾਈਜ਼ ਕਰ ਰਹੇ ਹਾਂ। এনवायरमेंट ਇਸ਼ੂਜ਼ ਦੇ ਉੱਪਰ, ਸੋਸ਼ਲ ਐਂਡ ਸਿਵਿਕ ਰਿਸਪੌਂਸਿਬਿਲਿਟੀ ਦੇ ਉੱਪਰ ਜਿਹੜੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਲੈਕਚਰ, ਅਲੱਗ-ਅਲੱਗ ਤਰ੍ਹਾਂ ਦੇ ਕੰਟੈਸਟ ਜਿਹੜੇ ਹੈ ਉਹ ਆਰਗੇਨਾਈਜ਼ ਕਰਦੇ ਰਹਿੰਦੇ ਹਾਂ। ਐਂਡ ਵੂਮਨ ਨੂੰ ਅਸੀਂ ਜੈਂਡਰ ਸੈਂਸਿਟਾਈਜੇਸ਼ਨ ਦੇ ਲਈ ਵੀ ਜਿਹੜਾ ਸਾਡਾ ਵੂਮਨ ਡਿਵੈਲਪਮੈਂਟ ਸੈੱਲ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਈਵੈਂਟ ਆਰਗੇਨਾਈਜ਼ ਕਰਦਾ ਰਹਿੰਦਾ। ਈਵਨ ਜਿਹੜੀਆਂ ਵੂਮਨ ਡੇਜ਼ ਹੈ ਉਹ ਸਾਰੇ ਸੈਲੀਬ੍ਰੇਟ ਕੀਤੇ ਜਾਂਦੇ ਆ। ਔਰ ਜਿਹੜਾ ਐਨਐਸਐਸ ਸੈੱਲ ਹੈ, ਐਨਐਸਐਸ ਯੂਨਿਟ ਹੈ, ਇਹ ਅਵੇਅਰਨੈਸ ਡਰਾਈਵ, ਕਲੀਨਲੀਨੈਸ ਡਰਾਈਵ, ਅਬਾਊਟ ਦਾ ਟ੍ਰੈਫਿਕ, ਅਬਾਊਟ ਦਾ ਯੋਗਾ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਜ਼ਿਟਸ ਨੇ ਬੱਚਿਆਂ ਦੀ ਆਰਗੇਨਾਈਜ਼ ਕਰਦਾ 올ਡ ਏਜ ਹੋਮ ਦੇ ਵਿੱਚ ਜਾਂ ਫਿਰ ਆਰਫਨੇਜ ਹਾਊਸਸ ਦੇ ਵਿੱਚ। ਮੈਡੀਟੇਸ਼ਨ ਐਂਡ ਯੋਗਾ ਟੈਕਨੀਕ ਜਿਹੜੀਆਂ ਲੋਕਾਂ ਨੂੰ ਸਿਖਾਈਆਂ ਜਾਂਦੀਆਂ ਬੱਚਿਆਂ ਨੂੰ, ਔਰ ਸਟ੍ਰੈਸ ਮੈਨੇਜਮੈਂਟ ਟੈਕਨੀਕਸ ਲੋਕਾਂ ਨੂੰ ਸਿਖਾਈਆਂ ਜਾ ਰਹੀਆਂ ਨੇ। ਔਰ ਕੋਵਿਡ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼, ਕੋਵਿਡ ਅਵੇਅਰਨੈਸ ਕੈਂਪੇਨਸ ਦੇ ਲਈ ਸਟੂਡੈਂਟਸ ਦੇ ਵਿੱਚ ਅਵੇਅਰਨੈਸ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੀ ਐਕਟੀਵਿਟੀਜ਼ ਕਰਦਾ। ਇਹਦੇ ਇਲਾਵਾ ਸਟੂਡੈਂਟਸ ਨੂੰ ਸੈਂਸਿਟਾਈਜ਼ ਕਰਨ ਦੇ ਲਈ ਅਬਾਊਟ ਦਾ ਸੋਸ਼ਲ ਇਸ਼ੂਜ਼ we are celebrating so many days such as International Women Day, National Day of Unity, International Day of Yoga, One Mahotsav, Tree Plantation Festivals। तो इस तरह दी चीज़ें जड़ियां हैं, या facial trauma and road accident, constitutional right of the citizen, spirituality and the self development, ताकि उन्हां दी जिहड़ी holistic development है वो जिहड़ी है हो सके। इस तरह दी activities असीं organize करते हैं for sensitizing the students towards some social issues। ਇਹ ਸਫੀਸ਼ੀਐਂਟ ਹੈ ਸਰ ਆਪਣੀਆਂ? ਬਿਲਕੁਲ ਸਰ, ਤੁਸੀਂ ਮੇਨ ਐਕਸਟੈਂਸ਼ਨ ਐਕਟੀਵਿਟੀ ਜਿੱਥੇ ਤੇ ਪਾ ਰਹੇ ਹੋ ਤੁਸੀਂ ਪਾਈਆਂ ਨੇ, ਇਹਦੀ ਇੱਕ ਵਾਰ ਰਿਪੋਰਟ ਵੀ ਸ਼ੋਅ ਕਰ ਲਿਓ। ਤੇ ਨਾਲ ਦੇ ਨਾਲ ਹਾਊਸ ਦੇ ਵਿੱਚ ਬਾਕੀ ਵੀ ਜਿਹੜੇ ਸਾਰੇ ਤੁਹਾਡੇ ਕਾਲਜ ਵੱਲੋਂ ਜਾਂ ਸਾਡੀ ਟੀਮ ਹੈਗੀ ਆ, ਦੇ ਕੈਨ ਗਿਵ ਸੁਜੈਸ਼ਨਸ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਇਹਨੂੰ ਹੋਰ ਬੈਟਰ ਬਣਾਇਆ ਜਾ ਸਕਦਾ, ਬਿਕੋਜ਼ ਇਟ ਇਜ਼ ਅ ਕੋਲੈਬੋਰੇਟਿਵ ਐਕਟੀਵਿਟੀ। ਸੋ ਇਹਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਸੁਜੈਸ਼ਨ ਹੈਗਾ, ਦ ਹਾਊਸ ਕੈਨ ਗਿਵ ਅ ਵੈਲਿਊਏਬਲ ਸੁਜੈਸ਼ਨ ਟੂ ਮਿਸਟਰ ਰਾਜੀਵ ਜੀ ਟੂ ਇੰਪਰੂਵ ਇਟ। ਹਾਂਜੀ ਸਰ, ਮੈਂ ਇੱਕ ਵਾਰੀ ਇਹਦਾ ਤੁਹਾਨੂੰ ਆਹ ਦਿਖਾ ਦਿਆਂ ਜੀ, ਇਹਦਾ ਡਾਕੂਮੈਂਟ ਜਿਹੜਾ, ਉਹਦੇ ਬਾਅਦ ਆਪਾਂ ਤੁਹਾਨੂੰ ਸੁਜੈਸ਼ਨ ਦੇ ਦਿਓ। ਆ ਮੈਂ ਇਹਦਾ ਵੀ ਸਰ ਉਸੇ ਤਰ੍ਹਾਂ ਇੰਡੈਕਸ ਤਿਆਰ ਕੀਤਾ। ਸਭ ਨੂੰ ਪਹਿਲਾਂ ਮੈਂ ਜਿਹੜੇ 3 ਸੈਲਸ ਦੀ ਗੱਲ ਕੀਤੀ ਸੀ ਉਹਨਾਂ ਦੇ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਲਿਖ ਦਿੱਤੇ ਆ। ਉਹਦੇ ਬਾਅਦ ਇਹਨਾਂ ਨੇ ਜਿਹੜੀ ਐਕਸਟੈਂਸ਼ਨ ਐਕਟੀਵਿਟੀ ਕਰਵਾਈਆਂ ਮੈਂ ਸੈਸ਼ਨ ਵਾਈਜ਼ ਉਹਨਾਂ ਦੀ ਲਿਸਟ ਬਣਾਤੀ। ਉਹਦੇ ਬਾਅਦ ਮੈਂ ਇਹਨਾਂ ਦੀ ਗਲਿੰਪਸਿਸ ਸ਼ੋ ਕਰ ਦਿੱਤੇ ਆ ਵਿਦ ਦਾ ਹੈਲਪ ਆਫ ਫੋਟੋਗ੍ਰਾਫਸ, ਮੈਂ ਤੁਹਾਨੂੰ ਦਿਖਾਣਾ ਵੀ ਆ। ਉਹਦੇ ਬਾਅਦ ਮੈਂ ਕੱਲੀ ਐਕਟੀਵਿਟੀ ਦੀ ਰਿਪੋਰਟ ਸ਼ੋ ਕਰ ਦਿੱਤੀ ਸਰ। ਆ ਦੇਖੋ ਆ ਗਈਆਂ ਸਰ ਸਾਡੀ। ਸਭ ਤੋਂ ਪਹਿਲਾਂ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਆਫ ਦਾ ਸੈੱਲ, ਐਨਐਸਐਸ ਯੂਨਿਟ ਕੀ ਕਰਦਾ ਔਰ ਉਹਦੇ ਕਿਹੜੇ ਮੈਂਬਰ ਹੈ। ਆ ਦੂਸਰਾ ਯੂਥ ਕਲੱਬ ਕੀ ਕਰਦਾ, ਉਹਦੇ ਕੀ ਮੈਂਬਰ ਹੈ। ਆ ਹੋ ਗਈ ਸਾਡੀ ਸਰ ਲਿਸਟ ਆਫ ਐਕਸਟੈਂਸ਼ਨ ਐਕਟੀਵਿਟੀ, ਕਿਹੜੇ ਮੈਂਬਰ ਨੇ, ਕਿਹੜੇ ਸੈੱਲ ਨੇ ਕਿਹੜੀ ਐਕਟੀਵਿਟੀ ਜਿਹੜੀ ਹੈ ਸੈਸ਼ਨ ਵਾਈਜ਼ ਉਹ ਆਰਗੇਨਾਈਜ਼ ਕੀਤੀ। ਆ ਹੋ ਗਈਆਂ ਸਾਰੀ ਗਲਿੰਪਸਿਸ ਐਕਸਟੈਂਸ਼ਨ ਐਕਟੀਵਿਟੀ ਦੀਆਂ ਸੈਸ਼ਨ 2021 ਤੋਂ ਲੈ ਕੇ। ਅਸੀਂ ਇਹਦੇ ਵਿੱਚ ਕੀ ਕੀਤਾ, ਸਿਰਫ ਫੋਟੋਗ੍ਰਾਫਸ ਦਿਖਾਈਆਂ ਨੇ ਕਿ 6 ਦਸੰਬਰ 2020 ਨੂੰ ਆ ਹੋਇਆ, ਇੰਟਰਨੈਸ਼ਨਲ ਵੂਮਨ ਡੇ ਹੋਇਆ, ਆਨਲਾਈਨ ਵਰਕਸ਼ਾਪ ਹੋ ਗਈ। ਪਹਿਲਾਂ 2021 ਦਾ ਸੈਸ਼ਨ ਆ ਗਿਆ, ਉਹਦੇ ਬਾਅਦ 19 20 18 19 16 17 ਤੱਕ ਕਰਦੇ ਇਹ ਸਾਰੇ ਗਲਿੰਪਸਿਸ ਸਾਰੇ ਵਿਦ ਦਾ ਹੈਲਪ ਆਫ ਫੋਟੋਗ੍ਰਾਫ। ਜਦੋਂ ਇਹ ਸਾਰੇ ਗਲਿੰਪਸਿਸ ਫੋਟੋਗ੍ਰਾਫ ਤੋਂ ਬਾਅਦ ਖਤਮ ਹੋ ਜਾਣਗੇ, ਫਿਰ ਇਹਨਾਂ ਹੀ ਐਕਟੀਵਿਟੀਜ਼ ਦੀ ਕੱਲੀ ਦੀ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਨਜ਼ਰ ਆਏਗੀ ਸਰ। ਉਹ ਰਿਪੋਰਟ ਅਸੀਂ ਉਸੇ ਸੀਕੁਐਂਸ ਉਦਾਂ ਹੀ ਬਣਾਈ ਹੋਈ ਹੈ ਸਰ, ਜਿਹੜਾ ਤੁਹਾਨੂੰ ਅਸੀਂ ਸਟਾਈਲ ਦਿਖਾਇਆ ਸੀ। ਬਿਲਕੁਲ ਤੁਹਾਨੂੰ ਦਿਖਾ ਵੀ ਦੇਣਾ ਕੋਈ ਅੱਧੀ ਰਿਪੋਰਟ, ਸਾਰੇ ਗਲਿੰਪਸਿਸ ਚੱਲ ਰਹੇ ਸਰ। ਆ ਰਿਪੋਰਟ ਸ਼ੁਰੂ ਹੋਈ ਹੈ ਸਰ। ਆ ਜਿਵੇਂ ਦੇਖੋ ਸਰ, ਪਹਿਲੀ ਐਕਟੀਵਿਟੀ ਹੈ (2020) ਦਾ ਆਨਲਾਈਨ ਸੈਸ਼ਨ ਬਾय ਆਰਟ ਆਫ ਲਿਵਿੰਗ। आज ਦੀ ਰਿਪੋर्ट है, कौन किने कराई, कन्वीनर कौन है, कमेटी कौन है, डेट की है, टाइम की है, रिसोर्स पर्सन कौन है, किने पार्टिसिपेंट है। कुछ फोटोग्राफ्स हो गई जी। और उसके बाद अंदर की किया गया। नाल दे नाल असीं हरेक दे विच उहदी प्रैस कटिंग भी लाई सर। मैं कोई भी एक्टिविटी ऐसी नहीं लाई जिहदी असीं प्रैस कटिंग ना लाई होए एज ए प्रूफ। और ਉਹਦੇ ਵਿੱਚ ਡੇਟ ਐਂਡ ਅਖਬਾਰ ਜਿਹੜੀ ਨਜ਼ਰ ਆ ਰਹੀ ਹੈ। ਅਸੀਂ 2 ਤੋਂ 3 ਅਖਬਾਰਾਂ ਦੀਆਂ ਕਟਿੰਗ ਜਿਹੜੀਆਂ ਉਹ ਹਰੇਕ ਐਕਟੀਵਿਟੀ ਦੇ ਵਿੱਚ ਲਾਈਆਂ ਨੇ ਸਰ। ਇਹਦੇ ਵਿੱਚ ਦੇਖੋ 3 ਅਖਬਾਰਾਂ ਡੇਟ ਵਾਈਜ਼ ਦਿਖਾਈ ਦੇ ਰਹੀਆਂ ਤੁਹਾਨੂੰ। ਅਗਲਾ ਆ ਗਿਆ ਇੰਟਰਨੈਸ਼ਨਲ ਵੂਮਨ ਡੇ, ਇਹਦਾ ਵੀ ਬਿਲਕੁਲ ਉਸੇ ਤਰ੍ਹਾਂ ਦਾ ਪੈਟਰਨ ਹੈ। ਔਰ ਇਹਦੀਆਂ ਵੀ ਅਸੀਂ ਪੈਂਫਲੇਟ ਜਿੱਥੇ ਪੈਂਫਲੇਟ ਬਣੇ ਸੀ ਨਾਲ ਪੈਂਫਲੇਟ ਅਟੈਚ ਕਰਤਾ, ਫੋਟੋਗ੍ਰਾਫ ਅਟੈਚ ਕੀਤੀਆਂ। ਔਰ ਉਹਦੇ ਬਾਅਦ ਉਹਨਾਂ ਦੀਆਂ ਜਿਹੜੀ ਨਿਊਜ਼ ਕਟਿੰਗ ਹੈ 2 ਜਾਂ 3 ਨਿਊਜ਼ ਕਟਿੰਗ ਹਰੇਕ ਰਿਪੋਰਟ ਸੇ। Wonderful, Rajiv ji. 3.4.1 is excellent. I think you have compiled more than 350 pages, 350 pages. ਹਾਂਜੀ ਸਰ, 350 pages ਨੇ। I think no person can question on your work in this particular criteria 3.4.1.
ਜਿੰਨਾ ਤੁਸੀਂ ਡਿਟੇਲਡ ਉਹਦੀਆਂ ਰਿਪੋਰਟਸ ਦੈਨ ਉਹਦੇ ਪ੍ਰੂਫਸ ਲਗਾਏ ਨੇ 350 ਦਾ ਡਾਕੂਮੈਂਟ ਦੀ ਜਿਹੜੀ PDF ਫਾਈਲ ਪੜ੍ਹ ਕੇ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਕੋਈ ਸ਼ੱਕ ਜਾਂ ਚਿੰਤਾ ਰਹੇਗੀ ਇਸ ਕੰਪੋਨੈਂਟ ਤੇ। ਵੰਡਰਫੁਲ ਸਰ, ਬਹੁਤ ਵਧੀਆ। ਸਰ ਮੈਂ ਉਹਦੇ ਇੱਕ ਗੱਲ ਪੁੱਛਣੀ ਸੀ। ਹਾਂਜੀ ਤੁਸੀਂ ਪਹਿਲਾਂ ਪੜ੍ਹੀਏ ਸਰ, ਤੁਸੀਂ ਪਹਿਲਾਂ ਫੋਟੋਗ੍ਰਾਫਸ ਲਗਾ ਦਿੱਤੀਆਂ, ਫਿਰ ਜਦੋਂ ਅਸੀਂ ਰਿਪੋਰਟਸ ਲਗਾ ਰਹੇ ਹਾਂ ਤਾਂ ਤਕਰੀਬਨ ਸੇਮ ਫੋਟੋਗ੍ਰਾਫਸ ਉੱਥੇ ਵੀ ਹੈਗੀਆਂ ਨੇ। ਨਹੀਂ, ਉੱਥੇ ਸਰ ਅਸੀਂ ਫੋਟੋਗ੍ਰਾਫ ਜਿਹੜੀ ਹੈ ਇੱਕ ਅੱਧੀ ਲਾ ਰਹੇ ਹਾਂ। ਜਿਹੜੀ ਰਿਪੋਰਟ ਆ ਉਹਦੇ ਅੰਦਰ 4-4 5-5 ਫੋਟੋ ਹਰੇਕ ਚੀਜ਼ ਨੂੰ ਦਿਖਾਉਣ ਦੇ ਲਈ ਹੈ ਸਰ। ਉੱਥੇ ਸਿਰਫ ਇਵੈਂਟ ਦਾ ਨਾਮ ਆ ਰਿਹਾ, ਡੇਟ ਆ ਰਹੀ ਹੈ ਔਰ ਇੱਕ ਅੱਧੀ ਫੋਟੋ ਆ ਰਹੀ ਹੈ। ਜਦੋਂ ਅਸੀਂ ਰਿਪੋਰਟ ਦੇਖਦੇ ਹਾਂ, ਰਿਪੋਰਟ ਦੇ ਅੰਦਰ 8-8 10-10 ਫੋਟੋਗ੍ਰਾਫ ਆ ਰਹੀਆਂ ਨੇ ਅਲੱਗ-ਅਲੱਗ ਚੀਜ਼ਾਂ ਦਿਖਾਉਣ ਦੇ ਲਈ। ਮੇਰਾ ਕੰਸਰਨ ਸਿਰਫ ਸਪੇਸ ਦੇ ਨਾਲ ਸੀਗਾ, ਕਿਉਂਕਿ ਜੇ ਫੋਟੋਗ੍ਰਾਫਸ ਰਿਪੀਟ ਹੋ ਰਹੀਆਂ ਨੇ ਇੱਥੇ ਆ ਕੇ ਤਾਂ ਉਹਦੇ ਨਾਲ ਕੀ ਹੁੰਦਾ, ਸਪੇਸ ਵੀ ਤਾਂ ਜ਼ਿਆਦਾ ਘੇਰ ਰਹੀ ਹੈ ਨਾ, ਇਹ ਡਾਕੂਮੈਂਟ ਘੇਰ ਰਿਹਾ, ਤਾਂ ਜ਼ਰੂਰੀ ਮਤਲਬ ਰੈਪੀਟੀਸ਼ਨ ਹੋ ਰਹੀ ਸੀਗੀ। ਮੈਂ ਤਾਂ ਪੁੱਛ ਰਿਹਾ ਸੀਗਾ ਵੀ ਜੇ ਹੋ ਸਕਦਾ ਹੈ ਕਿ ਰਿਮੂਵ ਕੀਤੀ ਜਾ ਸਕਦੀ ਹੈ ਤੇ ਫਿਰ ਰਿਮੂਵ ਤਾਂ ਫਿਰ ਸਾਰਾ ਹੀ ਗਲਿੰਪਸਸ ਰਿਮੂਵ ਕਰਨਾ ਪਏਗਾ। ਮੈਂ ਇੱਥੇ ਸਰ ਇਹ ਵਰਚਾ ਸਾਹਿਬ ਇਸ ਲਈ ਕੀਤਾ ਹੈ ਰਜੀਵ ਸਰ, ਕਿਉਂਕਿ ਅਗਰ ਰਜੀਵ ਸਰ ਇੱਕ ਕੰਮ ਕਰਕੇ ਦੇਖੋ, ਜਿਹੜਾ ਕੰਸਰਨ ਰਿਸ਼ੀਕੇਸ਼ ਸਰ ਦੱਸ ਰਹੇ ਨੇ ਨਾ, ਤੁਸੀਂ 350 ਪੇਜ ਦੀ ਫਾਈਲ ਨੂੰ PDF ਬਣਾ ਕੇ ਦੇਖਿਓ ਕਿੰਨੇ MB ਬਣਦੇ ਨੇ। ਠੀਕ ਹੈ ਜੀ। ਜੇ ਤੁਹਾਨੂੰ ਬਹੁਤ ਵੱਡਾ ਸਾਈਜ਼ ਲੱਗਿਆ ਬਾਈ ਚਾਂਸ, ਦੇਖੋ ਇੱਕ ਫੋਟੋਗ੍ਰਾਫ ਦਾ ਇਸ਼ੂ ਹੈ, ਬਾਕੀ ਸਾਰਾ ਕੁਝ ਕੋਈ ਸਪੇਸ ਨਹੀਂ ਲਏਗਾ। ਬਾਕੀ ਇਹ ਤੁਹਾਡੀ 350 ਪੇਜ ਦੀ ਫਾਈਲ ਮਸਾ 1-2 MB ਦੀ ਹੋਏਗੀ, ਠੀਕ ਹੈ ਨਾ। ਜਿਹੜਾ ਰਹਿ ਗਿਆ ਤੁਹਾਡਾ ਇਮੇजेस ਦਾ ਇਸ਼ੂ, ਤਾਂ 1-2 ਕਾਮਨ ਵੈਬਸਾਈਟ ਆਉਂਦੀਆਂ ਨੇ ਕੋਲਾਜ ਮੇਕਿੰਗ। ਠੀਕ ਹੈ, ਤੁਸੀਂ ਆਨਲਾਈਨ ਖੋਲੋਗੇ, ਆਨਲਾਈਨ ਕੋਲਾਜ, ਤੁਸੀਂ ਜਿਹੜੀਆਂ 5 ਫੋਟੋਗ੍ਰਾਫ ਨੇ 5 ਉਹਦੇ ਵਿੱਚ ਅਪਲੋਡ ਕਰ ਦਿਓ, ਤੁਹਾਨੂੰ ਇੱਕ ਕੋਲਾਜ ਬਣੀ ਹੋਈ ਉਹ ਡਾਊਨਲੋਡ ਕਰਨ ਨੂੰ ਦੇ ਦੇਗਾ। ਤੇ ਉਹਦੀ ਫਾਈਲ ਦਾ ਮੈਕਸਿਮਮ ਸਾਈਜ਼ ਕਿੰਨਾ ਹੋਏਗਾ? 400 KB 500 KB। ਮਤਲਬ ਇਹਦਾ ਸਾਈਜ਼ ਥੋੜਾ ਜਿਹਾ ਦੇਖ ਲਈਏ ਵੀ ਕਿੰਨਾ। ਮੈਂ ਉਹੀ ਕਹਿ ਰਿਹਾ, ਤੁਸੀਂ ਇੱਕ ਵਾਰੀ ਇਹਦਾ PDF ਬਣਾ ਕੇ ਸਾਈਜ਼ ਦੇਖ ਲਓ। ਜਿਹੜੀ ਗੱਲ ਦਾ ਕੰਸਰਨ ਰਿਸ਼ੀਕੇਸ਼ ਸਰ ਨੇ ਰੇਜ਼ ਕੀਤਾ ਕਿ ਜੇ ਤੁਸੀਂ ਸਾਈਜ਼ ਦਾ ਮੰਨ ਲਓ ਤੁਹਾਡਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ, ਇਹ ਡਿਪੈਂਡ ਕਰਦਾ ਕਿ ਤੁਹਾਡੀਆਂ ਫਾਈਲਾਂ ਕਿਸ ਤਰ੍ਹਾਂ ਦੀਆਂ ਕੰਪਰੈਸਡ ਫਾਰਮ 'ਚ ਲਈਆਂ ਗਈਆਂ ਨੇ ਜਾਂ ਸਿੱਧੀਆਂ। ਦੇਖੋ ਜਿਹੜੇ ਪ੍ਰੋਪਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਜਾਂ ਜਿਹੜੇ ਅੱਜ ਕੱਲ੍ਹ ਹਾਈ ਪਿਕਸਲ ਕੈਮਰਾਜ਼ ਨੇ, ਉਹਨਾਂ ਦੀਆਂ ਫੋਟੋਗ੍ਰਾਫ ਵੱਡੀਆਂ ਬਣਦੀਆਂ ਨੇ, 3 MB ਦੀ 2 MB ਦੀ। ਬਟ ਜੇ ਤੁਸੀਂ ਉਹਦੀ ਥੋੜੀ ਜਿਹੀ ਕੁਆਲਿਟੀ ਲੋ ਸੈੱਟ ਕੀਤੀ ਹੋਈ ਆ, ਦੈਨ ਇਟ ਕੈਨ ਬੀ 100 KB 200 KB। ਇਹ ਡਿਪੈਂਡ ਕਰਦਾ ਕਿ ਕਿੱਦਾਂ ਦੇ ਕੈਮਰੇ ਯੂਜ਼ ਕੀਤਾ ਗਿਆ। ਸੈਕੰਡ, ਜੇ ਤੁਸੀਂ WhatsApp ਤੋਂ ਡਾਊਨਲੋਡ ਕੀਤੀਆਂ ਨੇ, ਆਟੋਮੈਟਿਕਲੀ ਉਹ KB 'ਚ ਆ ਜਾਂਦੀ ਆ ਫਾਈਲ, ਉਹਦੀ ਆਪਣੇ ਆਪ ਉਹ ਕੰਪਰੈਸ਼ਨ ਕਰਕੇ ਭੇਜਦਾ, ਠੀਕ ਹੈ ਨਾ। ਸੋ ਇਸ ਵਾਸਤੇ ਇੱਕ ਵਾਰ ਤੁਸੀਂ ਇਹਦੀ PDF ਬਣਾ ਕੇ ਦੇਖ ਲਓ। ਇਨ ਕੇਸ ਦਾ ਸਾਈਜ਼ ਆਫ ਦਾ ਫਾਈਲ ਇਜ਼ ਵੈਰੀ ਲਾਰਜ, then we have 2 options, either to reduce the photographs, secondly we can use the collage। ਮੰਨ ਲਓ ਤੁਹਾਡੀਆਂ 30 ਐਕਟੀਵਿਟੀਜ਼ ਨੇ, ਤੁਹਾਡੇ 30 ਕੋਲਾਜ ਬਣ ਜਾਣਗੀਆਂ ਜੇ ਤੁਸੀਂ ਸਿੰਪਲ ਕਿਸੇ ਵੀ ਵੈਬਸਾਈਟ ਤੇ 5 ਫੋਟੋਗ੍ਰਾਫ ਪਾ ਕੇ ਉਹਨੂੰ ਡਾਊਨਲੋਡ ਕਰ ਲਓ। ਇਹ ਤੁਸੀਂ ਗੂਗਲ ਤੇ ਵੈਸੇ ਸਰਚ ਕਰੋਗੇ, ਯੂ ਵਿਲ ਫਾਈਂਡ ਕਿ ਆਨਲਾਈਨ ਕੋਲਾਜ। ਠੀਕ ਹੈ ਜੀ। ਮਤਲਬ ਇਹਨੂੰ ਕੰਪਰੈਸ ਕਰਨ ਲਈ ਸਰ ਕੁਝ ਐਪ ਵੀ ਹੋਣਗੀਆਂ ਮੈਨੂੰ ਸਰ ਲੱਗਦਾ। ਜੇ ਫੋਟੋਗ੍ਰਾਫ ਨੂੰ ਕੰਪਰੈਸ ਕਰਨਾ, ਸਰ ਮੈਂ ਉਸ ਦਿਨ ਦੱਸਿਆ ਸੀ, ਇੱਕ ਤਾਂ ਇਰਫਾਨ ਵਿਊ ਹੈ। ਇਰਫਾਨ ਵਿਊ ਐਪ ਆਉਂਦੀ ਹੈ, ਉਹ ਵੀ ਬਹੁਤ ਈਜ਼ੀਲੀ ਕਰ ਦਿੰਦੀ ਆ। ਦੇਅਰ ਵਿਲ ਬੀ ਅ ਨੰਬਰ ਆਫ ਐਪਲੀਕੇਸ਼ਨ ਸਰ ਔਨ ਗੂਗਲ। ਠੀਕ ਹੈ ਜੀ। ਤੁਸੀਂ ਆਪਾਂ ਇਹਨਾਂ ਨੇ ਫੋਟੋਗ੍ਰਾਫ ਵਾਲਾ ਜਿਹੜਾ ਪਾਰਟ ਹੈ ਸਰ, ਇਹਨੂੰ ਕੰਪਰੈਸ ਕਰ ਹੀ ਲਾਵਾਂਗੇ ਸਰ। ਬਿਲਕੁਲ ਸਰ ਕਰ। ਈਵਨ ਮੇਰੇ ਖਿਆਲ ਨਾਲ ਤਾਂ ਵੀ ਸ਼ਾਇਦ ਜੇ ਪਾਵਰ ਪੁਆਇੰਟ 'ਚ ਵੀ ਆਪਸ਼ਨ ਹੋਣੀ ਹੈ, ਲੇਕਿਨ ਮੈਂ ਉਹਨੂੰ ਐਕਸਪਲੋਰ ਨਹੀਂ ਕੀਤਾ। ਲੇਕਿਨ ਇਰਫਾਨ ਇਜ਼ ਅ ਵੈਰੀ ਗੁੱਡ ਐਪ। ਤੁਸੀਂ ਉਹਨੂੰ ਪੂਰੀ ਵੱਡੀ 2 MB ਦੀ ਫਾਈਲ ਨੂੰ ਪਾਓਗੇ, ਉਹਨੇ ਤੁਹਾਡੀ 30 40 50 KB ਦੀ ਫਾਈਲ ਬਣਾਉਣੀ ਹੈ, 100 KB ਦੀ। ਠੀਕ ਹੈ ਜੀ, ਇਹ ਅਸੀਂ ਕਰਕੇ ਦੇਖ ਲੈਣਾ ਹੈ। ਇਰਫਾਨ ਵਿਊ ਡਾਊਨਲੋਡ ਹੋ ਜਾਂਦਾ ਤੁਹਾਡੇ PC ਦੇ ਉੱਤੇ। ਇਸ ਤੋਂ ਬਿਨਾ देयर ਵਿਲ ਬੀ ਮੈਨੀ ਐਪਸ ਜਿਨ੍ਹਾਂ ਨਾਲ ਤੁਸੀਂ ਉਹਨੂੰ ਕਰ ਸਕਦੇ ਹੋ, ਸਾਈਜ਼ ਛੋਟਾ ਕਰ ਸਕਦੇ ਹੋ। ਠੀਕ ਹੈ ਜੀ। ਪਹਿਲਾਂ ਸਰ ਵਰਚਾ ਸਾਹਿਬ ਅਸੀਂ ਪਹਿਲਾਂ ਇਹ ਵੀ ਕੀਤਾ ਸੀ, ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਕਿ ਪੇਸਟ ਲਿੰਕ ਫॉर ਦਾ ਐਡੀਸ਼ਨਲ ਇਨਫੋਰਮੇਸ਼ਨ। ਅਸੀਂ ਜਿਹੜੀਆਂ ਰਿਪੋਰਟ ਸੀ ਨਾ, ਇਹ ਐਡੀਸ਼ਨਲ ਇਨਫੋਰਮੇਸ਼ਨ ਵਿੱਚ ਵੀ ਸੋਚਿਆ ਸੀ ਵੀ ਪਾ ਦਈਏ। ਪਹਿਲਾਂ ਮੇਨ ਵਿੱਚ ਫੋਟੋਗ੍ਰਾਫ ਰੱਖ ਲਈਏ, ਐਡੀਸ਼ਨਲ ਇਨਫੋਰਮੇਸ਼ਨ 'ਚ ਰਿਪੋਰਟ ਪਾ ਦਈਏ, ਫਿਰ ਉਹ 2 ਲਿੰਕ ਬਣ ਜਾਣਗੇ, ਡਾਕੂਮੈਂਟ ਛੋਟੇ ਹੋ ਜਾਣਗੇ। ਇਹ ਵੀ ਸੋਚਿਆ ਸੀ ਵੀ ਇਹ ਵੀ ਕਰ ਸਕਦੇ ਆ। ਪਰ ਅਲਟੀਮੇਟਲੀ ਤਾਂ ਸਪੇਸ ਉਨੀ ਹੋਣੀ ਜਾਣੀ ਹੈ ਸਰ। ਸਪੇਸ ਉਨੀ ਰਹਿਣੀ ਚਾਹੀਏ, ਉਹਨੂੰ 2 ਹਿੱਸਿਆਂ 'ਚ ਪਾਈਏ। ਦੇਖੋ ਆਪਣਾ ਪਰਪਸ ਕੀ ਹੈ ਵੀ ਜੇ ਤਾਂ 5 MB ਤੋਂ ਘੱਟ ਫਾਈਲ ਆ, ਫਿਰ ਤਾਂ ਸਿੱਧੀ ਇੱਥੇ ਅਟੈਚ ਹੋ ਗਈ। ਹਾਂਜੀ। ਜੇ ਉਹ ਫਾਈਲ 5 MB ਤੋਂ ਜ਼ਿਆਦਾ ਬਣ ਜਾਂਦੀ ਹੈ, ਦੈਨ ਵੀ ਨੀਡ ਆਰ ਵੈਬਸਾਈਟ ਉਹਦਾ ਹਾਈਪਰਲਿੰਕ ਕਰਨ ਵਾਸਤੇ। ਔਰ ਜੇ ਅਸੀਂ ਇਹਨਾਂ ਦੇ 2 ਲਿੰਕ ਬਣਾਉਂਦੇ ਆ ਸਰ, ਹੋ ਸਕਦਾ ਦੋਨੋਂ 3-3 4-4 MB ਦੀ। ਕੋਈ ਗੱਲ ਨਹੀਂ, ਫਿਰ ਤੁਹਾਡਾ 5 ਦੇਖੋ ਉਹਦੇ 'ਚ ਦੇਖੋ, ਜੇ 5 MB ਜਦੋਂ ਤੁਸੀਂ ਪੋਰਟਲ ਤੇ ਭਰਨ ਲੱਗੋਗੇ, ਬੇਸਿਕਲੀ ਇੰਸਟਰਕਸ਼ਨਸ ਕੀ ਕਹਿੰਦੇ ਨੇ, 5 MB ਤੋਂ ਉੱਪਰ ਫਾਈਲ ਨਹੀਂ ਹੋਣੀ ਚਾਹੀਦੀ। ਜੇ ਸਾਡਾ ਉਹਦਾ ਪਰਪਸ ਸੋਲਵ ਹੁੰਦਾ, ਦੈਟ ਇਜ਼ ਆਲਸੋ ਓਕੇ। ਸਰ ਉਹਦੇ ਫਾਈਲ ਹੈ ਕਿ ਇੱਕ ਮੀਟ੍ਰਿਕ 5 MB ਦਾ ਹੋਣਾ ਚਾਹੀਦਾ? ਨਹੀਂ, ਮੀਟ੍ਰਿਕ ਨਹੀਂ ਲਿਖਿਆ ਹੈ ਉਹਨਾਂ ਨੇ, ਇੱਕ ਫਾਈਲ ਦੀ ਸਪੇਸ ਕਿਹਾ ਹੈ 5 MB,
ਓਕੇ ਮੈਂ ਤੁਹਾਨੂੰ ਇਸ ਗੱਲ ਦੀ ਨਾ, ਮੈਨੂੰ ਥੋੜਾ ਜਿਹਾ ਨਾ, ਜਿਵੇਂ ਆਪਾਂ ਉਸ ਦਿਨ ਵੈਬਸਾਈਟ ਵਾਲੀ ਗੱਲ ਕੀਤੀ ਸੀ, ਇਮੀਡੀਏਟਲੀ ਨੈਕਸਟ ਡੇ ਯਾਦ ਕਰਵਾ ਦਿਆ ਕਰੋ। ਹੁਣ ਜਿਵੇਂ ਸਾਡੇ ਡਿਗਰੀ ਕਾਲਜ ਨੇ ਫਿਲ ਕੀਤਾ ਸਾਰਾ ਇਹ ਮੈਂ ਤੁਹਾਡੇ ਜਿਹੜੇ ਸਰ ਨੇ ਫਿਲ ਕੀਤਾ, ਉੱਥੇ 2 ਜਣਿਆਂ ਨੇ, ਡਾਕਟਰ ਰਾਜੇਸ਼ ਤੇ ਡਾਕਟਰ ਅਮਰਿੰਦਰ। ਮੈਂ ਉਹਨਾਂ ਦਾ ਤੁਹਾਨੂੰ ਨੰਬਰ ਸ਼ੇਅਰ ਕਰਦਾ, ਤੁਸੀਂ ਮੇਰਾ ਰੈਫਰੈਂਸ ਦੇ ਕੇ ਗੱਲ ਕਰ ਲਿਓ ਚਾਹੇ। ਠੀਕ ਹੈ ਸਰ, ਭੇਜ ਦਿਓ ਸਰ, ਮੈਂ ਕਰ ਦੇ ਵਿਲ ਹੈਲਪ ਯੂ ਇਨ ਦਿਸ ਪਾਰਟਿਕੂਲਰ ਕੁਐਰੀ, ਕਿ ਜਦੋਂ ਅਸੀਂ 5 MB ਦੀ ਲਿਮਿਟ ਲਾ ਰਹੇ ਹਾਂ, ਦੈਟ ਇਜ਼ ਐਪਲੀਕੇਬਲ ਟੂ ਫੁੱਲ ਮੈਟ੍ਰਿਕਸ ਔਰ ਅ 1 ਫਾਈਲ। ਠੀਕ ਹੈ। ਨੈਕਸਟ ਸਰ। ਹੈਗਾ ਸਰ 3.4.2 ਨੰਬਰ ਆਫ ਅਵਾਰਡ ਐਂਡ ਰੈਕੋਗਨੀਸ਼ਨ ਰਿਸੀਵਡ ਫॉर ਐਕਸਟੈਂਸ਼ਨ ਐਕਟੀਵਿਟੀਜ਼ ਗਵਰਨਮੈਂਟ ਐਂਡ ਨਾਨ ਗਵਰਨਮੈਂਟ ਬਾਡੀਜ਼। ਇਹਦੇ ਵਿੱਚ ਸਰ ਅਸੀਂ ਪਹਿਲਾਂ ਇਹ ਸੋਚਿਆ ਸੀ ਵੀ ਸਾਡੇ ਕਾਲਜ ਕੋਲ ਕੋਈ ਅਵਾਰਡ ਨਹੀਂ ਹੈਗਾ, ਬਟ ਫਿਰ ਅਸੀਂ ਜਦੋਂ ਆਪਣੀਆਂ ਇੰਟਰਨਲ ਪ੍ਰੈਜੈਂਟੇਸ਼ਨ ਕੀਤੀਆਂ ਤਾਂ ਮੈਨੂੰ IQSI ਸੈੱਲ ਨੇ ਕੁਝ ਸੁਜੈਸ਼ਨ ਦਿੱਤੇ ਕਿ ਅਸੀਂ ਇਹਦੇ ਵਿੱਚ ਅਵਾਰਡ ਐਂਡ ਐਕਸਟੈਂਸ਼ਨ ਐਕਟੀਵਿਟੀਜ਼ ਕੀ ਪਾ ਸਕਦੇ ਬਣਾਇਆ ਸਰ। ਅਸੀਂ ਇਹਦੇ ਵਿੱਚ ਟੋਟਲ 20 ਅਵਾਰਡ ਐਂਡ ਰੈਕੋਗਨੀਸ਼ਨ ਪਾ ਰਿਹਾ ਹੁਣ ਮੈਂ, ਤੇ ਉਹਦੇ ਅੰਦਰ ਅਸੀਂ ਜਿਵੇਂ ਪਿੰਡ ਦਾ ਸਰਪੰਚ ਸੀ ਸਰ, ਅਸੀਂ 4 NSS ਕੈਂਪ ਲਾਏ ਆ, 2 ਇੱਕ ਕੈਂਪ ਸਰਪੰਚ ਦੇ ਅੰਡਰ, 2 ਇੱਕ ਸਰਪੰਚ ਦੇ ਅੰਡਰ। ਅਸੀਂ ਉਹਨਾਂ ਕੋਲ 4 ਲੈਟਰ ਆਫ ਐਪਰੀਸ਼ੀਏਸ਼ਨ ਲੈ ਲਈਆਂ, ਤੇ ਇਹ ਸਾਡੇ ਗਵਰਨਮੈਂਟ ਬਾਡੀ ਵੱਲੋਂ ਸਾਨੂੰ ਰੈਕੋਗਨੀਸ਼ਨਸ ਮਿਲ ਗਈਆਂ ਕਾਲਜ ਨੂੰ ਕੈਂਪ ਦੀਆਂ। ਔਰ ਇਸੇ ਤਰ੍ਹਾਂ ਜਿਹੜੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਏ ਸੀ, ਜਿਹੜੀ ਹਾਂਜੀ ਸਰ। ਹਾਂਜੀ, ਮੈਂ ਕਿਹਾ ਤੁਸੀਂ ਬਿਲਕੁਲ ਸਹੀ ਪ੍ਰੋਸੀਜਰ, ਜੇ ਆਪਣੇ ਕੋਲ ਕੋਈ ਵੱਡਾ ਅਵਾਰਡ ਨਹੀਂ ਹੈਗਾ, ਨੋ ਪ੍ਰੋਬਲਮ। ਜਿਹੜੀ ਇਸ ਤਰ੍ਹਾਂ ਦੇ ਛੋਟੇ ਅਵਾਰਡ ਅਸੀਂ ਇਕੱਠੇ ਕੀਤੇ ਸੀ। ਹਾਂ, ਜਦੋਂ ਗਵਰਨਮੈਂਟ ਰੈਕਗਨਾਈਜ਼ ਬਾਡੀ ਕਹਿ ਰਿਹਾ ਨਾ, ਪੰਚਾਇਤ ਇਜ਼ ਅ ਸਮੋਲੈਸਟ ਗਵਰਨਮੈਂਟ ਬਾਡੀ ਜਿੱਥੋਂ ਸ਼ੁਰੂ ਹੁੰਦੀ ਆ, ਪਰ ਜਿਹੜਾ ਪ੍ਰਸ਼ਾਸਨਿਕ, ਜੇ ਆਪਾਂ CM ਆਫਿਸ ਤੋਂ ਗੱਲ ਕਰੀਏ ਤਾਂ ਉਹਦੀ ਆਧਾਰਸ਼ਿਲਾ, ਉਹਦੀ ਬੇਸਿਕ, ਉਹਦੀ ਫਾਊਂਡੇਸ਼ਨ ਕਿੱਥੋਂ ਸ਼ੁਰੂ ਹੁੰਦੀ ਆ? ਪੰਚਾਇਤ ਤੋਂ ਸ਼ੁਰੂ ਹੁੰਦੀ ਆ। ਜਿਹੜਾ ਪੰਚਾਇਤ ਦਾ ਸਰਪੰਚ ਹੈ, ਦੈਟ ਇਜ਼ ਆਲਸੋ ਅ ਗਵਰਨਮੈਂਟ ਬਾਡੀ। ਬਿਲਕੁਲ ਸਰ, ਆਪਾਂ ਇਸ ਚੀਜ਼ ਤੇ ਆਪਣਾ ਪੱਖ ਵਧੀਆ ਤਰੀਕੇ ਨਾਲ ਰੱਖ ਸਕਦੇ ਹਾਂ। ਯੈਸ ਪਲੀਜ਼। ਹਾਂਜੀ, ਉਹਨੇ ਸਰ ਪਲੇਨ ਪੇਪਰ ਦੇ ਉੱਪਰ ਸਟੈਂਪ ਲਾ ਕੇ ਲੈਟਰ ਜਿਹੜੀ ਬਣਾ ਕੇ ਸਾਨੂੰ ਦੇ ਦਿੱਤੀ ਹੈ, 4 ਲੈਟਰਸ। ਠੀਕ ਹੈ ਸਰ, ਠੀਕ ਹੈ ਜੀ। ਉਹਦੇ ਬਾਅਦ ਜਿਹੜੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਏ ਸੀ, ਜਿਹੜੀ NGO ਸੀ ਸਰ, ਉਹ ਵੀ ਇੱਕ ਰਜਿਸਟਰਡ ਬਾਡੀ ਹੈ। ਮੈਂ NGO ਦੇ ਕੋਲੋਂ ਵੀ ਸਰ ਆਪਣਾ ਜਿਹੜੇ ਰੈਕੋਗਨੀਸ਼ਨ ਸਰਟੀਫਿਕੇਟ ਲੈ ਲਿਆ ਵੀ ਕਾਲਜ ਨੇ ਬਹੁਤ ਅੱਛਾ ਕੰਮ ਥੈਲੇਸੀਮਿਕ ਪੇਸ਼ੈਂਟ ਦੇ ਲਈ ਬਹੁਤ ਅੱਛਾ ਕੰਟਰੀਬਿਊਟ ਕੀਤਾ ਸੋਸਾਇਟੀ ਨੂੰ, ਤਾਂ ਉਹ ਵੀ ਸਾਡੇ ਕੋਲ 2 ਲੈਟਰ ਜੀ। ਇਹਦੇ SOP ਚ ਕਿਤੇ NGO ਮਨਾ ਤਾਂ ਨਹੀਂ ਕੀਤਾ ਹੈ ਸੀ? ਨਹੀਂ ਸਰ, ਉਹਨਾਂ ਨੇ SOP ਚ ਇਹਦੇ ਬਾਰੇ ਕੁਝ ਲਿਖਿਆ ਨਹੀਂ ਹੈ, ਬਸ ਗਵਰਨਮੈਂਟ ਐਂਡ ਦੈਨ ਓਕੇ ਜੀ, ਕੋਈ ਪ੍ਰੋਬਲਮ ਨਹੀਂ। ਨੈਕਸਟ। ਕਿਉਂਕਿ ਗਵਰਨਮੈਂਟ ਰੈਕਗਨਾਈਜ਼ ਬਾਡੀ ਹੋਗੀ ਨਾ ਸਰ, ਰਜਿਸਟਰਡ। ਯੈਸ, ਠੀਕ ਹੈ ਜੀ। ਇਹਦੇ ਇਲਾਵਾ ਸਰ ਮੈਂ ਇਹਦੇ ਵਿੱਚ ਕੀ ਲਿਖਿਆ ਕਿ ਜਿਹੜੇ ਸਾਡੇ ਟੀਚਰਸ ਨੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਬਲੱਡ ਦਿੱਤਾ ਸੀ, ਉਹਨਾਂ ਨੂੰ ਇੰਡੀਵਿਜੂਅਲ ਸਰਟੀਫਿਕੇਟ ਮਿਲੇ ਹੋਏ ਸੀ ਅਵਾਰਡ ਆਫ ਐਪਰੀਸ਼ੀਏਸ਼ਨ। ਉਹ ਜਾਂ ਤਾਂ DMC ਨੇ ਦਿੱਤੇ ਹੋਏ ਸੀ ਜਾਂ ਫਿਰ AC ਆਰਗੇਨਾਈਜੇਸ਼ਨ ਨੇ ਦਿੱਤੇ ਹੋਏ ਸੀ, ਜਿਹੜੀ ਆਰਗੇਨਾਈਜੇਸ਼ਨ ਨੇ ਸਾਡੇ ਤੋਂ ਬਲੱਡ ਕਲੈਕਟ ਕੀਤਾ ਸੀ। ਤੋਂ ਮੈਂ ਸਾਰੇ ਇੰਡੀਵਿਜੂਅਲ ਉਹਨਾਂ ਨੂੰ ਵੀ ਮੈਂ ਅਵਾਰਡ ਆਫ ਐਪਰੀਸ਼ੀਏਸ਼ਨ ਦੇ ਅੰਦਰ ਇੱਕ ਰੈਕੋਗਨੀਸ਼ਨ ਕਾਲਜ ਦੀ ਉਹ ਲੈ ਲਈ। ਲਾ ਸਕਦੇ ਹਾਂ ਸਰ ਅਸੀਂ ਇਹ ਵੀ? ਸਰ ਜਿਹੜਾ 3rd ਵਾਲਾ ਉਹ ਆਪਾਂ ਥੋੜਾ ਜਿਹਾ ਜ਼ਿਆਦਾ ਪੁਸ਼ ਕਰ ਰਹੇ ਹਾਂ, ਲਾਲ ਲੋ ਕੋਈ ਗੱਲ ਨਹੀਂ। ਜੇ ਕੋਈ ਕੁਐਰੀ ਆਏਗੀ, ਕਿਉਂਕਿ ਇੰਡੀਵਿਜੂਅਲ ਤੇ ਕਈ ਵਾਰ ਜਦੋਂ ਕਹਿੰਦਾ ਨਾ ਟੋਟਲ ਨੰਬਰ ਆਫ ਅਵਾਰਡ ਐਂਡ ਰੈਕਗਨੀਸ਼ਨ, ਬਹੁਤੀ ਜਗ੍ਹਾ ਉਹ ਕਾਲਜ ਨੂੰ ਪ੍ਰੈਫਰ ਕਰਦੇ ਆ ਕਿ ਕਾਲਜ ਦੇ ਨਾਲ ਉਹ ਵੀ ਉਹਨੂੰ ਤਾਂ ਹੀ ਨਹੀਂ ਮਿਲੇ ਵੀ ਕਿਉਂਕਿ ਐਜ਼ ਅ ਟੀਚਰ ਆਫ ਦਾ ਕਾਲਜ ਉਹਦੀ ਕੰਟਰੀਬਿਊਸ਼ਨ ਹੈ ਕਾਲਜ ਦਾ, ਐਜ਼ ਅ EMPLOYE ਉਹਨੇ ਕੀਤੀ ਹੈ। ਸੋ ਵੀ ਕੈਨ ਐਡ ਇਟ, ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਗਲਤ ਡਾਕੂਮੈਂਟ ਨਹੀਂ ਹੈਗਾ। ਉਹਦੀ ਜਿਹੜੀ ਕਲੈਰੀਫਿਕੇਸ਼ਨ ਆ ਵੀ ਵਿਲ ਗਿਵ ਵੈਨ ਐਵਰ ਦੇ ਵਿਲ ਆਸਕ। ਪਹਿਲਾਂ ਤਾਂ ਬਿਲਕੁਲ ਹੀ ਸਾਨੂੰ ਕੁਝ ਨਹੀਂ ਲੱਭ ਰਿਹਾ ਸੀ, ਫਿਰ ਇਸ ਤਰ੍ਹਾਂ ਨਹੀਂ ਸਰ, ਇਹੀ ਤਾਂ NAC ਦੀ ਖੂਬਸੂਰਤੀ ਹੈ ਕਿ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਹਾਂ, ਵੈਨ ਵੀ ਹੈਵ ਅ ਬ੍ਰੇਨਸਟੋਰਮਿੰਗ ਸੈਸ਼ਨ, ਡਿਸਕਸ਼ਨ ਸੈਸ਼ਨ, ਐਜ਼ ਅ ਟੀਮ ਵਰਕ ਵੀ ਫਾਈਂਡ ਸੋ ਮੈਨੀ ਥਿੰਗਸ। ਇਹਦੇ ਇਲਾਵਾ ਸਰ ਸਾਡੇ ਕੋਲ 1-2 ਟੀਚਰ ਹੈ, ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ, ਮੈਂ PDF ਬਣਾਇਆ ਸਰ ਲੈਟਰ ਆਫ ਐਪਰੀਸ਼ੀਏਸ਼ਨ ਦਾ। ਜਿਵੇਂ ਪਹਿਲਾ ਹੈਗਾ ਡਾਕਟਰ ਰੋਬਿਨ ਅੰਦਰਪਾਲ ਸਿੰਘ, ਇਹਨਾਂ ਨੇ ਆਨਲਾਈਨ ਯੂਥ ਟ੍ਰੇਨਿੰਗ ਵਰਕਸ਼ਾਪ ਔਨ ਪਰਸਨੈਲਿਟੀ ਡਿਵੈਲਪਮੈਂਟ ਜਿਹੜੀ ਲਾਈ ਸੀ ਯੂਨੀਵਰਸਿਟੀ 'ਚ, ਇਹਨਾਂ ਨੂੰ ਸਰਟੀਫਿਕੇਟ ਆਫ ਐਪਰੀਸ਼ੀਏਸ਼ਨ ਮਿਲਿਆ ਹੋਇਆ। ਦੂਸਰੇ ਜਿਵੇਂ ਪ੍ਰੋਫੈਸਰ ਅਮਿਤ ਗੋਇਲ ਹੈ, ਇਹਨਾਂ ਨੂੰ ਇੱਕ ਸਰਟੀਫਿਕੇਟ ਆਫ ਐਪਰੀਸ਼ੀਏਸ਼ਨ ਪੰਜਾਬ ਯੂਨੀਵਰਸਿਟੀ ਵੱਲੋਂ ਮਿਲਿਆ ਹੋਇਆ ਸਰ। ਗੁੱਡ ਜੀ, ਗੁੱਡ। ਆਹ ਹੋ ਗਈ ਸਰ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ, ਆ ਪਿੰਡ ਦੇ ਸਰਪੰਚ ਨੇ ਆਪਣੀ ਸਟੈਂਪ ਲਾ ਕੇ ਸਾਈਨ ਕਰਕੇ ਸਾਨੂੰ 19-20 ਦਾ ਦਿੱਤਾ ਹੋਇਆ, 18-19 ਦਾ ਸਾਨੂੰ ਜ਼ਿੰਦਗੀ ਲਾਈਵ ਵਾਲੇ ਨੇ ਦਿੱਤਾ ਹੋਇਆ, ਜਿਹੜਾ ਬਲੱਡ ਡੋਨੇਸ਼ਨ ਕੈਂਪ ਦਾ ਕਾਲਜ ਨੂੰ। ਆਹ ਹੋ ਗਏ ਸਾਡੇ ਐਡਮਿਰੇਸ਼ਨ ਸਰਟੀਫਿਕੇਟ ਸਾਡੇ ਇੰਡੀਵਿਜੂਅਲ ਟੀਚਰ ਦੇ, ਪਹਿਲਾਂ ਜਿਵੇਂ ਮਨੋਜ ਅਰੋੜਾ ਜੀ ਦਾ, ਸੰਦੀਪ ਕੁਮਾਰ ਬਾਂਸਲ ਜੀ ਦਾ। ਆ ਫਿਰ ਸਾਡਾ NSS ਕੈਂਪ ਆ ਗਿਆ 17-18 ਦਾ, 4 ਕੈਂਪ ਹੋ ਗਏ। ਆ DMC ਵੱਲੋਂ ਹੋ ਗਿਆ ਸਰ ਪ੍ਰੋਫੈਸਰ ਮਨੋਜ ਅਰੋੜਾ ਨੂੰ।
ਆ ਵੀ ਡੀਐਮਸੀ ਵੱਲੋਂ ਹੋ ਗਿਆ ਜੀ ਸਾਡੇ ਦੂਸਰੇ ਟੀਚਰ ਨੂੰ। ਆ ਫਿਰ 16-17 ਦਾ ਕੈਂਪ ਹੋ ਗਿਆ। ਆ ਜ਼ਿੰਦਗੀ ਰਾਈ ਵੱਲੋਂ ਐਡਮਿਰੇਸ਼ਨ ਸਰਟੀਫਿਕੇਟ ਹੋ ਗਿਆ। ਤੋਂ ਕੱਲਾ ਜਿਹੜਾ ਪ੍ਰੂਫ ਹੈ ਅਗੇਨ ਐਡਮਿਰੇਸ਼ਨ ਸਰਟੀਫਿਕੇਟ ਸਾਡੇ ਟੀਚਰ ਦਾ, ਕਿ ਮੈਂ ਸਾਰੇ 20 ਦੇ 20 ਲਾਤੇ। ਆ ਸਰ ਸਾਡੇ ਇੱਕ ਸਟੂਡੈਂਟ ਨੂੰ ਸੈਕੰਡ ਬੈਸਟ ਕੈਂਪਰ ਦਾ ਅਵਾਰਡ ਮਿਲਿਆ ਸੀ। ਪੰਜਾਬ ਯੂਨੀਵਰਸਿਟੀ ਵੱਲੋਂ ਰੌਕ ਕਲਾਈਮਿੰਗ ਐਂਡ ਐਡਵੈਂਚਰ ਕੈਂਪ ਲੱਗਿਆ ਸੀ, ਤੇ ਉਹਦੇ ਵਿੱਚ ਸਾਨੂੰ ਸੈਕੰਡ ਬੈਸਟ ਕੈਂਪਰ ਦਾ ਰੈਕੋਗਨੀਸ਼ਨ ਮਿਲਿਆ ਸੀ। ਇਹ ਵੀ ਮੈਂ ਇਹਦੇ ਅੰਦਰ ਲਾ ਦਿੱਤਾ। ਤੇ ਇਹਦੇ ਅੰਦਰ ਸਟੂਡੈਂਟਸ ਦੇ ਅਵਾਰਡ ਵੀ ਹੋ ਗਏ ਸਰ, ਟੀਚਰ ਦੇ ਅਵਾਰਡ ਵੀ ਹੋ ਗਏ, ਐਨਐਸਐਸ ਯੂਨਿਟ ਦੇ ਅਵਾਰਡ ਵੀ ਹੋ ਗਏ, ਔਰ ਜਿਹੜੀ ਯੂਥ ਕਲੱਬ ਹੈ ਬਲੱਡ ਡੋਨੇਸ਼ਨ ਵਾਲੇ ਉਹਨਾਂ ਦੇ ਵੀ ਅਵਾਰਡ ਹੋ ਗਏ। ਠੀਕ ਹੈ ਸਰ, ਬਿਹਾਫ ਆਫ ਕਾਲਜ ਹੀ ਹੈ ਸਰ। ਓਕੇ ਸਰ, ਓਕੇ ਠੀਕ ਹੈ ਜੀ। ਔਰ ਇਹਨਾਂ ਦਾ ਮੈਂ ਤੁਹਾਨੂੰ ਇੱਕ ਵਾਰੀ ਟੈਂਪਲੇਟ ਵੀ ਸਰ ਸ਼ੋ ਕਰ ਦਿਆਂ। ਇਹ ਤਾਂ ਸੀ ਇਹਨਾਂ ਦੇ ਜਿਹੜੇ ਪੀਡੀਐਫ। ਦਿਸ ਇਜ਼ ਦਾ ਟੈਂਪਲੇਟ ਸਰ। ਇਧਰਲੇ ਪਾਸੇ ਨੇਮ ਆਫ ਐਕਟੀਵਿਟੀ ਹੋ ਗਿਆ, ਸਰਟੀਫਿਕੇਟ ਦਾ ਨਾਮ ਹੋ ਗਿਆ, ਕਿਹੜੇ ਡਿਪਾਰਟਮੈਂਟ ਨੇ ਦਿੱਤਾ, ਐਂਡ ਈਅਰ ਆਫ ਅਵਾਰਡ ਹੋ ਗਿਆ। ਇਸੇ ਸੀਕੁਐਂਸ ਦੇ ਵਿੱਚ ਅਸੀਂ ਉਧਰਲੇ ਪਾਸੇ ਸਰ ਪੀਡੀਐਫ ਬਣਾਇਆ ਹੋਇਆ। ਇਹ ਸਾਰੇ ਦੇ ਸਾਰੇ ਤੁਹਾਨੂੰ ਇਸੇ ਸੀਕੁਐਂਸ ਉੱਤੇ ਮਿਲਣਗੇ ਸੈਸ਼ਨ ਵਾਈਜ਼, 2020 ਤੋਂ ਸ਼ੁਰੂ ਕਰਕੇ 2016-17 ਤੱਕ। ਫਾਈਨ ਸਰ, ਠੀਕ ਹੈ ਜੀ, ਠੀਕ ਹੈ। नेक्स्ट आ गया सर 3.4.3 नंबर ऑफ एक्सटेंशन एंड आउटरीच प्रोग्राम कंडक्टेड बाय द इंस्टीट्यूशन थ्रू एनसीसी एनएसएस एंड। और ये सर ये लिखते हैं एंड और ये अपनी उदों भी गल हुई सी, क्या जरूरी है कि ਅਸੀਂ ਇਹਦੇ ਵਿੱਚ ਉਹੀ ਐਕਟੀਵਿਟੀ ਪਾਈ ਹੈ ਜਿਹੜੀ ਕਿ ਕੋਈ ਕੋਲੈਬੋਰੇਟਿਵ ਐਕਟੀਵਿਟੀ ਹੈ। तो एंड और ਦਾ ਮਤਲਬ ਹੈ ਤੁਸੀਂ ਵੀ ਕਰ ਸਕਦੇ ਹੋ, ਉਹਨਾਂ ਦੇ ਨਾਲ ਵੀ ਕਰ ਸਕਦੇ ਹੋ। ਇਹ ਉਦੋਂ ਤੁਸੀਂ ਕਿਹਾ ਸੀ। तो ਇਹਦੇ ਅੰਦਰ ਅਸੀਂ 53 ਐਕਟੀਵਿਟੀ ਸਰ ਸ਼ੋ ਕਰ ਰਹੇ ਹਾਂ, ਜਿਹੜੀਆਂ ਅਸੀਂ ਐਕਸਟੈਂਸ਼ਨ ਐਕਟੀਵਿਟੀਜ਼ NGOs ਦੇ ਨਾਲ ਜਾਂ ਹੋਰ ਕੋਈ ਕਮਿਊਨਿਟੀ ਦੇ ਨਾਲ ਮਿਲ ਕੇ ਕੀਤੀਆਂ ਨੇ। ਮੈਂ ਈਅਰ ਸੈਸ਼ਨ ਵਾਈਜ਼ ਇਹਨਾਂ ਦੀ ਡਿਟੇਲ ਦਿੱਤੀ ਹੋਈ ਹੈ, ਔਰ ਸਾਰੀਆਂ ਐਕਟੀਵਿਟੀਜ਼ ਦਾ ਪਹਿਲਾਂ ਮੈਂ ਤੁਹਾਨੂੰ ਟੈਂਪਲੇਟ ਦਿਖਾ ਦਿੰਦਾ ਸਰ। ਦਿਸ ਇਜ਼ ਦਾ ਟੈਂਪਲੇਟ। ਟੈਂਪਲੇਟ 'ਚ ਪਹਿਲਾਂ ਨੇਮ ਆਫ ਐਕਟੀਵਿਟੀ ਆ ਗਿਆ ਸਰ, ਦੂਸਰਾ ਉਹਨਾਂ ਨੇ ਆਰਗੇਨਾਈਜ਼ਿੰਗ ਯੂਨਿਟ ਪੁੱਛਿਆ ਜਾਂ ਫਿਰ ਕੋਲੈਬੋਰੇਟਿਵ ਏਜੰਸੀ ਹੈ ਸਰ। तो जिवें मैं पहले च लिखा एनएसएस यूनिट एंड यूथ क्लब ऑफ द कॉलेज इन कोलैबोरेशन विद मिस्टर करण रोहेड़ा मैंबर आर्ट ऑफ लिविंग। तो ये मैं मैंबर करण रोहेड़ा जी बुलाया सी आर्ट ऑफ लिविंग तो उन्होंने दे नाल असीं कोलैबोरेशन दिखाती। स्कीम का नाम की है अवेयरनेस कंसर्न है, इन्होंने टैंपलेट च पूछा है, ईयर दिखाता और किन्ने स्टूडेंट ने पार्टिसिपेट किया वो दस दिता। ठीक है जी। इस तरह ये 53 एक्टिविटीज़ की जी लिस्ट है, ये भी लगभग वही सैल आते हैं जो आप उत्थे मैंशन किए सी। यूथ क्लब आ जाता जी, एनएसएस यूनिट आ जाता है, तो वूमन डिवेलपमेंट सैल आ जाता है। हाँ सर ठीक है, असीं कोलैबोरेशन जिहड़ियां दिखा रहे हैं, जिवें मैं ऑनलाइन वर्कशॉप दिखाई इंटरनेशनल योगा डे, तो असीं भारतीय योगा संस्थान तो बंदा बुलाया, मैं लिख दिता है यूथ क्लब एंड वूमन डिवेलपमेंट सैल ने कराया इन कोलैबोरेशन विद मिस्टर हितेश नंदा ऑफ भारतीय योगा संस्थान। मेरे को इहदा कोई कोलैबोरेशन कोई इदा नहीं है कि मैं इन्हां नाल कोई MOU किया होया या कोई बड़ी रजिस्टर्ड कोलैबोरेशन की हुई है, बट क्योंकि मैं इन्हां दे नाल कर रहा मिल के, तो मैं उन्होंने कोलैबोरेशन का नाम दे दिता सर। आप दे सकते हैं सर? दे सकते हो, कोई गल नहीं जी, लेकिन इत्थे बाय नेम लिखण दी या ऑर्गेनाइजेशन का नाम बैटर है। इनू कोलैबोरेशन विद भारतीय योग संस्थान। अच्छा, हितेश नंदा कट दी है सर? हाँ, हितेश नंदा तो एक बंदा हो गया ना, आप ऑर्गेनाइजेशन नाल कोलैबोरेट करांगे हमेशा। एक गल होर तुसीं नाल ही 15 नंबर भी चैक करो सर। असीं एक वैबीनार करवाया सी वूमन हैल्थ ते, तां डॉक्टर पूजा टंडन आई सी DMC तो मैं फिलहाल ये लिखा कि वुमेन डेवलपमेंट सेल ने कराया इन कोलैबोरेशन विद डॉक्टर पूजा टंडन। नेम सर नेम कट दो सारिਆਂ ਦੇ। ਆਪਾਂ ਨੂੰ ਇਹ ਤਾਂ ਨਹੀਂ ਪੁੱਛਿਆ ਜਾਏਗਾ ਵੀ ਤੁਸੀਂ DMC ਦੇ ਨਾਲ ਕੋਈ ਕੋਲੈਬੋਰੇਸ਼ਨ ਕੀਤੀ ਹੋਈ ਹੈ? ਨਹੀਂ, ਦੇਖੋ ਪਤਾ ਕੀ ਹੈ, ਇਹਨੂੰ ਕੋਲੈਬੋਰੇਸ਼ਨ ਕੀ ਹੈ, ਜਦੋਂ ਤੁਸੀਂ ਕਰਵਾ ਰਹੇ ਹੋ, ਦੇਖੋ ਇਸ ਚੀਜ਼ ਨੂੰ ਜੇ ਆਪਾਂ ਤਾਂ ਅੰਡਰਸਟੂਡ ਉਹਨਾਂ ਨੂੰ ਇਹ ਕਰਵਾ ਰਹੇ ਹਾਂ ਕਿ ਅਸੀਂ ਉਹਨਾਂ ਨਾਲ ਮਿਲ ਕੇ ਕਰਵਾ ਰਹੇ ਹਾਂ, ਉਹਨੂੰ ਤੁਸੀਂ ਜਵਾਬ ਕੀ ਦੋਗੇ ਕਿ ਸਮ ਆਫ ਦਾ ਕੋਲੈਬੋਰੇਸ਼ਨਸ ਆਰ ਦਾ ਫਾਰਮਲ ਕੋਲੈਬੋਰੇਸ਼ਨ, ਸਮ ਆਰ ਦਾ ਇਨਫਾਰਮਲ ਕੋਲੈਬੋਰੇਸ਼ਨ। We normally talk with the organization on telephonic conversation or WhatsApp conversation, ਜਾਂ ਅਸੀਂ ਪਰਸਨਲੀ ਮਿਲਦੇ ਹਾਂ। ਅਸੀਂ ਰਿਟਨ ਫਾਰਮ 'ਚ ਕੋਲੈਬੋਰੇਸ਼ਨ ਕੁਝ ਕੀਤੀਆਂ ਹੋਈਆਂ ਨੇ, ਉਹ ਸਾਡੀਆਂ ਇਹ ਨੇ ਜਿਵੇਂ ਤੁਹਾਡੀਆਂ ਅਲੱਗ-ਅਲੱਗ ਇੰਡਸਟਰੀ ਨਾਲ ਕੀਤੀਆਂ ਹੋਈਆਂ ਨੇ, ਉਹ MOU ਨੇ ਸਰ। ਮੈਂ ਤੁਹਾਨੂੰ ਦੇਖੋ MOU ਤੇ ਕੋਲੈਬੋਰੇਸ਼ਨ 'ਚ ਥੋੜ੍ਹਾ ਜਿਹਾ ਫਰਕ ਡਿਫਰੈਂਸ ਪਾਉਂਦੀ ਹੈ ਨੈਕ, ਕਿ MOU ਜਿਹਦੇ ਵਿੱਚ ਲੌਂਗ ਟਰਮ ਦੀਆਂ ਸਿਸਟਮ ਚੱਲਦੇ ਨੇ, ਠੀਕ ਹੈ ਨਾ, ਤੁਹਾਡਾ ਲੌਂਗ ਟਰਮ ਦੇ ਆਬਜੈਕਟਿਵ ਨੇ, ਰਿਟਨ ਫਾਰਮੈਟ ਹੋਣਾ ਬਹੁਤ ਜ਼ਰੂਰੀ ਹੈ। MOU ਕਦੇ ਵੀ ਇਨਫਾਰਮਲ ਨਹੀਂ ਹੋ ਸਕਦਾ। MOU should always be in a written format ਦੇ ਵਿੱਚ, ਜਿਸ ਦੋਨੋਂ ਪਾਰਟੀ ਦੀਆਂ ਕੰਡੀਸ਼ਨਸ ਲਿਖੀਆਂ ਹੋਈਆਂ ਨੇ, ਠੀਕ ਹੈ ਨਾ। ਉਹਦੀ ਫਾਰਮੈਟਿੰਗ ਕਿਸੇ ਦੀ ਵਰਡਿੰਗ ਕੁਝ ਹੋਰ ਹੋ ਸਕਦੀ ਹੈ, ਕਿਸੇ ਦੀ ਹੋਰ ਹੋ ਸਕਦੀ ਹੈ। ਕੋਲੈਬੋਰੇਸ਼ਨ ਕੈਨ ਬੀ ਫਾਰਮਲ ਐਜ਼ ਵੈਲ ਐਜ਼ ਇਨਫਾਰਮਲ। ਕੋਲੈਬੋਰੇਸ਼ਨ MOU ਨਾਲੋਂ ਥੋੜੀ ਹਲਕੀ ਹੈ। ਹਾਂ ਬਿਲਕੁਲ, ਸ਼ੋਰ। MOU ਦੇ ਵਿੱਚ ਆਰਗੇਨਾਈਜ਼ ਜ਼ਿਆਦਾ, ਕੋਲੈਬੋਰੇਸ਼ਨ ਥੋੜੀ ਜਿਹੀ ਆਰਗੇਨਾਈਜ਼ ਘੱਟ ਹੈ।
ਬਸ ਮੈਂ ਹੁਣ ਇਹਦੇ ਵਿੱਚੋਂ ਸਰ ਨਾਮ ਸਾਰੇ ਕੱਟ ਦਿਆਂਗਾ, ਆਰਗੇਨਾਈਜੇਸ਼ਨ ਦਾ ਨਾਮ ਰੱਖ ਦਿਆਂਗਾ। ਯੈਸ ਉਹ ਆਪਾਂ ਜੇ ਵੈਸੇ ਆਪਣੇ ਤੋਂ ਜੇ ਆਪਣੇ ਤੋਂ ਜ਼ਿਆਦਾ ਕੁਐਰੀਜ਼ ਪੁੱਛਣਗੇ, ਆਪਣੀਆਂ 53 ਐਕਟੀਵਿਟੀਜ਼ ਨੇ, ਠੀਕ ਹੈ ਨਾ। ਮੰਨ ਲਓ ਉਹਨਾਂ ਨੇ ਆਪਣੀ ਰਿਪੋਰਟ ਦੇਖੀ, ਉਹਨਾਂ ਨੇ ਉਹਦੇ ਵਿੱਚੋਂ 40 ਐਕਸੈਪਟ ਕਰ ਲਈਆਂ, ਕੋਈ ਗੱਲ ਨਹੀਂ। ਜੇ ਉਹਨਾਂ ਨੇ ਕਿਹਾ ਜੀ ਇਹ ਤੁਹਾਡਾ ਇਹਦਾ ਕੋਈ ਕੋਲੈਬੋਰੇਸ਼ਨ ਵਾਲਾ ਨਹੀਂ ਹੈਗਾ, ਕੋਈ ਗੱਲ ਨਹੀਂ, ਆਪਾਂ ਪਾਤਾ। ਜੇ ਤੁਹਾਨੂੰ ਪੁੱਛਣਗੇ ਕਿਵੇਂ ਕੋਲੈਬੋਰੇਸ਼ਨ ਆ, ਦੈਨ ਤੁਸੀਂ ਇੱਕ ਸਿੰਪਲ ਕਲੈਰੀਫਿਕੇਸ਼ਨ ਦਿਓਗੇ ਲੈਟਰ ਹੈਡ ਦੇ ਉੱਤੇ ਕਿ ਵੀ ਹੈਵ ਸਮ ਫਾਰਮਲ ਕੋਲੈਬੋਰੇਸ਼ਨ, ਸਮ ਆਰ ਦਾ ਇਨਫਾਰਮਲ ਕੋਲੈਬੋਰੇਸ਼ਨਸ। ਵੈਸੇ ਵੀ ਸਰ ਜੇ ਆਰਗੇਨਾਈਜੇਸ਼ਨ ਆਪਣਾ ਬੰਦਾ ਭੇਜ ਰਹੀ ਹੈ, ਆਬਵੀਅਸਲੀ ਜੇ ਤੁਹਾਡੀ ਉਹ ਅੰਡਰ ਕੋਲੈਬੋਰੇਸ਼ਨ ਹੀ ਕਰ ਰਹੀ ਉਹ ਚੀਜ਼ ਨੇ ਤੁਹਾਨੂੰ ਐਗਰੀ ਕੀਤਾ ਤਾਂ ਹੀ ਕਰ ਰਹੇ ਨੇ ਨਾ, ਤਾਂ ਹੀ ਕਰ ਰਹੇ ਸਰ, ਬਿਲਕੁਲ। ਅਦਰਵਾਈਜ਼ ਉਹ ਕਿਉਂ ਭੇਜਣਗੇ ਆਪਣਾ? ਯੈਸ ਹੈ ਤਾਂ ਕੋਲੈਬੋਰੇਟਿਵ ਐਕਟੀਵਿਟੀਜ਼ ਹੈ। ਸਾਡਾ ਬੰਦਾ ਤਾਂ ਕੋਈ ਨਹੀਂ ਦੇ ਰਿਹਾ ਨਾ ਸਪੀਚ, ਉਹਨਾਂ ਦਾ ਬੰਦਾ ਹੀ ਦੇ ਰਿਹਾ। ਬਿਲਕੁਲ ਔਰ ਵੈਸੇ ਵੀ ਸਰ ਕੱਟਣਗੇ ਕਿਉਂ? ਮੰਨ ਲਓ ਸਾਨੂੰ ਕਹਿੰਦੇ ਆ ਕਿ ਦਿਸ ਇਜ਼ ਨਾਟ ਅ ਵੈਲਿਡ ਕੋਲੈਬੋਰੇਸ਼ਨ, ਤਾਂ ਜਿਹੜਾ ਇਹਦਾ ਟੈਂਪਲੇਟ ਹੈ ਉਹ ਆਪਣੇ ਆਪ ਹੀ ਕਹਿੰਦਾ ਕਿ ਐਂਡ ਔਰ ਹਾਂ। ਜੇ ਅਸੀਂ ਕੋਲੈਬੋਰੇਸ਼ਨ ਨਾ ਕੀਤੀ ਜਾਂ ਬਿਨਾਂ ਐਕਟੀਵਿਟੀ ਨੂੰ ਤਾਂ ਇਨਕਾਰ ਨਹੀਂ ਕਰ ਸਕਦੇ। ਰਾਜੀਵ ਜੀ ਦੇਖੋ, ਆਪਾਂ ਨੂੰ ਨੈਕ ਤੋਂ ਡਰ ਬਹੁਤ ਲੱਗਦਾ ਹੁੰਦਾ। ਦੇਖੋ ਜਿਹੜਾ ਕੰਮ ਅਸੀਂ ਕੀਤਾ ਹੋਇਆ, ਜੇ ਅਸੀਂ ਉਹ ਕੰਮ ਆਪਣਾ ਪ੍ਰੈਜ਼ੈਂਟ ਕਰ ਰਹੇ ਹਾਂ ਤਾਂ 100 ਦੇ ਵਿੱਚੋਂ 90% ਜੇ ਸਾਡਾ ਉਹ ਟੈਂਪਲੇਟ ਦੇ ਵਿੱਚ ਫਿੱਟ ਬੈਠਦਾ, ਦੇ ਐਪਰੀਸ਼ੀਏਟ ਦਾ ਵਰਕ। ਉਹ ਜੇ ਤੁਹਾਨੂੰ ਤੁਹਾਡੀ ਵੀਕਨੈਸ ਵੀ ਦੱਸਣਗੇ ਨਾ, ਜਿਵੇਂ ਸ਼ੂਗਰ ਕੋਟਡ ਗੋਲੀਆਂ ਨਹੀਂ ਦਿੰਦੇ ਹੁੰਦੇ, ਆਪਾਂ ਪਿਲਸ ਦਿੰਦੇ ਹੁੰਦੇ ਆ, ਉਹਨਾਂ ਦੀ ਬੇਸਿਕ ਫਿਲਾਸਫੀ ਕਿਸੇ 'ਚ ਨੁਕਸ ਕੱਢਣਾ, ਕਿਸੇ ਦੀ ਵੀਕਨੈਸ ਕੱਢਣੀ ਨਹੀਂ ਹੈਗਾ। ਜੋ ਬੈਸਟ ਕਾਲਜ ਦੇ ਵਿੱਚ ਹੈਗਾ ਉਹਦੇ ਅਕੋਰਡਿੰਗ ਨੰਬਰ ਦੇਣੇ ਨੇ, ਉਹਦੇ ਅਕੋਰਡਿੰਗ ਇਵੈਲੂਏਟ ਕਰਨਾ। ਜੇ ਤੁਹਾਡੀਆਂ ਕਮੀਆਂ ਨੇ ਉਹ ਤੁਹਾਡੇ ਮੂੰਹੋਂ ਕਢਵਾ ਲੈਣ ਤਾਂ ਬੈਟਰ ਹੈ। ਅਦਰਵਾਈਜ਼ ਜੇ ਤੁਹਾਨੂੰ ਦੱਸਣਗੇ ਵੀ ਤਾਂ ਉਹ ਸ਼ੂਗਰ ਪਿਲਸ ਵਾਂਗੂ ਦੇ ਕੇ ਵੀ ਹਾਂ ਜਿਹੜਾ ਤੁਹਾਨੂੰ ਕੌੜੀ ਵੀ ਨਾ ਲੱਗੇ ਗੋਲੀ ਖਾਣ ਵੇਲੇ, ਇਸ ਤਰੀਕੇ ਨਾਲ ਦੱਸਣਾ ਉਹਨਾਂ ਦਾ ਜੋ ਬੇਸਿਕ ਫਰਜ਼ ਬਣਦਾ, ਜੋ ਉਹਨਾਂ ਦੀ ਫਿਲਾਸਫੀ ਹੈ ਨੈਕ ਦੀ। ਬਾਕੀ ਜਦੋਂ ਤੁਹਾਡਾ ਇੰਨਾ ਵਧੀਆ ਰਿਕਾਰਡ ਮੇਨਟੇਨ ਹੋਇਆ, ਕੋਈ ਗੱਲ ਨਹੀਂ, ਅਸੀਂ ਆਪਣਾ ਲੌਜਿਕ ਅਕੋਰਡਿੰਗਲੀ ਇਸ ਐਕਟੀਵਿਟੀ ਨੂੰ ਇੱਥੇ ਪਾਇਆ। ਇਫ ਦੇ ਹੈਵ ਐਨੀ ਕੁਐਰੀ ਦੇ ਵਿਲ ਆਸਕ ਇਨ DVV ਦਾ ਸਾਰਾ ਪ੍ਰੋਸੈਸ ਹੀ ਇਹਨਾਂ ਗੱਲਾਂ ਵਾਸਤੇ ਆ। ਜੇ ਉਹ ਸਾਨੂੰ ਕਹਿਣਗੇ ਅਸੀਂ ਆਪਣੀ ਰਿਕੁਐਸਟ ਭੇਜੀ ਕਿ ਅਸੀਂ ਇਸ ਤਰੀਕੇ ਨਾਲ ਨੂੰ ਐਕਟੀਵਿਟੀ ਨੂੰ ਪਾਇਆ, ਈਦਰ ਦੇ ਵਿਲ ਐਕਸੈਪਟ ਆਰ ਆਰਗੂਮੈਂਟ ਔਰ ਦੇ ਵਿਲ ਡਿਸਾਈਡ ਔਨ देयर ਸੈਲਫ। ਠੀਕ ਹੈ, ਸਾਨੂੰ ਕਲੇਮ ਕਰਨੀਆਂ ਚਾਹੀਦੀਆਂ ਨੇ। yes we will claim because we have done these activities and we have done hard work for these activities. ਹੁਣ ਸਰ ਮੈਂ ਇੱਕ ਇੰਡੈਕਸ ਤਿਆਰ ਕੀਤਾ ਇਹਦਾ, ਇਹਦੇ ਡਾਕੂਮੈਂਟ ਪ੍ਰੂਫ ਦਾ। ਉਹਦੇ ਵਿੱਚ ਇਹੀ ਵਾਲੀ ਐਕਟੀਵਿਟੀਜ਼ ਦੀ ਪੂਰੀ ਰਿਪੋਰਟਸ ਨੇ, ਪੇਜ ਨੰਬਰ ਵੀ ਮੈਂਸ਼ਨ ਕਰ ਦਿੱਤੇ ਸਰ ਸਾਰੇ। ਔਰ ਇਹ ਐਕਟੀਵਿਟੀ ਜਿਹੜੀ 1 ਬਾਈ 1 ਜਿੱਦਾਂ ਟੈਂਪਲੇਟ ਦੇ ਵਿੱਚ ਸੀ, ਹਰੇਕ ਐਕਟੀਵਿਟੀ ਦਾ ਉਸੇ ਤਰ੍ਹਾਂ ਰਿਪੋਰਟ ਹੈ। ਔਰ ਹਰੇਕ ਐਕਟੀਵਿਟੀ ਦੇ ਪਿੱਛੇ ਉਹਦੀਆਂ ਜਿਹੜੀਆਂ ਨਿਊਜ਼ ਕਟਿੰਗ ਹੈ ਸਰ, ਪ੍ਰੈਸ ਕਟਿੰਗ ਹੈ, ਉਹ ਸਾਰੀਆਂ ਮੈਂ ਲਾਈਆਂ ਹੋਈਆਂ। ਆ ਦੇਖੋ, ਤੁਸੀਂ ਦੇਖ ਸਕਦੇ ਹੋ। ਆ ਇੰਟਰਨੈਸ਼ਨਲ ਜਿਵੇਂ ਮੂਵਮੈਂਟ ਹੈ, ਉਹਦੀ ਰਿਪੋਰਟ ਹੈ। ਸੈਸ਼ਨ ਵਾਈਜ਼ ਹੈ ਸਰ, ਇਹ ਵੀ ਵੀਕ ਕੀ ਤੋਂ ਚੱਲ ਰਹੀ ਹੈ। ਉਹਦੇ ਬਾਅਦ ਉਹਦਾ ਪੈਂਫਲੇਟ ਲਗਾ ਦਿੱਤਾ ਗਿਆ ਜੀ, ਉਹਦੇ ਬਾਅਦ ਉਹਦੀ ਫੋਟੋ ਹੋ ਗਈ, ਐਂਡ ਦੈਨ ਉਹਦੀ ਜਿਹੜੀ ਨਿਊਜ਼ ਕਵਰੇਜ ਹੈ। ਇਹ ਰਿਪੋਰਟਸ ਉਹੀ ਰਿਪੋਰਟਸ ਹੈ ਸਰ ਜਿਹੜੀਆਂ ਰਿਪੋਰਟਸ ਆਪਾਂ ਪੈਰਾਗ੍ਰਾਫ ਦੀ ਐਕਸਪਲੇਨੇਸ਼ਨ ਦੇ ਵਿੱਚ ਦਿਖਾਈਆਂ ਸੀ। ਜਦੋਂ ਉੱਪਰ ਮੈਂ ਗਲਿੰਪਸਸ ਦਿਖਾ ਦਿੱਤੇ ਸੀ, ਉਹਦੇ ਬਾਅਦ ਮੈਂ ਇੰਡੀਵਿਜੂਅਲ ਰਿਪੋਰਟ ਦਿਖਾਈਆਂ ਸੀ। ਫਾਈਨ ਸਰ, ਓਕੇ। ਜਿਹੜੇ ਉਹ ਪੈਟਰਨ ਸੇਮ ਹੈ ਤੇ ਸਾਰਾ ਤੁਸੀਂ ਉਹਨੂੰ ਫੋਲੋ ਕਰ ਲਿਆ। ਅਗੇਨ ਯੂਅਰ 300 ਪੇजेस ਡਾਕੂਮੈਂਟ ਇਜ਼ ਰੈਡੀ। ਕੱਲੀ ਰਿਪੋਰਟ ਦਾ। ਫਾਈਨ ਬਹੁਤ ਅੱਛਾ ਸਰ। ਹਾਂਜੀ, ਇੱਕ ਸਰ ਮੈਨੂੰ ਇੱਥੇ ਹੋਰ ਚੀਜ਼ ਦੱਸੋ ਜਿਹੜੀ ਮੈਂ ਤੁਹਾਨੂੰ ਪੁੱਛਣੀ ਚਾਹ ਰਿਹਾ ਕਿ ਆ ਜਿਹੜੇ ਮੈਂ ਇਹ ਰਿਪੋਰਟ ਦਾ ਵਰਡ ਡਾਕੂਮੈਂਟ ਬਣਾਇਆ, ਇਹ ਸਾਡੇ ਇੰਡੀਵਿਜੂਅਲ ਟੀਚਰ ਜਿਹੜੇ ਐਕਟੀਵਿਟੀਜ਼ ਕਰਾਉਂਦੇ ਆ, ਸਾਨੂੰ ਵਰਡ ਰਿਪੋਰਟ ਬਣਾ ਕੇ ਦੇ ਦਿੰਦੇ ਆ। ਅਸੀਂ ਉਹਨਾਂ ਨੂੰ ਕੰਪਾਈਲ ਕਰ ਲੈਂਦੇ ਆ, ਥੋੜੀ ਬਹੁਤ ਐਡੀਟਿੰਗ ਕਰਕੇ ਉਹਨਾਂ ਨੂੰ ਇੱਥੇ ਲਾ ਦਿੰਦਾ ਹੈ। ਇਹਦੇ ਵਿੱਚ ਹੁਣ ਮੈਂ ਜਿੰਨੇ ਵੀ ਕਾਲਜਸ ਦੀਆਂ ਰਿਪੋਰਟ ਦੇਖੀਆਂ, ਕਿਸੇ ਵੀ ਕਾਲਜ ਨੇ ਰਿਪੋਰਟ ਜਦੋਂ ਇਹਦੇ ਵਿੱਚ ਲਾਈਆਂ, ਅਪਲੋਡ ਕੀਤੀਆਂ, ਉਹਦੇ ਉੱਪਰ ਨਾ ਤਾਂ ਕਿਸੇ ਕਮੇਟੀ ਮੈਂਬਰ ਦੇ ਸਿਗਨੇਚਰ ਹੈ, ਨਾ ਪ੍ਰਿੰਸੀਪਲ ਦੇ ਸਿਗਨੇਚਰ ਹੈ। ਸਾਰੀਆਂ ਵਰਡ ਡਾਕੂਮੈਂਟ ਨੂੰ ਹੀ PDF 'ਚ ਕਨਵਰਟ ਕਰਕੇ ਲਾਇਆ ਗਿਆ, ਜਿਵੇਂ ਕਿ ਫਿਲਹਾਲ ਮੈਂ। ਔਰ ਕਿਆ ਸਾਨੂੰ ਇਸੇ ਤਰ੍ਹਾਂ ਹੀ ਲਾਉਣਾ ਚਾਹੀਦਾ? ਜੇ ਮੈਂ ਇਹਨੂੰ ਸਾਈਨ ਕਰਕੇ ਲਾਉਣਾ ਤਾਂ ਫਿਰ ਮੈਨੂੰ ਕੱਲੇ ਰਿਪੋਰਟ ਦੇ ਇੱਕ ਪੇਜ ਦੀ ਫੋਟੋ ਖਿੱਚਣੀ ਪਏਗੀ, ਇੱਕ ਫੋਟੋ ਜਿਹੜੀ 3-3 4-4 MB ਦੀ ਬਣੇਗੀ। ਔਰ ਜਦੋਂ ਮੈਂ ਉਹਨਾਂ ਨੂੰ ਕੰਪਾਈਲ ਕਰਾਂਗਾ ਬਹੁਤ ਹੈਵੀ ਡਾਕੂਮੈਂਟ। ਨਹੀਂ, ਸਾਰੇ ਨੂੰ ਨਹੀਂ ਕੱਢੋਗੇ ਤੁਸੀਂ। ਇੱਕ ਲਾਸਟ ਪੇਜਾਂ ਇੰਡੈਕਸ ਤੇ ਸਾਈਨ ਕਰਵਾ ਲਓ, ਪਹਿਲੇ ਪੇਜ ਦੇ ਉੱਤੇ ਜਾਂ ਲਾਸਟ ਦੇ ਉੱਤੇ। ਇੰਡੈਕਸ ਤੇ ਕਰਾ ਲਈਏ ਜ਼ਿਆਦਾ ਬੈਟਰ ਨੇ। ਇੰਡੈਕਸ ਤੇ ਕਰਾ ਲਓ, ਜੋ ਤੁਹਾਡੀਆਂ ਐਕਟੀਵਿਟੀਜ਼ ਨੇ ਉਹਦੇ ਇੰਡੈਕਸ ਤੇ ਤੁਹਾਡੇ ਪ੍ਰਿੰਸੀਪਲ ਦੇ ਸਾਈਨ ਐਂਡ ਸਟੈਂਪ ਜ਼ਰੂਰ ਕਰਾ ਦਿਓ। ਠੀਕ ਹੈ, ਮੈਂ ਇਹੀ ਸੋਚ ਰਿਹਾ, ਮੈਂ ਕਿਹਾ ਇੰਨਾ ਤਾਂ ਵੱਡਾ ਡਾਕੂਮੈਂਟ। ਨੋ ਸਰ, ਜਿਹੜਾ ਵੀ ਡਾਕੂਮੈਂਟ ਤੁਸੀਂ ਦੇਖੋ, ਕਈਆਂ ਨੇ ਅਪਲੋਡ ਕੀਤਾ ਹੋਣਾ, ਉਹਨਾਂ ਨੂੰ DVV 'ਚ ਪੁੱਛਿਆ ਹੋਣਾ, ਉਹਨਾਂ ਨੇ DVV 'ਚ ਡਾਕੂਮੈਂਟ ਲਏ ਹੋਣਗੇ। ਨੈਕ ਕੀ ਕਹਿੰਦੀ ਹੈ ਕਿ ਜੋ ਵੀ ਤੁਸੀਂ ਕਲੇਮ ਕਰ ਰਹੇ ਹੋ, ਜੇ ਉਹਦਾ ਤੁਹਾਡੇ ਕੋਲ ਹੋਰ ਕੋਈ ਪ੍ਰੂਫ ਨਹੀਂ ਹੈਗਾ, ਯੂ ਕੈਨ ਗਿਵ ਦਾ ਅਟੈਸਟੇਸ਼ਨ ਬਾਈ ਦਾ ਪ੍ਰਿੰਸੀਪਲ ਵੀ ਅਸੀਂ ਆਹ ਐਕਟੀਵਿਟੀ ਕੀਤੀ ਆ। ਉਹ ਮੰਨਦੇ ਨੇ ਵੀ ਜੇ ਪ੍ਰਿੰਸੀਪਲ ਲੈਟਰ ਹੈਡ ਤੇ ਸਾਈਨ ਕਰਕੇ ਦੇ ਰਿਹਾ ਕਿ ਤੁਸੀਂ ਆਹ ਐਕਟੀਵਿਟੀ ਕੀਤੀ ਹੈ, ਜੇ ਗਲਤ ਕਰੇਗਾ ਤਾਂ ਉਹਨੂੰ ਆਪ ਪਤਾ
ਫੈਬਰੀਕੇਸ਼ਨ ਹੋ ਰਹੀ ਹੈ, ਠੀਕ ਹੈ ਨਾ। ਇਸ ਕਰਕੇ ਜਿੱਥੇ ਤੁਹਾਡੀ ਐਕਟੀਵਿਟੀ ਹੋਈ ਆ ਉਹਦੀ ਇੰਡੈਕਸ ਬਣਾਇਆ ਹੈ ਤੁਸੀਂ, ਸਾਰੀਆਂ ਐਕਟੀਵਿਟੀਜ਼ ਦਾ ਇੰਡੈਕਸ ਦੇ ਉੱਤੇ ਸਾਈਨ ਕਰਾ ਲਓ ਪ੍ਰਿੰਸੀਪਲ ਸਰ ਦੇ। ਔਰ ਦੂਸਰਾ ਸਰ ਮੈਂ ਗੱਲ ਹੋਰ ਸੋਚ ਰਿਹਾ ਸੀ, ਮੰਨ ਲਓ ਹੁਣ ਜਦੋਂ ਉਹ ਸਾਨੂੰ ਵਿਜ਼ਿਟ ਕਰਦੇ ਆ, ਉਹ ਸਾਨੂੰ ਕਹਿੰਦੇ ਕਿ ਤੁਸੀਂ ਆਹ ਐਕਟੀਵਿਟੀ ਕਰਾਈ ਸੀ ਜੀ ਸਕਿੱਲ ਡਿਵੈਲਪਮੈਂਟ ਸੈੱਲ ਨੇ, ਦਿਖਾਓ ਜ਼ਰਾ। ਤਾਂ ਉੱਥੇ ਅਸੀਂ ਸਕਿੱਲ ਡਿਵੈਲਪਮੈਂਟ ਸੈੱਲ ਦੀ ਇੱਕ ਫਾਈਲ ਬਣਾ ਲਈਏ, ਇੱਕ NSS ਸੈੱਲ ਦੀ ਫਾਈਲ ਬਣਾ ਲਈਏ, ਔਰ ਤੀਸਰੇ ਅਸੀਂ ਡਿਵੈਲਪਮੈਂਟ ਸੈੱਲ ਦੀ, ਅਸੀਂ ਉਹਨਾਂ ਕੇ ਫਾਈਲ ਰੱਖ ਦਈਏ ਸੀਗੇ, ਇਹਦੇ ਵਿੱਚ ਸਾਰੀਆਂ ਸੈਸ਼ਨ ਵਾਈਜ਼ ਐਕਟੀਵਿਟੀਜ਼ ਲੱਗੀਆਂ ਹੋਈਆਂ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਇਸੇ ਤਰੀਕੇ ਨਾਲ ਰੱਖੋਗੇ ਫਾਈਲ ਨੂੰ, ਉਹਨੂੰ ਅਲੱਗ-ਅਲੱਗ। ਦੇਖੋ ਦੋ ਚੀਜ਼ਾਂ ਨੇ ਰਾਜੀਵ ਜੀ, ਇੱਕ ਤਾਂ ਜਿਹੜੇ QLM ਨੇ, ਜਦੋਂ ਟੀਮ ਨੇ ਆਉਣਾ, ਟੀਮ ਨੇ ਮੇਨਲੀ ਫੋਕਸ ਉਹਨਾਂ ਦਾ ਕੀ ਆ QLM ਤੇ। ਠੀਕ ਹੈ ਜੀ। ਜੇ ਮੰਨ ਲਓ ਇਹ ਤੁਹਾਡਾ QNM ਹੈ, RN 3.4.3 ਇਜ਼ ਅ QNM, ਠੀਕ ਹੈ ਨਾ, ਤਾਂ QNM ਤੇ ਚਾਹੇ ਉਹ ਲੱਖ ਪੁੱਛੀ ਜਾਣ, ਉਹਦੇ ਨੰਬਰ ਨਹੀਂ ਚੇਂਜ ਕਰ ਸਕਦੇ ਉਹ। ਠੀਕ ਹੈ ਜੀ। ਮੈਂ ਤੁਹਾਡੇ ਕੋਲੇ ਪੀਏ ਟੀਮ ਚ ਆਇਆ, ਮੈਨੂੰ 3.4.3 ਜੇ ਉਹ QNM ਹੈ, ਕੁਆਂਟੀਟੇਟਿਵ ਮੈਟ੍ਰਿਸਿਸ ਹੈ, ਚਾਹੇ ਤੁਹਾਡੇ ਨੰਬਰ ਵੱਧ ਲੱਗੇ ਚਾਹੇ ਘੱਟ ਲੱਗੇ, ਉਹ ਸਿਸਟਮ ਨੇ ਲਾਏ ਨੇ, ਠੀਕ ਹੈ ਨਾ। ਉਹ ਨਾ ਤਾਂ ਪੀਅਰ ਟੀਮ ਨੂੰ ਪਤਾ ਕਿੰਨੇ ਨੰਬਰ ਲੱਗੇ ਨੇ, ਨਾ ਤੁਹਾਨੂੰ ਪਤਾ ਕਿੰਨੇ ਲੱਗੇ ਨੇ। ਇਸ ਕਰਕੇ ਜੇ ਉਹ 'ਤੇ ਕੋਈ ਕਮੈਂਟ ਦੇ ਵੀ ਜਾਂਦਾ, ਕਰ ਵੀ ਲੈਂਦਾ, ਉਹ ਤੁਹਾਡਾ ਸੁਜੈਸ਼ਨ ਹੀ ਹੈ ਸਿਰਫ। ਉਹਨਾਂ ਦੇ ਨੰਬਰ ਕਿੱਥੇ ਮੈਟਰ ਕਰਨੇ ਨੇ? QLM 'ਤੇ। ਹਾਂ, ਤੁਹਾਡਾ ਵਧੀਆ ਮੇਨਟੇਨ ਕੀਤਾ ਹੈ ਰਿਕਾਰਡ, ਉਹਨਾਂ ਦੀ QLM ਦੀ ਵੈਲਿਊਏਸ਼ਨ ਨੂੰ ਇਫੈਕਟ ਜ਼ਰੂਰ ਕਰ ਦਿੰਦਾ, ਉਹਨੂੰ ਇਨਫਲੂਐਂਸ ਕਰ ਦਿੰਦਾ। ਮੈਂ ਤੁਹਾਨੂੰ ਅਗਲੀ ਗੱਲ ਇਹੀ ਕਹਿਣ ਲੱਗਿਆ ਸੀ ਵੀ ਜੇ ਅਸੀਂ ਇਹ ਮੇਨਟੇਨ ਕਰਦੇ ਆ ਤਾਂ ਉਹਦਾ ਇੰਪ੍ਰੈਸ਼ਨ ਬੜਾ ਅੱਛਾ ਹੈ। ਯੈਸ ਡੈਫੀਨੇਟਲੀ। ਜੇ ਤੁਸੀਂ ਮੰਨ ਲਓ ਇਹਨਾਂ ਨੂੰ ਵਧੀਆ ਬਣਾ ਕੇ ਸਪਾਇਰਲ ਬਣਾ ਕੇ ਰੱਖੀਆਂ ਹੋਈਆਂ ਆਪਣੀਆਂ ਫਾਈਲਾਂ ਸਾਰੀਆਂ, ਜਦੋਂ ਉਹ ਬੰਦਾ ਦੇਖੇਗਾ ਵੀ ਚਾਹੇ ਉਹ QNM ਦੇ ਨੰਬਰ ਤੁਹਾਡੇ ਸਿਸਟਮ ਜਨਰੇਟਡ ਨੇ, ਲੇਕਿਨ ਜਦੋਂ QLM ਨੂੰ ਚੈੱਕ ਕਰ ਰਿਹਾ ਹੋਏਗਾ ਤਾਂ ਇਹਨਾਂ ਚੀਜ਼ਾਂ ਦਾ ਇੰਪੈਕਟ ਉਹ 'ਤੇ ਪਏਗਾ। ਨਾਲੇ ਸਰ ਦੇਖੋ 7 ਕ੍ਰਾਈਟੇਰੀਆ, ਮੰਨ ਲਓ 4 ਕ੍ਰਾਈਟੇਰੀਆ ਨੇ ਸੇਮ ਰਿਪੋਰਟ ਯੂਜ਼ ਕੀਤੀ ਹੈ, ਉਹ ਸਾਰੇ ਥੋੜੀ ਉਹਦੀਆਂ ਪ੍ਰਿੰਟ ਕੱਢਦੇ ਰਹਿਣਗੇ। ਨਹੀਂ, ਕਾਮਨ ਫਾਈਲ ਬਣੀ ਹੋਏਗੀ ਤਾਂ ਸਾਰਿਆਂ ਦੀ ਉੱਥੇ ਦਿਖਾਈ ਜਾ ਸਕਦੀ। ਬਿਲਕੁਲ। ਦੇਖੋ ਜਦੋਂ QLM ਤੇ ਆਉਣਾ, ਉਹਨੇ ਆ ਕੇ ਤੁਹਾਡੇ ਨਾਲ ਟੀਮ ਨੇ ਇੰਟਰੈਕਟ ਕਰਨਾ, ਠੀਕ ਹੈ ਨਾ। ਜਦੋਂ ਤੁਹਾਡੇ IQSC ਸੈੱਲ ਦੇ ਵਿੱਚ ਸਾਰੀਆਂ ਫਾਈਲਾਂ ਪਈਆਂ ਹੋਣਗੀਆਂ ਤਾਂ ਉੱਥੇ ਜਾਂ ਪ੍ਰਿੰਸੀਪਲ ਆਫਿਸ ਤੁਸੀਂ ਰੱਖੀਆਂ ਹੋਈਆਂ ਨੇ, ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਉੱਥੇ ਉਹ ਡਿਸਕਸ ਹੋ ਜਾਏਗੀ। ਬਿਲਕੁਲ ਸਰ। ਮਤਲਬ ਆਪਾਂ ਨੂੰ ਕ੍ਰਾਈਟੇਰੀਆ ਵਾਈਜ਼ ਇਹਨਾਂ ਦੇ ਪ੍ਰਿੰਟ ਕੱਢਣ ਦੀ ਲੋੜ ਨਹੀਂ ਹੈ 3-3 400 ਪੇਜਾਂ। ਜਿੱਥੇ QLM ਹੈਗਾ ਉੱਥੇ ਕੱਢ ਲਿਓ, QLM ਤੇ ਕੱਢ ਲਈਏ ਸਰ। QLM ਤੇ ਕੱਢ ਲਿਓ, QNM ਤੇ ਕੱਢਣ ਦੀ ਲੋੜ ਨਹੀਂ। ਠੀਕ ਹੈ। QLM ਦੇ ਕੀ ਹੁੰਦਾ ਕਿ ਜਦੋਂ ਟੀਮ ਕੋਲੇ ਸਿਰਫ 2 ਦਿਨ ਨੇ, ਮੰਨ ਲਓ ਅੱਗੇ ਤਾਂ ਹੁੰਦਾ 3 ਦਿਨ ਦੀ ਵਿਜ਼ਿਟ, ਹੁਣ ਮੈਕਸਿਮਮ 1 ਔਰ 2 ਡੇਜ਼। ਜਦੋਂ ਹੁਣ 2 ਡੇਜ਼ ਦੀ ਹੈਗੀ ਆ ਤਾਂ ਆਪਾਂ ਅਲੱਗ-ਅਲੱਗ ਫਾਈਲ 'ਚੋਂ ਲੱਭ ਕੇ ਦਿਖਾਉਣ ਦੀ ਬਜਾਏ, ਜਿੰਨੇ ਆਪਣੇ ਕੋਲ 30-35 ਤਾਂ QLM ਨੇ ਸਾਰੇ, 30-35 QLM ਵਾਸਤੇ ਉਹਦੀ ਆਪਾਂ ਅਲੱਗ ਤੋਂ ਰਿਕਾਰਡ ਮੇਨਟੇਨ ਅਲੱਗ ਤੋਂ ਕਰ ਲਈਏ ਹਰ ਇੱਕ QLM ਦਾ। ਇਹ ਵੀ ਠੀਕ ਹੈ ਸਰ। QLM ਦਾ ਅਲੱਗ ਬਣਾ ਲੈਣੇ ਆ ਤੇ ਬਾਕੀ ਕਾਮਨ ਬਣ ਜਾਏ, ਬਾਕੀ ਸਾਰੇ ਕ੍ਰਾਈਟੇਰੀਆ ਕਾਮਨ। ਇੱਕ ਰਿਪੋਰਟ 5 ਜਗ੍ਹਾ ਤੇ ਯੂਜ਼ ਹੋਈ ਹੈ ਤਾਂ ਉਹਦਾ ਰਿਕਾਰਡ 5 ਜਗ੍ਹਾ ਤੇ ਪਿਆ ਹੋਵੇ ਨਾ ਸਰ। ਜੇ QLM 'ਚ ਯੂਜ਼ ਹੋਈ ਹੈ ਨਾ, ਮੰਨ ਲਓ ਫਿਰ ਰੱਖਣਾ ਪੈ ਸਕਦਾ। ਮੰਨ ਲਓ ਇੱਕ QLM ਆਇਆ 1.2 ਦੇ ਵਿੱਚ, ਇੱਕ QLM ਆਇਆ 4.5 ਦੇ ਵਿੱਚ ਜਾ ਕੇ। 4.5 ਵਾਲਾ ਡਿਪਾਰਟਮੈਂਟ ਹੈਗਾ ਲਾਇਬ੍ਰੇਰੀ, ਮੰਨ ਲਓ ਮੈਂ ਫਾਰ ਐਗਜ਼ਾਮਪਲ ਕਹਿ ਰਿਹਾ। 1.2 ਹੈਗਾ ਕਰਿਕੂਲਮ ਲੈਬ ਜਾਂ ਤੁਹਾਡਾ IQSC ਸੈੱਲ, ਤਾਂ ਓਬਵੀਅਸਲੀ ਉਹ ਰਿਕਾਰਡ ਦੋਨੋਂ ਜਗ੍ਹਾ ਪਿਆ ਹੋਣਾ ਚਾਹੀਦਾ। ਕਿਉਂਕਿ ਜਿਹੜੀ ਟੀਮ ਤੁਹਾਡੇ ਕੋਲ ਲਾਇਬ੍ਰੇਰੀ ਚੈੱਕ ਕਰਨ ਗਈ, ਤੁਸੀਂ ਇਹ ਨਹੀਂ ਕਹੋਗੇ ਟੀਮ ਨੂੰ ਇੱਥੇ ਬੈਠੋ ਜੀ ਮੈਂ ਚੱਕ ਕੇ ਫਾਈਲ ਲੈ ਕੇ ਆਉਣਾ। ਠੀਕ ਹੈ ਜੀ। ਔਰ ਦੂਸਰੀ ਗੱਲ ਇੱਕ ਹੋਰ ਮੈਨੂੰ ਦੱਸੋ ਖਰਚਾ ਸਾਹਿਬ, ਜਦੋਂ ਅਸੀਂ ਇਹਦੀਆਂ ਫਾਈਲ ਮੇਨਟੇਨ ਕਰਾਂਗੇ, ਜਿਹੜੀਆਂ ਉਸ ਫਾਈਲ ਦੇ ਵਿੱਚ ਰਿਪੋਰਟ ਲੱਗਣਗੀਆਂ ਸੈੱਲ ਵਾਈਜ਼, ਉਹ ਅਸੀਂ ਕੱਲੀ ਰਿਪੋਰਟ ਪ੍ਰਿੰਸੀਪਲ ਤੋਂ ਟੈਸਟ ਕਰਵਾ ਲਈਏ? ਉਹਦਾ ਫਸਟ ਪੇਜ ਤੇ ਲਾਸਟ ਪੇਜ, ਜਿਹੜੀਆਂ ਅਸੀਂ ਫਾਈਲਸ ਦੇ ਵਿੱਚ ਰਿਪੋਰਟ ਲਾਉਣੀਆਂ ਸਰ, ਜਿਹੜੀਆਂ ਫਾਈਲ 'ਚ ਰਿਪੋਰਟ ਲਾਉਣੀਆਂ ਸੀ ਨਾ, ਦੇਖੋ ਜੇ ਮੰਨ ਲਓ 300 ਪੇਜ ਦੀ ਫਾਈਲ ਆ, 300 ਪੇਜ ਤੇ ਸਾਈਨ ਕਰਾਉਣ ਦੀ ਲੋੜ ਨਹੀਂ ਹੈਗੀ। ਤੁਸੀਂ ਉਹਦਾ ਇੰਡੈਕਸ ਲਾਇਆ ਕਿ ਫਾਈਲ ਦੇ ਕਿੰਨੇ ਨੇ, 1 ਤੋਂ ਲੈ ਕੇ 300 ਪੇਜ, ਇੰਡੈਕਸ ਤੇ ਸਾਈਨ ਹੋ ਗਏ, ਲਾਸਟ ਪੇਜ ਤੇ ਸਾਈਨ ਹੋ ਗਏ। ਅੱਛਾ, ਫਾਈਲ ਦੇ ਵਿੱਚ ਵੀ ਇਦਾਂ ਹੀ ਕਰੀਏ? ਹਾਂ ਬਿਲਕੁਲ। ਕੱਲੇ ਪੇਜ ਤੇ ਡਾਕੂਮੈਂਟੇਸ਼ਨ ਦੀ ਐਡੀ ਕੋਈ ਲੋੜ ਨਹੀਂ ਹੈਗੀ। ਇਦਾਂ ਤਾਂ ਨਹੀਂ ਕਰ ਸਕਦੇ ਜਿਵੇਂ ਇੱਕ ਰਿਪੋਰਟ ਦੇ 6 ਪੇजेस ਆ, ਉਸ ਰਿਪੋਰਟ ਦੇ 6ਵੇਂ ਪੇਜ ਤੇ ਸਟੈਂਪ ਲਾ ਕੇ ਸਾਈਨ ਕਰਾ ਲਈਏ? ਸਰ ਲਾਸਟ ਬਿਲਕੁਲ ਲਾਸਟ ਪੇਜ ਤੇ ਤੁਸੀਂ ਅੱਗੇ ਲਿਖ ਦਿਓ, ਉਹਦੇ ਪੇਜ ਨੰਬਰਿੰਗ ਪਾਤੀ 1 to 6, ਤਾਂ 6ਵੇਂ ਪੇਜ ਤੇ ਜਾ ਕੇ ਸਾਈਨ ਕਰ ਦੇਗਾ ਪ੍ਰਿੰਸੀਪਲ। ਮੈਂ 6ਵੇਂ ਪੇਜ ਤੇ ਕਰਾ ਸਕਦੇ ਹਾਂ? ਬਿਲਕੁਲ। ਚਲੋ ਇਸ ਤਰ੍ਹਾਂ ਹੀ ਕਰ ਲਾਂਗੇ ਸਰ, ਥੋੜੀ ਕਰਾਉਣੇ ਪੈਣਗੇ। ਹਾਂਜੀ ਕੋਈ ਨਾ, ਸਰ ਨੂੰ ਔਖਾ ਨਹੀਂ ਕਰਨਾ ਬੜਾ ਤੁਸੀਂ। ਹਾਂਜੀ ਕਿਉਂਕਿ ਤੁਹਾਡੇ ਕੱਲਿਆਂ ਦੀ ਮੇਰੇ ਖਿਆਲ 2000 ਪੇਜ ਬਣ ਜਾਣਾ, 1500 2000 ਹਾਂ ਬਣ ਜਾਣਾ ਜੀ, ਕਿਉਂਕਿ ਇਹਦੇ ਵਿੱਚ ਖਿਲਾਰਾ ਵੀ ਬਹੁਤ ਜ਼ਿਆਦਾ ਹੈ ਸਰ। ਨਹੀਂ ਮੈਂ ਤਾਂ ਹੀ ਕਹਿ ਰਿਹਾ 15 ਨਹੀਂ, ਬਾਕੀ ਵੀ ਤੁਹਾਡੇ ਟੀਮ ਮੈਂਬਰਸ ਨੇ ਬੜਾ ਵਧੀਆ ਡਾਕੂਮੈਂਟੇਸ਼ਨ ਕੀਤੀ ਹੈ ਸਾਰੀ, ਪਰ ਮੈਂ ਦੇਖ ਰਿਹਾ ਕਿ ਤੁਹਾਡੇ 300 ਪੇਜ ਦੇ ਡਾਕੂਮੈਂਟ ਬਣ ਰਹੇ ਨੇ। ਸੋ ਇਟ ਇਜ਼ ਅ ਗੁੱਡ ਥਿੰਗ ਸਰ, ਕਿਉਂਕਿ ਕੰਮ ਕੀਤਾ ਹੈ ਤਾਂ ਹੀ ਪੇਜ ਬਣ ਰਹੇ ਨੇ, ਅਦਰਵਾਈਜ਼ ਪੇਜ ਨਹੀਂ ਬਣਦੇ ਹੁੰਦੇ। ਯੂ ਹੈਵ ਡਨ ਅ ਗੁੱਡ ਵਰਕ ਐਂਡ ਕੰਪਾਈਲਡ ਇਨ ਅ ਬਿਊਟੀਫੁਲ ਮੈਨਰ। ਸਾਰੀ ਟੀਮ ਨੇ, ਅਸੀਂ ਪਹਿਲੇ ਵੀ 2 ਕ੍ਰਾਈਟੇਰੀਆ ਦੇਖੇ ਨੇ,
ਦੇਖੋ ਬਾਕੀ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹ ਹਰ ਇੱਕ ਇੰਸਟੀਟਿਊਸ਼ਨ ਦੀਆਂ ਹੁੰਦੀਆਂ ਨੇ। ਜਿੱਥੇ 10 ਪੀਜੀ ਡਿਪਾਰਟਮੈਂਟ ਚੱਲਦੇ ਨੇ ਓਬਵੀਅਸਲੀ ਉੱਥੇ ਰਿਸਰਚ ਵੀ ਜ਼ਿਆਦਾ ਹੋਏਗੀ। ਤੁਹਾਡੇ ਕੋਲ ਵਿਦਨ ਲਿਮਿਟੇਸ਼ਨ ਜੋ ਕੰਮ ਹੈ ਤੁਹਾਡਾ ਵੈਲ ਕੰਪਾਈਲਡ ਹੈ। ਨੈਕਸਟ ਸਰ, ਨੈਕਸਟ 3.4.4 ਸਰ, ਇਹਦੇ ਵਿੱਚ ਉਹਨਾਂ ਨੇ ਇਹੀ ਐਕਟੀਵਿਟੀਜ਼ ਦੇ ਵਿੱਚ ਪੁੱਛ ਲਿਆ ਕਿ ਕਿੰਨੇ ਪਰਸੈਂਟੇਜ ਸਟੂਡੈਂਟ ਨੇ ਪਾਰਟਿਸਿਪੇਟ ਕੀਤਾ। ਤੋ ਇਹ ਸਾਡਾ ਟੋਟਲ ਸਟੂਡੈਂਟ ਦਾ ਜਦੋਂ ਮੈਂ ਫਾਰਮੂਲਾ ਲਾਣਾ 90.78% ਬਣਦਾ ਪਿਆ ਸੀ। ਇਹ ਵੀ ਬਹੁਤ ਅੱਛਾ ਨੰਬਰ ਬਣ ਰਿਹਾ ਸਾਡਾ। ਗੁੱਡ ਗੁੱਡ, ਵੈਰੀ ਗੁੱਡ। ਤੋ ਇਹ 20 ਨੰਬਰ ਦਾ ਹੈਗਾ। ਜੇ 90 ਪੁਆਇੰਟ ਮੈਂ ਲੈ ਕੇ ਚੱਲਦਾ, ਜੇ ਸਾਰੇ ਮੰਨੇ ਜਾਂਦੇ ਆ ਸਾਡੇ, ਤਾਂ 18 ਨੰਬਰ ਬਣ ਜਾਂਦੇ ਸੀ। ਗੁੱਡ ਜੀ। ਤੋ ਇਹਦਾ ਵੀ ਮੈਂ ਤੁਹਾਨੂੰ ਇੱਕ ਟੈਂਪਲੇਟ ਵੀ ਦਿਖਾ ਦੇਣਾ। ਰਿਪੋਰਟਸ ਆਫ ਦਾ ਇਵੈਂਟ ਆਰਗੇਨਾਈਜੇਸ਼ਨ ਉਹੀ ਰਹਿਣਗੀਆਂ ਸਰ ਜਿਹੜੀਆਂ ਮੈਂ ਤੁਹਾਨੂੰ ਹੁਣੇ ਦਿਖਾ ਕੇ ਹਟਿਆ। ਪਹਿਲਾਂ ਚੱਲ ਰਹੀ ਸੀ ਸੇਮ ਐਕਟੀਵਿਟੀਜ਼ ਨੇ ਨਾ ਸਰ, ਸੇਮ ਰਿਪੋਰਟਸ ਰਹਿਣਗੀਆਂ, ਉਹੀ ਡਾਕੂਮੈਂਟ, ਉਹੀ 300 ਪੇਜਾਂ ਦਾ ਡਾਕੂਮੈਂਟ। ਟੈਂਪਲੇਟ ਦਾ ਮੈਂ ਤੁਹਾਨੂੰ ਦਿਖਾ ਦਿੰਦਾ ਸਰ। ਆਹ ਸਰ ਇਹਦਾ ਟੈਂਪਲੇਟ ਹੈ ਜੀ। ਇਹਦੇ ਅੰਦਰ ਸਰ ਹੁਣ ਨੰਬਰ ਆਫ ਸਟੂਡੈਂਟ ਤੇ ਨੰਬਰ ਆਫ ਟੀਚਰ ਦੋ ਦਿਖਾਏ ਗਏ ਸਰ। ਇਹਨਾਂ ਨੇ ਇਹਦੇ ਵਿੱਚ ਕੀ ਕੀਤਾ ਕਿ ਸਰ ਟੀਚਰ 3.4 ਦੇ ਵਿੱਚ ਸਰ ਵਿੱਚ ਲਿਖਿਆ ਹੋਇਆ ਕਿ ਟੀਚਰ ਵੀ ਸ਼ੋ ਕਰੋ, ਲੇਕਿਨ ਟੈਂਪਲੇਟ ਦੇ ਵਿੱਚ ਟੀਚਰ ਦਾ ਕਾਲਮ ਨਹੀਂ ਸੀ ਹੈਗਾ ਸਰ। ਤੇ ਇਹਦੇ ਵਿੱਚ ਅਸੀਂ ਆਪਣੇ ਕੋਲੋਂ ਨੇਮ ਨੰਬਰ ਆਫ ਟੀਚਰ ਦਾ ਕਾਲਮ ਬਣਾ ਕੇ ਸਟੂਡੈਂਟ ਐਂਡ ਟੀਚਰ ਨੂੰ ਡਿਫਰੈਂਸ਼ੀਏਟ ਕਰ ਦਿੱਤਾ ਸਰ। ਲਿਸਟ ਉਹੀ ਹੈ ਜਿਹੜੀ ਆਪਾਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਈ ਸੀ। ਐਕਟੀਵਿਟੀਜ਼ ਉਹੀ ਨੇ, ਨੰਬਰ ਆਫ ਸਟੂਡੈਂਟ ਐਂਡ ਨੰਬਰ ਆਫ ਟੀਚਰ ਵਿੱਚ ਮੈਂਸ਼ਨ ਕਰ ਦਿੱਤੇ ਐਕਟੀਵਿਟੀ ਵਾਈਜ਼, ਔਰ ਫਾਰਮੂਲਾ ਲਾ ਕੇ 90 ਪੁਆਇੰਟ ਕੁਝ ਪਰਸੈਂਟ ਦਾ ਜਿਹੜਾ ਸਾਡਾ ਰਿਸਪੌਂਸ ਆ ਗਿਆ ਸੀ। ਇਹ ਅਸੀਂ ਆਪਣੇ ਕੋਲੋਂ ਸਰ ਨੰਬਰ ਆਫ ਟੀਚਰ ਦਾ ਕਾਲਮ ਬਣਾ ਸਕਦੇ ਹਾਂ ਨਾ ਟੈਂਪਲੇਟ 'ਚ, ਜੇ ਉਹ ਪੁੱਛ ਰਹੇ ਆ ਤਾਂ। ਹਾਂ ਬਣਾ ਸਕਦੇ ਹੋ, ਬਿਲਕੁਲ ਬਣਾ ਸਕਦੇ ਹੋ। ਇਹ ਪਤਾ ਨਹੀਂ ਉਹਨਾਂ ਕੋਲ ਰਹਿ ਗਿਆ, ਕੁਝ ਜ਼ਰੂਰ ਰਹੇ ਨੇ ਪਰ ਕਾਲ ਟੈਂਪਲੇਟ ਦੇ ਵਿੱਚ ਨਹੀਂ ਬਣਾ ਰਹੇ। ਮੈਨੂੰ ਇਹ ਵੀ ਸਮਝ ਨਹੀਂ ਆਈ ਕਿਉਂ। ਕੋਈ ਗੱਲ ਨਹੀਂ ਸਰ, ਆਪਾਂ ਕੋਈ ਬਹੁਤੀ ਵੱਡੀ ਛੇੜਛਾੜ ਨਹੀਂ ਕੀਤੀ। ਜੋ ਉਹਨਾਂ ਦਾ ਬਣਿਆ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ। ਵੀ ਹੈਵ ਐਡਡ 1 ਕਾਲਮ। ਸੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਬਾਕੀ ਕਾਲਜਸ ਨੇ ਵੀ ਸਰ ਇਦਾਂ ਹੀ ਕੀਤਾ ਸੀ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਇਹਦੇ ਬਾਅਦ ਆ ਗਈਆਂ ਸਰ ਕੋਲੈਬੋਰੇਸ਼ਨਸ 3.5। ਕੋਲੈਬੋਰੇਸ਼ਨ ਦੇ ਵਿੱਚ ਆ ਜਿਹੜਾ ਪਹਿਲਾ ਹੈ, ਇਹਦੇ ਵਿੱਚ ਉਹ ਸਾਨੂੰ ਕਹਿੰਦਾ ਕਿ ਤੁਸੀਂ ਰਿਸਰਚ ਐਂਡ ਫੈਕਲਟੀ ਐਕਸਚੇਂਜ ਜਾਂ ਸਟੂਡੈਂਟ ਐਕਸਚੇਂਜ ਇੰਟਰਨਸ਼ਿਪ ਕਿਹੜੀਆਂ ਕੀਤੀਆਂ। ਬਟ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਇਹ ਉਹਨਾਂ ਕੋਲੈਬੋਰੇਟਿਵ ਐਕਟੀਵਿਟੀ ਨੂੰ ਦੇਖੋ, ਅਸੀਂ ਹਰ ਸਾਲ ਆਪਣੇ ਸਟੂਡੈਂਟ ਜਿਹੜੇ ਆ ਉਹ ਟ੍ਰੇਨਿੰਗ ਲਈ ਭੇਜਦੇ ਆ, ਸਮਰ ਟ੍ਰੇਨਿੰਗ ਦੇ ਵਿੱਚ ਐਮਕਾਮ ਦੇ ਸਟੂਡੈਂਟ। ਲੇਕਿਨ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਇੰਡਸਟਰੀ ਦੇ ਵਿੱਚ ਜਾ ਕੇ ਉਹ ਸਮਰ ਟ੍ਰੇਨਿੰਗ ਕਰਦੇ ਆ, ਸਾਡੇ ਜਾਂ ਉਹਨਾਂ ਦੇ ਨਾਲ ਕੋਈ ਫਾਰਮਲ ਕੋਲੈਬੋਰੇਸ਼ਨ ਨਹੀਂ ਹੁੰਦੀ। ਅਸੀਂ ਹਰੇਕ ਇੰਡਸਟਰੀ ਦੇ ਨਾਲ MOU ਸਾਈਨ ਨਹੀਂ ਕਰ ਸਕਦੇ, ਨਾ ਹੀ ਉਹ ਕਰਦੇ ਆ, ਬਟ ਅਸੀਂ ਸਟੂਡੈਂਟ ਭੇਜਦੇ ਜ਼ਰੂਰ ਆ। ਤਾਂ ਫਿਰ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਵੀ ਇਹਨੂੰ ਖਾਲੀ ਛੱਡੀਏ ਜਾਂ ਕੀ ਕਰੀਏ। ਤੁਸੀਂ ਕਿਹਾ ਸੀ ਵੀ ਤੁਸੀਂ ਜਿਹੜੇ ਪ੍ਰੋਜੈਕਟ ਕਰਾਏ ਆ, ਸਮਰ ਟ੍ਰੇਨਿੰਗ ਕਰਾਈਆਂ ਨੇ ਜਿਸ ਈਅਰ 'ਚ, ਤੁਸੀਂ ਉਹਨਾਂ ਨੂੰ ਕਲੇਮ ਕਰ ਲਓ, ਚਾਹੇ ਤੁਹਾਡੇ ਕੋਲ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਹੈ ਜਾਂ ਨਹੀਂ ਹੈ। ਜੇ ਉਹਨਾਂ ਨੇ ਕੱਟਣਾ ਹੋਇਆ ਤਾਂ ਕੱਟ ਦੇਣਗੇ, ਜੇ ਰੱਖਣਾ ਹੋਇਆ ਤਾਂ ਰੱਖ ਲੈਣਗੇ। ਤੋਂ ਆਪਾਂ 2019 20 ਤੇ 2021 ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮਰ ਟ੍ਰੇਨਿੰਗ ਨਹੀਂ ਭੇਜੀ, ਕਿਉਂਕਿ ਯੂਨੀਵਰਸਿਟੀ ਨੇ ਮਨਾ ਕਰ ਦਿੱਤਾ ਸੀ ਵੀ ਕਰੋਨਾ ਦੇ ਕਾਰਨ ਸਮਰ ਟ੍ਰੇਨਿੰਗ ਜਿਹੜੀਆਂ ਹੈ ਪ੍ਰੋਜੈਕਟ ਦੇ ਲਈ ਅਲਾਉਡ ਨਹੀਂ ਹੈਗੀਆਂ। ਤੁਸੀਂ ਕੋਈ ਵੀ ਪ੍ਰੋਜੈਕਟ ਦੇਖ ਸਕਦੇ ਹੋ। ਲੇਕਿਨ ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਐਮਕਾਮ ਦੇ ਬੱਚੇ ਭੇਜਦੇ ਰਹੇ ਹਾਂ। ਤੋਂ 18-19 ਦੇ ਵਿੱਚ 38 ਹੈ, ਫਿਰ 34 ਹੈ, ਫਿਰ 23 ਹੈ। ਔਰ ਮੈਂ ਇਹਨਾਂ ਦਾ ਸਾਰਾ ਸਰ ਰਿਕਾਰਡ ਜਿਹੜਾ ਹੈ ਉਹ ਕੰਬਾਈਲ ਕਰਵਾ ਲਿਆ। ਮੈਂ ਤੁਹਾਨੂੰ ਦਿਖਾਣਾ ਖੋਲ ਕੇ। ਉਹਦੇ ਵਿੱਚ ਕੀ ਹੈ ਕਿ ਜਿਹੜੀ ਕੋਲੈਬੋਰੇਟਿਵ ਇੰਡਸਟਰੀ ਹੈ ਜਾਂ ਫਰਮ ਹੈ, ਉਹ ਇੱਕ ਸਰਟੀਫਿਕੇਟ ਇਸ਼ੂ ਕਰਦੀ ਹੈ। ਸਰਟੀਫਿਕੇਟ ਇਸ਼ੂ ਕਰਦੀ ਹੈ ਕਿ ਇਹ ਬੱਚੇ ਨੇ ਸਾਡੇ ਅੰਡਰ ਟ੍ਰੇਨਿੰਗ ਕੀਤੀ ਹੈ। ਆਹ ਹੋ ਗਿਆ ਸਰ ਟੈਂਪਲੇਟ। ਇਹਦੇ ਵਿੱਚ ਕੋਲੈਬੋਰੇਟਿਵ ਐਕਟੀਵਿਟੀ ਦਾ ਨਾਮ ਹੋ ਗਿਆ, ਏਜੰਸੀ ਦਾ ਨਾਮ ਹੋ ਗਿਆ, ਸਟੂਡੈਂਟ ਹੋ ਗਿਆ, ਈਅਰ ਹੋ ਗਿਆ, ਡਿਊਰੇਸ਼ਨ ਹੋ ਗਈ, ਸਮਰ ਟ੍ਰੇਨਿੰਗ ਰਿਪੋਰਟ ਹੋ ਗਈਆਂ। ਔਰ ਆਹ ਮੈਂ ਉਹਦਾ ਲਿੰਕ ਦੇ ਦਿੱਤਾ। ਜਦੋਂ ਆਪਾਂ ਇਹ ਲਿੰਕ ਖੋਲਾਂਗੇ ਸਰ, ਇਹਦੇ ਅੰਦਰ ਐਮਕਾਮ ਦੇ ਈਅਰ ਵਾਈਜ਼ ਤੁਹਾਨੂੰ ਸਾਰੇ ਆਹ ਦੇਖੋ PDF ਬਣੇ ਹੋਏ ਆ ਸਰ, ਬੱਚਿਆਂ ਵਾਈਜ਼। ਆਹ ਪਹਿਲਾਂ ਕਰਨ ਦਾ PDF ਹੈ, ਰਿਧੀ ਦਾ PDF ਹੈ, ਆਂਚਲ ਦਾ PDF। ਕੋਈ ਵੀ PDF ਆਪਾਂ ਖੋਲਾਂਗੇ ਤਾਂ ਉਹਦੇ ਅੰਦਰ ਆਪਾਂ ਨੂੰ ਉਹ ਇਨਫੋਰਮੇਸ਼ਨ ਦਿਖੇਗੀ ਕਿ ਪ੍ਰੋਜੈਕਟ ਦਾ ਨਾਮ ਕੀ ਸੀ, ਸਮਰ ਟ੍ਰੇਨਿੰਗ ਕਿੱਥੇ ਕੀਤੀ ਗਈ। ਆ ਦੇਖੋ, ਆ ਖੁੱਲ ਗਿਆ ਸਰ ਸਮਰ ਟ੍ਰੇਨਿੰਗ ਪ੍ਰੋਜੈਕਟ ਦਾ ਨਾਮ, ਕਿਹੜੀ ਜਗ੍ਹਾ ਤੇ ਕੀਤੀ ਗਈ, ਸਾਈਨ ਕੀਤੇ ਹੋਏ ਆ। ਟ੍ਰੇਨਿੰਗ ਸਰਟੀਫਿਕੇਟ ਹੈ ਸਰ, ਜਿਹੜਾ ਕਿ ਫਰਮ ਨੇ ਦਿੱਤਾ ਕਿ ਬੱਚੇ ਨੇ ਇੰਨੇ ਤੋਂ ਇੰਨੇ ਲੈ ਕੇ, ਕਿਉਂਕਿ ਟੈਂਪਲੇਟ ਦੇ ਵਿੱਚ ਅਸੀਂ ਲਿਖਿਆ ਹੋਇਆ ਨਾ ਕਿ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਬੱਚੇ ਨੇ ਕਿੱਥੇ ਟ੍ਰੇਨਿੰਗ ਕੀਤੀ ਹੈ। ਤਾਂ ਆਹ ਦੇਖੋ ਮੈਂ ਸਟੈਂਪ ਲਾ ਕੇ ਸਾਈਨ ਕੀਤੀ। ਇਹ ਆਪਾਂ ਇੰਡੀਵਿਜੂਅਲ ਹਰੇਕ ਬੱਚੇ ਦਾ ਇੰਡੀਵਿਜੂਅਲ PDF ਬਣਾ ਕੇ ਉਹਦੇ ਲਿੰਕ ਸੈਸ਼ਨ ਵਾਈਜ਼ ਜਿਹੜੇ ਇੱਥੇ ਕ੍ਰੀਏਟ ਕਰ ਦਿੱਤੇ ਸਰ। ਇਹ ਠੀਕ ਰਹੇਗਾ ਸਰ? ਹਾਂਜੀ ਠੀਕ ਹੈ, ਤੁਹਾਡਾ ਪ੍ਰੂਫ ਠੀਕ ਹੈ। ਜੇ ਇਹਨੂੰ ਵੀ ਤੁਸੀਂ ਸ਼ਾਰਟ ਕਰਨਾ ਹੋਇਆ ਨਾ, ਤੁਸੀਂ ਇਹਦੇ ਵਿੱਚ ਜੇ ਸਾਰਿਆਂ ਦੇ ਲਾ ਰਹੇ ਹੋ ਅੱਗੇ ਟੈਂਪਲੇਟ 'ਚ ਹਰ ਇੱਕ ਦਾ ਮੰਗਿਆ ਤਾਂ ਨਹੀਂ ਹੋਇਆ ਉਹਨੇ? ਟੈਂਪਲੇਟ ਵਿੱਚ ਉਹਨੇ ਸਰ ਨੰਬਰ ਮੰਗਿਆ ਜੀ, ਨੰਬਰ ਮੰਗਿਆ ਨਾ। ਤੁਸੀਂ ਇਹ ਕਰ ਸਕਦੇ ਹੋ, ਜੇ ਤੁਹਾਨੂੰ ਕਿਤੇ ਸਪੇਸ ਦਾ ਇਸ਼ੂ ਹੋਇਆ ਤਾਂ 5-7 ਸੈਂਪਲ ਲਾ ਸਕਦੇ ਹੋ। ਬਾਕੀ ਤੁਹਾਡੇ ਕੋਲ ਦੇਖੋ ਫਾਈਲ ਸਾਰੀ ਮੇਨਟੇਨ ਹੋ ਗਈ ਹੈ।
ਜੇ ਉਹ ਕਿਤੇ ਤੁਹਾਨੂੰ ਕੋਈ ਕੁਐਸਚਨ ਰੇਜ਼ ਕਰਦੇ ਨੇ DVV 'ਚ ਤਾਂ ਤੁਸੀਂ ਜਿਹੜਾ ਮੰਗਣਗੇ ਉਹ ਦੇ ਵੀ ਸਕਦੇ ਹੋ। ਜੇ ਤੁਹਾਨੂੰ ਕਿਤੇ ਸਪੇਸ ਦਾ ਇਸ਼ੂ ਹੋਇਆ ਯੂ ਕੈਨ ਆਲਸੋ ਕੰਟੀਨਿਊ ਵਿਦ 2-3 ਸੈਂਪਲਸ। ਜੇ ਸਾਰੇ ਬਹੁਤ ਛੋਟਾ ਜਿਹਾ ਡਾਕੂਮੈਂਟ ਬਣਦਾ ਹੋਇਆ ਤਾਂ ਚੱਲਣ ਦੀ ਫਿਰ ਕੋਈ ਗੱਲ ਨਹੀਂ, ਫਿਰ ਚੱਲਣ ਦਿਓ। ਜੇ ਤੁਹਾਡਾ ਮੈਂ ਤਾਂ ਹੀ ਕਹਿ ਰਿਹਾ ਜੇ ਸਪੇਸ ਦਾ ਇਸ਼ੂ ਜਿਵੇਂ PDF ਫਾਈਲਾਂ ਦਾ ਥੋੜਾ ਸਾਈਜ਼ ਵੱਡਾ ਹੋ ਜਾਂਦਾ ਹੁੰਦਾ, ਫਿਰ ਤੁਸੀਂ ਉਹਨੂੰ ਕਰਕੇ ਆਰਾਮ ਨਾਲ ਕੀ ਕਰ ਲਓ ਕਿ ਆਪਣੇ 1-2 ਸੈਂਪਲ ਲਗਾ ਦਿਓ। ਮੰਨ ਲਓ ਤੁਸੀਂ 50 ਬੱਚੇ ਲਿਖੇ ਨੇ, ਸੈਂਪਲ ਸਰਟੀਫਿਕੇਟ 2 ਦੇ ਲਾਤੇ, ਤਾਂ ਜੇ ਉਹ ਕਹਿੰਦੇ ਨੇ ਵੀ ਸਾਨੂੰ ਜੀ ਇਹਦੇ ਵਿੱਚੋਂ ਇੰਨੇ ਬੱਚਿਆਂ ਦੇ 10 ਦੇ ਹੋਰ ਭੇਜੋ, ਤਾਂ 10 ਦੇ ਹੋਰ ਭੇਜ ਦਿਓ। ਠੀਕ ਹੈ ਤਾਂ ਹੈ ਹੀ ਆਪਣੇ ਕੋਲ, ਸਹੀ ਗੱਲ। ਹਾਂ, ਮੈਂ ਤਾਂ ਹੀ ਦੇਖੋ ਜੇ ਆਪਣੇ ਕੋਲ ਨਾ ਹੋਇਆ ਹੋਵੇ ਫਿਰ ਆਪਾਂ ਨੂੰ ਡਰ ਹੈ। ਜਿਹੜੀ ਚੀਜ਼ ਦਾ ਕੰਮ ਹੋਇਆ ਮੈਕਸਿਮਮ ਆਪਾਂ ਡਿਸਪਲੇ ਕਰਾਂਗੇ। ਜਿੱਥੇ ਡਿਸਪਲੇ ਕਰਨ 'ਚ ਸਪੇਸ ਨੂੰ ਬਚਾਉਣਾ, ਵੀ ਵਿਲ ਪ੍ਰੋਵਾਈਡ ਸੈਂਪਲਸ। ਲਾਸਟ ਆ ਗਿਆ ਸਰ ਨੰਬਰ ਆਫ ਫੰਕਸ਼ਨਲ MOU ਵਿਦ ਦ ਇੰਸਟੀਟਿਊਸ਼ਨ। ਇਹਦੇ ਵਿੱਚ ਅਸੀਂ 9 MOU ਕਰ ਲਏ ਆ ਸਰ। ਗੁੱਡ। ਇਹ ਜਿਹੜੇ MOU ਹੈ ਆ ਦੇਖੋ 2020 ਚ 5 ਕੀਤੇ ਆ, 0 ਫਿਰ 3 ਹੈਗੇ 18-19 ਚ, 16-17 ਚ 1 ਹੈਗਾ। ਇਹ ਜਿਹੜੇ MOU ਅਸੀਂ ਕੀਤੇ ਆ ਸਰ, ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਵੀ ਜਿਹੜੇ 2020 ਚ ਅਸੀਂ MOU ਕਰ ਰਹੇ ਹਾਂ ਉਹਨਾਂ ਦੇ ਵਿੱਚ ਕੁਝ MOU ਐਸੇ ਆ ਜਿਨ੍ਹਾਂ ਦੇ ਵਿੱਚ ਅਸੀਂ ਕੋਈ ਐਕਟੀਵਿਟੀ ਨਹੀਂ ਕਰ ਪਾਏ ਕਰੋਨਾ ਦੇ ਕਾਰਨ। ਤੇ ਤੁਸੀਂ ਕਿਹਾ ਸੀ ਵੀ ਕੋਈ ਗੱਲ ਨਹੀਂ, ਇਹ ਵੀ ਫੰਕਸ਼ਨਲ, ਉਹਨਾਂ ਨੇ ਕਿਹਾ SOP 'ਚ ਲਿਖਿਆ ਵੀ ਫੰਕਸ਼ਨਲ MOU ਉਹ MOU ਹੈ ਜਿਹਦੇ ਵਿੱਚ ਤੁਸੀਂ ਘੱਟ ਤੋਂ ਘੱਟ ਇੱਕ ਐਕਟੀਵਿਟੀ ਕੀਤੀ ਹੋਈ ਹੈ। ਤੇ 2020-21 ਦੇ ਵਿੱਚ ਅਸੀਂ ਕੁਝ MOU ਐਸੇ ਕੀਤੇ ਜਿਹਦੇ ਵਿੱਚ ਐਕਟੀਵਿਟੀ ਨਹੀਂ ਕਰ ਪਾਏ ਡਿਊ ਟੂ ਕਰੋਨਾ, ਕਿਉਂਕਿ ਸਰਕਾਰ ਅਲਾਉ ਹੀ ਨਹੀਂ ਸੀ ਕਰਦੀ। ਫਿਰ ਤੁਸੀਂ ਕਿਹਾ ਸੀ ਵੀ ਕੋਈ ਗੱਲ ਨਹੀਂ, ਇਹ ਤੁਹਾਡਾ ਫਿਊਚਰ ਪਲਾਨ ਹੋ ਸਕਦਾ ਹੈ, ਜੇ ਤੁਸੀਂ MOU ਕਰ ਲਿਆ ਤੁਸੀਂ ਫਿਊਚਰ ਵਿੱਚ ਐਕਟੀਵਿਟੀ ਵੀ ਕਰੋਗੇ ਤਾਂ ਉਹ ਇਹਨੂੰ ਮੰਨ ਲੈਣਗੇ। ਆਪਾਂ ਨੂੰ ਉਹ ਵੀ ਕਲੇਮ ਕਰਨੇ ਚਾਹੀਦੇ ਆ। ਵੀ ਵਿਲ ਕੰਸੀਡਰ ਦੈਟ MOU ਐਜ਼ ਅ ਫੰਕਸ਼ਨਲ MOU, ਚਾਹੇ ਉਹ ਲੇਟੈਸਟ ਹੈ ਔਰ ਉਹਦੇ ਅੰਦਰ ਕੋਈ ਐਕਟੀਵਿਟੀ ਨਹੀਂ ਵੀ ਹੋਵੇ। ਜਿਹੜੀ ਸਰ ਹੁਣ ਆਪਣੀ ਡਿਸਕਸ਼ਨ ਹੋਈ ਆ ਇਹੀ ਪੁਆਇੰਟ ਜਿੱਥੇ ਉਹ ਰੇਜ਼ ਕਰਦੇ ਨੇ ਕਿ ਯੂ ਹੈਵ ਸ਼ੋਨ 1 MOU ਬਟ ਨੋ ਐਕਟੀਵਿਟੀ ਕੰਡਕਟਡ ਇਨ ਦਿਸ ਪਾਰਟਿਕੂਲਰ MOU, ਤਾਂ ਉਹਦੇ ਵਿੱਚ ਸਾਡਾ ਜਵਾਬ ਕੀ ਜਾਣਾ ਇਹੀ ਗੱਲ ਦਾ ਕਿ ਅਸੀਂ ਜਿਹੜੇ ਹੈਗਾ ਅਸੀਂ ਆਪਣੀ NAAC ਦੀ ਪ੍ਰੈਪਰੇਸ਼ਨ ਕਰ ਰਹੇ ਸੀ। ਸੋ ਓਵਰਆਲ ਸਾਡੇ ਕਾਲਜ ਦੀ ਫੰਕਸ਼ਨ ਨੂੰ ਵਧਾਉਣ ਲਈ ਦਿਸ ਇਜ਼ ਆਰ ਫਿਊਚਰ ਪਲਾਨ। ਲੇਕਿਨ ਕਰੋਨਾ ਪੈਂਡੈਮਿਕ ਦੇ ਕਾਰਨ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੋ ਪਾਈ ਸੀ। ਇਸੇ ਨੂੰ ਸਿਰਫ 4 ਲਾਈਨਾਂ ਦੀ ਐਕਸਪਲੇਨੇਸ਼ਨ ਬਣਾ ਕੇ ਅਸੀਂ ਰੈਡੀ ਕਰਕੇ ਰੱਖ ਲਈਏ। ਜੇ ਉਹ ਸਾਡੇ ਤੋਂ ਪੁੱਛਣਗੇ ਤਾਂ ਇਮੀਡੀਏਟਲੀ ਵੀ ਵਿਲ ਅਪਲੋਡ ਵਿਦ ਦ ਸਿਗਨੇਚਰ ਆਫ ਪ੍ਰਿੰਸੀਪਲ। ਠੀਕ ਹੈ ਜੀ। ਹਾਂ ਸਰ, ਹੋ ਗਿਆ ਜੀ ਇਹਦਾ ਟੈਂਪਲੇਟ MOU ਦਾ, ਕਦੋਂ ਸਾਈਨ ਹੋਇਆ, ਡਿਊਰੇਸ਼ਨ ਕਿੰਨੀ ਹੈ। ਕੋਈ ਅਸੀਂ 1 ਸਾਲ ਦੇ ਕੀਤੇ ਆ, 2 ਸਾਲ ਦੇ ਕੀਤੇ ਆ, ਕੁਝ ਲਾਈਫ ਟਾਈਮ ਦੇ ਵੀ ਕੀਤੇ ਆ ਸਰ। ਔਰ ਇਧਰਲੇ ਪਾਸੇ ਕਿਹੜੀਆਂ ਐਕਟੀਵਿਟੀਜ਼ ਕੀਤੀਆਂ ਗਈਆਂ। ਦੇਖੋ ਸਭ ਤੋਂ ਪਹਿਲਾਂ MOU ਅਸੀਂ ਤੁਹਾਡਾ ਹੀ ਸ਼ੋਅ ਕੀਤਾ 2020 ਦਾ, 2020-21 ਵਿੱਚ। ਤਾਂ 3 ਐਕਟੀਵਿਟੀਜ਼ ਮੈਂ ਇਹਦੇ ਵਿੱਚ ਪਾਈਆਂ ਨੇ, 7-day ਵਰਕਸ਼ਾਪ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਵੈਬੀਨਾਰ ਔਨ ਇਨੋਵੇਸ਼ਨ ਐਂਡ IPR ਪ੍ਰੈਕਟਿਸ, ਜਿਹੜੀਆਂ ਅਸੀਂ ਮਿਲ ਕੇ ਕਰਾਈਆਂ। ਔਰ ਹੁਣ ਮੈਂ ਤੁਹਾਡੇ ਕੋਲ ਗੱਲ ਇਹ ਪੁੱਛਣੀ ਸੀ, ਆ ਦੇਖੋ ਲਾਸਟ ਕਾਲਮ ਕੀ ਕਹਿੰਦਾ ਸਰ, ਨੰਬਰ ਆਫ ਸਟੂਡੈਂਟ ਓਬਲੀਕ ਟੀਚਰ ਪਾਰਟਿਸਿਪੇਟਡ ਅੰਡਰ MOU। ਸਰ ਇਹ ਸਾਡੇ ਕੋਲ ਆਈਦਰ ਸਟੂਡੈਂਟ ਔਰ ਟੀਚਰ ਪੁੱਛ ਰਿਹਾ ਸਰ। ਨੰਬਰ ਆਫ ਸਟੂਡੈਂਟ ਓਬਲੀਕ ਟੀਚਰਸ, ਟੋਟਲ ਫਿਗਰ ਸਟੂਡੈਂਟ ਪੈਨ ਟੀਚਰ ਦੋਨਾਂ ਦੀ ਪੁੱਛ ਰਿਹਾ ਸਰ। ਬਿਲਕੁਲ ਜੀ, ਬਿਲਕੁਲ। ਤੇ ਓਬਲੀਕ ਪਾ ਕੇ ਇਹਦਾ ਮਤਲਬ ਮੈਨੂੰ ਇਹ ਸਮਝਿਆ ਕਿ ਸਟੂਡੈਂਟ ਔਰ ਟੀਚਰ ਪੁੱਛ ਰਿਹਾ ਸਰ। ਨਹੀਂ ਸਰ, ਸਟੂਡੈਂਟ ਓਬਲੀਕ ਟੀਚਰ ਮੀਨਸ ਦੋਨੋਂ ਜਿਹੜੀ ਫਿਗਰ ਜੇ ਦੋਨੋਂ ਹੈਗੇ ਨੇ ਤਾਂ ਆਪਾਂ ਜੋੜ ਕੇ ਲਿਖਾਂਗੇ। ਠੀਕ ਹੈ ਜੀ। ਤੇ ਇਹਦੇ ਵਿੱਚ ਫਿਲਹਾਲ ਇਹਦੇ ਵਿੱਚ ਸਰ ਮੈਂ ਹੀ ਸਟੂਡੈਂਟ ਲਿਖੇ ਸੀ। ਮੈਂ ਤੁਹਾਨੂੰ ਰੋਕ ਰਿਹਾ ਸੀ, ਸੁਧਾਰ ਵਾਲੇ ਚ ਦੇਖੋ ਤੁਹਾਡੀਆਂ 3 ਤੋਂ ਜ਼ਿਆਦਾ ਐਕਟੀਵਿਟੀ ਹੋ ਗਈਆਂ ਹੋਣਗੀਆਂ ਸਰ। ਇੱਕ ਜਿਹੜੀ ਆ ਤੁਸੀਂ ਲੇਟੈਸਟ ਕਰਾਇਆ ਸੀ ਇਹ 21-22 ਚਲੀ ਗਈ ਸੀ, 20-21 ਵਿੱਚ 3 ਹੀ ਹੋਈਆਂ। ਓਕੇ ਜੀ, ਓਕੇ, ਠੀਕ ਹੈ, ਫਾਈਨ 3 ਹੀ ਹੋਈਆਂ ਸਰ। ਔਰ ਫਿਰ ਇਹਦਾ ਮਤਲਬ ਇਹਦੇ ਵਿੱਚ ਨੰਬਰ ਆਫ ਟੋਟਲ। ਅੱਛਾ, ਇੱਕ ਹੋਰ ਦੱਸੋ ਸਰ, ਜਿਵੇਂ ਤੁਸੀਂ ਐਕਟੀਵਿਟੀ ਕਰਾਈ ਹੈ ਔਰ ਸਾਡੇ ਨਾਲ ਮਿਲ ਕੇ ਜਿਹੜੇ ਸਾਡੇ ਕਾਲਜ ਦੇ ਉਹਦੇ ਵਿੱਚ ਪਾਰਟਿਸਿਪੈਂਟ ਨਹੀਂ ਸੀ ਹੈਗੇ, ਨਾ ਤਾਂ ਸਾਡਾ ਸਟੂਡੈਂਟ ਨਾ ਟੀਚਰ ਹੈ, ਮੈਂ ਉਹਨੂੰ ਵੀ ਇੱਥੇ ਲਿਖਾਂਗਾ? ਕਿਸ ਤਰ੍ਹਾਂ? ਮੰਨ ਲਾ ਤੁਸੀਂ 200 ਬੰਦੇ ਤੁਸੀਂ ਐਕਟੀਵਿਟੀ ਕਰਾਈ, ਤੁਸੀਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕੀਤਾ, ਉਹ ਚ 200 ਬੰਦਿਆਂ ਨੇ ਪਾਰਟਿਸਿਪੇਟ ਕੀਤਾ, ਉਹ 200 ਵਿੱਚੋਂ ਸਾਡੇ ਜਿਹੜੇ ਟੀਚਰ ਸੀ ਉਹ ਸਿਰਫ 20 ਸੀ, ਤਾਂ ਮੈਂ ਇੱਥੇ 20 ਲਿਖਾਂਗਾ ਨਾ। ਤੁਸੀਂ ਉੱਥੇ ਵੱਧ ਲਿਖੋ, ਤਾਂ 200 ਲਿਖਾਂ ਮੈਂ ਪੂਰੇ। ਤੁਸੀਂ ਜਿਹੜੀ ਤੁਹਾਨੂੰ ਐਕਟੀਵਿਟੀ ਦੀ ਲੋੜ ਹੈਗੀ ਹੈ ਨਾ, ਜਿੰਨੀ ਸਾਡੇ ਕੋਲ ਰਜਿਸਟ੍ਰੇਸ਼ਨ ਹੋਈ ਹੈ, ਜਿਨ੍ਹਾਂ ਨੂੰ ਅਸੀਂ ਸਰਟੀਫਿਕੇਟ ਇਸ਼ੂ ਕੀਤੇ ਨੇ, ਤੁਸੀਂ ਉਹ ਵੀ ਫਿਲ ਕਰ ਸਕਦੇ ਹੋ। ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਡੇ ਸਟੂਡੈਂਟ ਔਰ ਸਾਡੇ ਟੀਚਰ ਦੀ ਗੱਲ ਹੋ ਰਹੀ ਹੈ। ਨੰਬਰ ਆਫ ਸਟੂਡੈਂਟ ਓਬਲੀਕ ਟੀਚਰ, ਇਹ ਸਾਡੇ ਕਾਲਜ ਦੇ ਕਿੰਨੇ ਸਟੂਡੈਂਟ ਸੀ, ਸਾਡੇ ਕਾਲਜ ਦੇ। ਇਹਨੂੰ ਫਿਰ ਆਪਾਂ ਇਹਨੂੰ ਇੱਕ ਵਾਰ SOP ਦੇਖ ਲੈਂਦੇ ਹਾਂ ਦੁਬਾਰਾ ਤੋਂ। ਇਹ ਤੁਹਾਡੇ ਪੁਆਇੰਟ ਤੋਂ ਮੇਰੇ ਮਾਈਂਡ 'ਚ ਵੀ ਕੁਐਸਚਨ ਆਇਆ ਵੀ ਓਵਰਆਲ ਟੋਟਲ ਸਟਰੈਂਥ ਦੇਖੀਏ ਜਾਂ ਆਪਣੇ ਕਾਲਜ ਵੱਲੋਂ ਦੇਖੀਏ, ਕੋਈ ਗੱਲ ਨਹੀਂ, ਇਹਨੂੰ ਆਪਾਂ ਇੱਕ ਵਾਰ SOP ਦੁਆਰਾ ਪੜ੍ਹ ਲੈਂਦੇ ਆ ਜਾਂ ਇੱਕ ਇਹਦਾ ਸੈਂਪਲ ਦੇਖ ਲੈਂਦੇ ਆ ਕਿਸੇ ਹੋਰ ਕਾਲਜ ਦਾ। ਇਹ ਵਾਲੀ ਪ੍ਰੋਬਲਮ ਸਿਰਫ ਮੈਨੂੰ ਤੁਹਾਡੀ ਐਕਟੀਵਿਟੀ 'ਚ ਆ ਰਹੀ ਹੈ, ਕਿਉਂਕਿ ਤੁਹਾਡੀ ਐਕਟੀਵਿਟੀ ਵਿੱਚ ਸਾਡੇ ਕਾਲਜ ਨਾਲੋਂ ਇਲਾਵਾ ਵੀ ਹੋਰ ਲੋਕ ਐਕਟੀਵੇਟ ਹਾਂ ਬਿਲਕੁਲ ਹੈ ਨਾ, ਹੋਰ ਮੈਨੂੰ ਨਹੀਂ ਆ ਰਹੀ ਸਰ। ਠੀਕ ਹੈ ਸਰ, ਆਪਾਂ ਇਹਨੂੰ ਕੋਈ ਨਾ ਆਬਜ਼ਰਵ ਕਰ ਲੈਂਦੇ ਇੱਕ ਵਾਰ ਦੁਬਾਰਾ ਤੋਂ। ਇਸੇ ਲਈ ਮੈਂ ਇਹ ਦੇਖੋ ਕਾਲਮ ਖਾਲੀ ਛੱਡਿਆ ਹੋਇਆ, ਮੈਂ ਕਿਹਾ ਤੁਹਾਡੇ ਕੋਲ ਪੁੱਛ ਕੇ ਇਹਨੂੰ ਵੀ ਕੈਨ ਰੀਕਨਸੀਡਰ ਇਟ। ਠੀਕ ਹੈ ਜੀ। ਅੱਗੇ ਆ ਦੇਖੋ ਸਾਰੇ ਚੱਲ ਰਹੇ ਨੇ ਜੀ, ਔਰ ਹੁਣ ਮੈਂ ਤੁਹਾਨੂੰ ਇਹਨਾਂ ਦੇ ਕਾਪੀਜ਼ ਵੀ ਦਿਖਾ ਦੇਣਾ ਸਰ MOU ਦੀਆਂ।
ਜਿਸ ਸੀਕੁਐਂਸ ਜਿਹੜਾ ਟੈਂਪਲੇਟ ਦਾ ਆਪਾਂ ਰੱਖਿਆ ਸੀ 2021 ਦਾ, ਉਸੇ ਸੀਕੁਐਂਸ ਦੇ ਵਿੱਚ ਅਸੀਂ ਇਹਦੇ ਪੀਡੀਐਫ ਤਿਆਰ ਕਰ ਲਿਆ। ਅਸੀਂ ਸਭ ਤੋਂ ਪਹਿਲਾਂ ਤੁਹਾਡਾ ਹੀ ਐਮਓਯੂ ਸਰ, ਆ ਨੀਚੇ ਆਪਣੇ ਸਾਈਨ ਹੋਏ ਹੋਏ ਆ ਦੋਨੋਂ ਪਾਰਟੀਆਂ ਦੇ। ਉਹਦੇ ਬਾਅਦ ਦੂਸਰਾ ਐਮਓਯੂ ਆ ਗਿਆ ਸਰ, ਵੀ ਉਸੇ ਸੀਕੁਐਂਸ ਹਰੇਕ ਕਾਗਜ਼ ਦੇ ਉੱਪਰ ਆਪਾਂ ਸਾਈਨ ਕੀਤੇ ਹੋਏ ਸਰ। ਓਕੇ ਫਾਈਨ ਸਰ, ਗੁੱਡ ਹੈ, ਯੂ ਕੈਨ ਸਕਿਪ ਇਟ। ਗੁੱਡ ਸਰ, ਗੁੱਡ। ਇਹ ਤੁਹਾਡੇ ਸਾਰੇ ਐਮਓਯੂ ਆ ਗਏ। ਇਹ 9 ਦੇ 9 ਸਰ ਐਮਓਯੂ ਇਹਦੇ ਵਿੱਚ ਪਾਏ ਗਏ ਸਰ। ਗੁੱਡ ਸਰ, ਗੁੱਡ ਗੁੱਡ। ਔਰ ਇੱਕ ਲਾਸਟ ਚੀਜ਼ ਜਿਹੜੀ ਮੈਂ ਹੁਣ ਤੁਹਾਨੂੰ ਹੋਰ ਦਿਖਾ ਰਿਹਾ, ਜਿਹੜੀ ਆਪਣੀ ਉਸ ਦਿਨ ਵੀ ਗੱਲ ਹੋਈ ਸੀ, ਐਸਓਪੀ 'ਚ ਕਿਹਾ ਗਿਆ ਸੀ ਵੀ ਇਹ ਜਿਹੜੇ ਤੁਸੀਂ ਐਕਟੀਵਿਟੀਜ਼ ਕਰਦੇ ਹੋ ਐਮਓਯੂ ਦੇ ਤਹਿਤ, that should be signed by both the parties। तो मैं ਇਹਦੇ ਡਾਕੂਮੈਂਟ ਵੀ ਤਿਆਰ ਕਰ ਲਿਆ। ਆ ਪਹਿਲਾ ਡਾਕੂਮੈਂਟ ਹੈ ਸਰ। ਐਕਚੁਅਲੀ ਇਹ ਉਹਨਾਂ ਨੇ ਮੰਗਿਆ ਨਹੀਂ ਹੈ ਮੇਰੇ ਕੋਲ ਕਿਤੇ ਵੀ, ਬਟ ਆ ਦੇਖੋ ਮੈਂ ਪਹਿਲੀ ਐਮਓਯੂ ਐਨਜੀ ਜੈਨ ਨਾਲ ਕੀਤੀ ਹੈ। ਤਾਂ ਕਿਹੜੀ ਤਰੀਕ ਨੂੰ ਕੀਤੀ? 25/6/21 ਨੂੰ ਐਕਸਟੈਂਸ਼ਨ ਲੈਕਚਰ ਕਰਵਾਇਆ ਔਰ ਡੇਟ ਆਫ ਕੰਪਲੀਸ਼ਨ ਕੀ ਸੀ? ਇੱਕ ਪਾਸੇ ਮੇਰੀ ਪਾਰਟੀ ਪ੍ਰਿੰਸੀਪਲ ਤੇ ਸਾਈਨ ਹੋ ਗਏ, ਇੱਕ ਪਾਸੇ ਉਹਨਾਂ ਦੇ ਸਾਈਨ। ਇਹ ਇਸੇ ਤਰ੍ਹਾਂ ਜਿੰਨੀਆਂ ਵੀ ਐਕਟੀਵਿਟੀ ਮੈਂ ਅੰਡਰ ਐਮਓਯੂ ਕੀਤੀਆਂ ਉਹਨਾਂ ਸਾਰੇ ਦੇ ਡਾਕੂਮੈਂਟ ਤਿਆਰ ਆ ਦੇਖੋ। ਗੁੱਡ ਸਰ, ਠੀਕ ਹੈ ਜੀ, ਵਧੀਆ ਹੈ। ਤੁਹਾਡਾ ਇੱਕ ਉਹਦਾ ਐਡੀਸ਼ਨਲ ਡਾਕੂਮੈਂਟ ਰੈਡੀ ਹੋ ਗਿਆ। ਤਿਆਰ ਹੋ ਗਿਆ ਸਰ। ਕਿਆ ਮੈਂ ਇਹਨਾਂ ਨੂੰ ਅਪਲੋਡ ਕਰਾਂ ਕਿ ਆਪਣੇ ਕੋਲ ਰੱਖ ਲਵਾਂ ਸਰ? ਰੱਖੋ ਸਰ, ਆਪ ਕੁਝ ਚੀਜ਼ਾਂ ਆਪਣੇ ਕੋਲ ਵੀ ਪਟਾਰੀ 'ਚ ਰੱਖੋ ਨਾ। ਜੀ ਸਾਰਾ ਕੁਝ ਲੈਟ ਦੇ ਆਸਕ ਸਮ ਕੁਐਸਚਨਸ। ਜਦੋਂ ਕੁਐਸਚਨ ਪੁੱਛਣ ਤਾਂ ਆਪਾਂ ਨੂੰ ਆਪਣੇ ਕੋਲ ਉਹਨਾਂ ਚੀਜ਼ਾਂ, ਜੇ ਆਪਾਂ ਸਾਰਾ ਕੁਝ ਕਰਤਾ ਨਾ, ਡਿਸਕਲੋਜ਼ ਕਰਤਾ, ਫਿਰ ਜੇ ਉਹਨਾਂ ਨੇ ਕੋਈ ਚੀਜ਼ ਪੁੱਛੀ ਉਹਦਾ ਆਨਸਰ ਨਹੀਂ ਹੋਣਾ। ਕੁਝ ਚੀਜ਼ਾਂ ਰੱਖ ਲਓ ਆਪਣੇ ਕੋਲ ਸੰਭਾਲ ਕੇ। ਔਰ ਵੈਸੇ ਵੀ ਸਰ ਮੈਂ ਦੇਖਿਆ ਇਹ ਜਿਹੜੀ ਚੀਜ਼ ਹੈ ਨਾ, ਇਹ ਕਿਸੇ ਵੀ ਕਾਲਜ ਨੇ ਨਹੀਂ ਕੀਤੀ ਹੋਣੀ, ਨਹੀਂ ਕੀਤੀ। ਔਰ ਇਹਨਾਂ ਨੇ ਸਾਨੂੰ ਇਹ ਲਿਖਿਆ ਹੋਇਆ ਐਸਓਪੀ 'ਚ ਕਿ that can be asked from the college, ਮੈਂਡੇਟਰੀ ਨਹੀਂ ਹੈ ਪਰ ਪੁੱਛੀ ਜਾ ਸਕਦੀ। ਹਾਂ, ਪੁੱਛਿਆ ਜਾ ਸਕਦਾ। ਇਸ ਕਰਕੇ ਇਹਨੂੰ ਆਪਾਂ ਅਪਲੋਡ ਨਹੀਂ ਕਰਾਂਗੇ, ਇਹਨੂੰ ਆਪਣੀ ਪਾਕਟ 'ਚ ਸੰਭਾਲ ਕੇ ਰੱਖਾਂਗੇ, ਆਪਣੇ ਫਾਈਲ ਬੈਗ ਬਣਾ ਕੇ 'ਚ। ਰੱਖ ਲੈਣਾ ਸਰ। ਹਾਂ, ਫਾਈਲ ਬਣਾ ਕੇ ਰੱਖਾਂਗੇ। ਠੀਕ ਹੈ, ਤਿਆਰ ਹੋ ਚੁੱਕੀ ਫਾਈਲ ਬਣਾ ਕੇ ਰੱਖ। ਸੋ ਇਹ ਤੁਹਾਡੀ ਸਾਰੀ ਟੀਮ ਨੂੰ ਵੀ ਵਧਾਈਆਂ ਨੇ ਕਿ ਜਿੰਨੀਆਂ ਐਕਟੀਵਿਟੀ ਤੁਸੀਂ ਕੀਤੀਆਂ ਨੇ, ਈਚ ਐਂਡ ਐਵਰੀਥਿੰਗ ਇਜ਼ ਵੈਲ ਰਿਕਾਰਡਡ। ਦੇਖੋ ਜਿੱਥੇ ਕਿਤੇ ਸਾਡੀ ਰੀਚ ਤੋਂ ਬਾਹਰ ਦੀ ਐਕਟੀਵਿਟੀ ਨਹੀਂ ਕਰ ਪਾਏ ਉਹ ਵੱਖਰੀ ਗੱਲ ਹੈ, ਚਾਹੇ ਤੁਹਾਡੀ ਐਨਐਸਐਸ ਦੀ ਆ, ਚਾਹੇ ਤੁਹਾਡੇ ਵੱਖ-ਵੱਖ ਕਲੱਬਸ ਦੀ ਐਕਟੀਵਿਟੀ ਆ। ਈਚ ਐਂਡ every activity is well documented. That is a praise for your Shri Atam Vallabh Jain College team in all criterias. ਥੈਂਕ ਯੂ ਸਰ। ਥੈਂਕ ਯੂ ਜੀ। ਥੈਂਕ ਯੂ ਜੀ। ਹੋਰ ਸਰ ਕੋਈ ਤੁਹਾਡੇ ਵੱਲੋਂ ਸੁਜੈਸ਼ਨ ਤੁਹਾਡੀ ਟੀਮ ਵੱਲੋਂ? ਹੈ ਸਰ, ਤੁਹਾਡੇ ਨਾਲ ਦੀ ਨਾਲ ਸਾਰੇ ਦੇਤੇ ਨੇ। ਬਾਕੀ ਟੀਮ ਓਪਨ ਹੈ ਹਾਊਸ, ਤੁਹਾਡੇ ਵੱਲੋਂ ਵੀ ਇਸ ਸਾਈਡ ਤੋਂ ਵੀ ਐਨੀਵਨ ਕੈਨ ਗਿਵ ਵੈਲਿਊਏਬਲ ਸੁਜੈਸ਼ਨਸ। sir, it's very well documented. Rishikesh sir ने भी उस दिन present किया सी, very nicely done. And though I am less involved in this criteria and Pargat sir is more involved, but I could see that whatever is asked has been genuinely put up. So all the best sir, it has been nicely done. Any other member, any reflection on the work done by criteria in charge 3? Good afternoon, sir. Good afternoon, Dr. Raman, please. हाँ जी सर, वैसे तो overall documentation is good, बट बस ਮੈਨੂੰ ਉਹੀ ਜਿਵੇਂ ਤੁਸੀਂ ਸ਼ਾਇਦ ਵਿੱਚ ਡਿਸਕਸ ਹੋਇਆ ਸੀ ਜਿਹੜੇ ਪੇਜ ਨੰਬਰਸ ਨੇ ਜਾਂ ਸੀ ਉਸ ਚੀਜ਼ ਨੂੰ ਕਿਉਂਕਿ ਕੁਝ ਲਿਮਿਟ ਫਿਕਸਡ ਹੈ। ਕਿਸ ਤਰ੍ਹਾਂ? ਤਾਂ ਜਿਹੜਾ ਅਸੀਂ ਇਹਦੇ ਚ ਗੱਲ ਕਰ ਰਹੇ ਹਾਂ ਨਾ ਵੀ ਜਿਵੇਂ ਜਦੋਂ ਡਾਕੂਮੈਂਟ ਕਰਦੇ ਨੇ ਸਰ ਨੇ, ਆਈ ਥਿੰਕ ਡਰਾਈਵ ਦੇ ਥਰੂ ਸਾਰੇ ਆਪਣੇ ਡਾਕੂਮੈਂਟਸ ਬਣਾਏ ਹੋਏ ਨੇ, ਡਾਕ ਸਾਰੇ ਸਾਡੇ। ਹਾਂਜੀ ਹਾਂਜੀ। ਇਸ ਲਈ ਇਹ ਆਪਾਂ ਨੇ ਜਦੋਂ ਅਪਲੋਡ ਕਰਨਾ ਗਾ, ਜਿਵੇਂ ਸਰ ਕਹਿ ਰਹੇ ਸੀ, ਅਸੀਂ ਇਸ ਨੂੰ ਜ਼ਿਆਦਾ ਬੈਟਰ ਇਹ ਨਹੀਂ ਹੈਗਾ ਵੀ ਅਸੀਂ ਇਹਦੇ ਹਾਈਪਰ ਲਿੰਕਸ ਕ੍ਰੀਏਟ ਕਰਕੇ ਥਰੂ ਵੈਬਸਾਈਟ ਉਸ ਚੀਜ਼ ਨਾਲ ਨਹੀਂ ਲਿੰਕ ਕਰ ਸਕਦੇ? ਮੈਮ ਵੈਬਸਾਈਟ ਤੇ ਪਾਉਣੇ ਨੇ। ਪਲੈਨਿੰਗ ਕੀ ਆ ਉਹਨਾਂ ਦੀ ਕਿ ਅਜੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਸਪੇਸ ਘੱਟ ਸੀ, ਇਸ ਕਰਕੇ ਅਜੇ ਉਹਨਾਂ ਨੇ ਸਾਰੀਆਂ ਚੀਜ਼ਾਂ ਆਪਣੇ ਜਿਹੜੇ ਡਾਕੂਮੈਂਟ ਨੇ, ਗੂਗਲ ਡਰਾਈਵ ਸੇਫੈਸਟ ਪਲੇਸ ਹੈ ਕਿ ਜਿੱਥੇ ਕੋਈ ਨਾ ਗਿਰੇ, ਤਾਂ ਉਹਨਾਂ ਨੇ ਆਪਣੇ ਕੰਪਾਈਲ ਇੱਕ ਜਗ੍ਹਾ ਕਰ ਲਏ ਨੇ। ਦੇ ਆਰ ਪਲੈਨਿੰਗ ਟੂ ਅਪਲੋਡ ਮੈਕਸਿਮਮ ਡਾਕੂਮੈਂਟਸ ਔਨ देयर ਵੈਬਸਾਈਟ। ਦ ਵਰਕ ਆਫ ਵੈਬਸਾਈਟ ਇਜ਼ ਅੰਡਰ ਪ੍ਰੋਸੈਸ। ਉਹਨਾਂ ਦੀ ਸਪੇਸ ਘੱਟ ਸੀ, ਉਹ ਉਹਨਾਂ ਨੇ ਟੈਕਨੀਕਲ ਟੀਮ ਨੂੰ ਕਹਿ ਚੁੱਕੇ ਨੇ। ਹੁਣ ਉਹਨਾਂ ਨੂੰ ਇੱਕ ਲਿੰਕ ਹੀ ਹੈ, ਇਹ ਲਿੰਕ ਦੇ ਕੇ ਬਸ ਅਪਲੋਡ ਕਰਵਾਉਣਾ। ਤੁਹਾਡਾ ਸੁਜੈਸ਼ਨ ਬਿਲਕੁਲ ਠੀਕ ਹੈ, ਕਿਉਂਕਿ ਨੈਕ ਕਹਿੰਦੀ ਹੈ ਕਿ ਕਿਸੇ ਵੀ ਗੂਗਲ ਡਰਾਈਵ ਜਾਂ ਐਕਸਟਰਨਲ ਦਾ ਕੋਈ ਲਿੰਕ ਐਕਸੈਪਟੇਬਲ ਨਹੀਂ ਹੋਏਗਾ। ਇਟ ਸ਼ੁੱਡ ਬੀ ਯੂਰ ਵੈਬਸਾਈਟ। ਸੋ ਜਿਹੜੀ ਫਾਈਲ 5 MB ਤੋਂ ਨੀਚੇ ਬਣ ਗਈ ਉਹ ਅਪਲੋਡ ਹੋ ਜਾਏਗੀ। ਜਿੱਥੇ ਫਾਈਲ ਵੱਡੀ ਬਣੇਗੀ, ਦੈਟ ਪਰਟੀਕੁਲਰ ਗੂਗਲ ਲਿੰਕ ਵਿਲ ਬੀ ਹਾਈਪਰ ਲਿੰਕਡ ਵਿਦ ਦ ਵੈਬਸਾਈਟ। ਠੀਕ ਹੈ ਸਰ, ਥੈਂਕ ਯੂ। ਓਕੇ ਜੀ, ਓਕੇ।
ਸਰ ਹੁਣ ਅਸੀਂ ਨੈਕਸਟ ਕਦੋਂ ਰੱਖਣਾ ਜੀ? ਇਹ ਸਾਡਾ ਇੱਕ ਲਾਸਟ ਕ੍ਰਾਈਟੇਰੀਆ ਰਹਿੰਦਾ ਹੈ that ਇੱਕ is ਕਟੀਰ ਉਹਦੇ ਸਰ ਇੱਕੋ ਹੀ ਪ੍ਰੋਗਰਾਮ ਹੈ, ਅਸੀਂ ਫਰਾਈਡੇ ਜਾਣਾ ਕੌੜੀਆ ਕਾਲਜ ਜੀ। ਸੋ ਫਰਾਈਡੇ ਕੱਲ ਕੀ ਦਿਨ ਹੈ ਸਰ? ਕੱਲ ਕਰ ਲਓ ਸਰ, ਕੱਲ 140 ਤੇ ਕਰ ਲਓ, ਕੋਈ ਇਸ਼ੂ ਨਹੀਂ। ਕੱਲ ਛੁੱਟੀ ਹੈ ਜੀ ਵੈਸੇ ਤਾਂ। ਕੋਈ ਗੱਲ ਨਹੀਂ, ਤੁਸੀਂ ਜੇ ਤੁਹਾਡਾ ਕੋਈ ਸ਼ਡਿਊਲ ਹੈ, ਅਸੀਂ ਤਾਂ ਹੀ ਅਸੀਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਇੱਧਰੋਂ ਨਾ ਸ਼ਡਿਊਲ ਹਿੱਲੇ। ਸੋ ਮੈਨੂੰ ਵੀ ਲੱਗਦਾ ਸੀ ਕਿ ਜਦੋਂ ਵਰਕਿੰਗ ਟਾਈਮ ਤੋਂ ਬਾਅਦ ਹੁੰਦਾ ਤਾਂ ਥੋੜਾ ਔਖਾ ਲੱਗਦਾ। ਕੋਈ ਗੱਲ ਨਹੀਂ, ਜੇ ਅਸੀਂ ਕੱਲ ਵਰਕਿੰਗ ਰੱਖਿਆ ਹੈ ਅਸੀਂ, ਨੋ ਇਸ਼ੂ। ਤੁਸੀਂ ਇਸ ਨੂੰ ਫਿਰ ਸੈਟਰਡੇ ਕਰ ਲਈਏ। ਸਰ ਐਕਚੁਅਲੀ ਪਤਾ ਕੀ ਜੇ ਕੱਲ ਛੁੱਟੀ ਹੋਣ ਕਰਕੇ ਨਾ ਸਾਡੇ ਟੀਚਰਸ ਇਕੱਠੇ ਨਹੀਂ ਹੋ ਪਾਣਗੇ। ਕੋਈ ਗੱਲ ਨਹੀਂ, ਸੈਟਰਡੇ ਕਰ ਲਈਏ। ਹਾਂਜੀ ਸੈਟਰਡੇ ਕਰ ਲਓ ਸਰ, ਨੋ ਪ੍ਰੋਬਲਮ। ਫਿਰ ਇਹਨੂੰ ਸੈਟਰਡੇ ਕਰ ਲਓ। ਕੱਲ ਤੁਸੀਂ ਆਪਣਾ ਟਾਈਮ ਇੰਜੋਏ ਕਰੋ, ਕਿਉਂਕਿ ਜੇ ਅਸੀਂ ਤੁਹਾਨੂੰ 4 ਵਜੇ ਤੋਂ ਟਾਈਮ ਤੋਂ ਖਿੱਚ ਕੇ ਲੈ ਕੇ ਆ ਕੇ 1:40 ਤੇ ਲੈ ਕੇ ਆ ਸਕਦੇ ਹਾਂ ਕਿ ਸਾਨੂੰ ਥੋੜਾ ਜਿਹਾ ਵਰਕੇਬਲ ਟਾਈਮ 'ਚ ਆ ਜਾਵੇ, ਦੈਨ ਤੁਸੀਂ ਇੰਜੋਏ ਕਰ ਰਹੇ ਹੋ। ਕੱਲ ਤੁਸੀਂ ਕੋਈ ਗੱਲ ਨਹੀਂ, ਫਿਰ ਆਪਾਂ ਸੈਟਰਡੇ ਨੂੰ ਪਲਾਨ ਕਰ। ਫਰਾਈਡੇ ਅਸੀਂ ਬਿਜ਼ੀ ਹਾਂ, ਇਹਨੂੰ ਸੈਟਰਡੇ ਕਰ ਲੈਂਦੇ ਹਾਂ। ਐਕਚੁਅਲੀ ਸਰ ਪ੍ਰੋਬਲਮ ਇਹ ਸੀ ਕਿ ਦੋ ਟੀਚਰਸ ਨੇ ਇਕੱਠੇ ਬੈਠ ਕੇ ਥੋੜਾ ਡਿਸਕਸ ਕਰਕੇ ਇਹਦੇ ਉੱਤੇ ਕਰਨਾ ਸੀ ਕੰਮ, ਤੋਂ ਕੋਈ ਗੱਲ ਅੱਜ ਨਹੀਂ, ਇਕੱਠੇ ਹੋ ਨਹੀਂ ਓਕੇ ਪਾਏ। ਫਾਈਨ, ਦੈਨ ਸੈਟਰਡੇ ਵਿਲ ਬੀ ਫਾਈਨ ਸਰ। ਠੀਕ ਹੈ Okay जी। सर आई थिंक पार्टीशन सब कुछ ठीक है जी, शुड वी वाइंड इट अप? यस यस ਹਾਂਜੀ ਸਰ, ਹਾਂਜੀ ਸਰ। थैंक यू ऋषि सर, थैंक यू। थैंक यू मैम, थैंक यू प्रगट सर, थैंक यू जसलीन मैम, एवरीवन। always welcome ji, always welcome. You people are doing good work and we are very happy. We are also learning so many things from your side. Mentor mentee doesn't mean कि ਅਸੀਂ ਤੁਹਾਨੂੰ ਦੱਸਣ ਵਾਸਤੇ ਹੀ ਬੈਠੇ ਹਾਂ। We are also learning so many things from your side. So it is a collaborative effort and we wish that your hard work pay a great value for you. Thank you so much. Okay sir. Thank you ji. Thank you.